रिलायबल मतलब भरोसेमंद ते भरोसेमंद मतलब रिलायबल टायर डिपो। रिलायबल टायर डिपो डील्स इन होलसेल ट्रक टायर्स इन कैलिफोर्निया ते इस तो इलावा ट्रकों का ऑयल चेंज करवाना होवे, ब्रेक्स का काम करवाना होवे, सील्स का, एसी का या फिर ट्रक का कोई होर काम करवाना होए, तुसी रिलायबल टायर डिपो ते अखा बंद करके विश्वास कर सकते हो। वी आर ऑल्सो ऑथराइज्ड डीलर ऑफ जेके विक्रांत टायर्स ते पक्का है कि प्राइस दे मामले च असी बेस्ट हाँ। सो डू विजिट रिलायबल टायर डिपो 1601 साउथ यूनियन एवेन्यू बेकर्सफील्ड कैलिफोर्निया। ज्यादा जानकारी दे लई सुरजीत सिंह बाजवा ते इंद्रजीत सिंह गिल नू हेठ लिखे नंबरां ते संपर्क करो 6613782373 6613784622। 2201 ਸਾਊਥ ਯੂਨੀਅਨ ਵਿਲੇਜ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਪੰਜਾਬੀ ਭਰਾਵਾਂ ਦਾ ਮਨਪਾਉਂਦਾ ਫਿਊਲ ਨੰਬਰ 1 ਸਟਾਪ ਅਤੇ ਯੂਨੀਅਨ ਵਿਲੇਜ ਵੈਰਾਈਟੀ ਅਤੇ ਤਾਜ਼ੇ ਖਾਣੇ ਦਾ ਭੰਡਾਰ, ਜਿੱਥੇ ਟਰੱਕਾਂ ਵਾਲੇ ਵੀਰਾਂ ਨੂੰ ਸਸਤੇ ਰੇਟਾਂ ਤੇ ਡੀਜ਼ਲ ਅਤੇ ਖਾਣ ਪੀਣ ਦੀ ਹਰ ਤਰ੍ਹਾਂ ਦੀ ਸਹੂਲਤ, ਜਿੱਥੇ ਇੰਡੀਅਨ, ਸਪੈਨਿਸ਼ ਤੇ ਵੱਖ-ਵੱਖ ਕਿਸਮਾਂ ਦੇ ਤਾਜ਼ੇ ਫੂਡਸ ਦੀ ਸੁਵਿਧਾ। ਇੱਕ ਵਾਰ ਬ੍ਰੇਕਾਂ ਮਾਰੋ ਫੇਰ ਬ੍ਰੇਕਾਂ ਆਪਣੇ ਆਪ ਹੀ ਲੱਗਦੀਆਂ ਰਹਿਣਗੀਆਂ। ਸਾਨੂੰ ਅਜ਼ਮਾਓ। ਵਧੇਰੇ ਜਾਣਕਾਰੀ ਲਈ ਸੁੱਖੀ ਘੁੰਮਣ ਤੇ ਜੇ ਘੁੰਮਣ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ 661 304 7500 661 885 8858। Where there is a will, there is a way, and where there is a way, there is Pandal Brothers। ਤੁਹਾਡਾ ਹਰ ਲੋਡ ਸਾਡੀ ਜ਼ਿੰਮੇਵਾਰੀ ਹੈ। 70 ਤੋਂ ਉੱਪਰ ਨਵੇਂ ਵੋਲਵੋ ਟਰੱਕਸ, ਕਸਟਮ ਆਰਡਰ ਰੈਫ੍ਰਿਜਰੇਟਡ ਟ੍ਰੇਲਰ, ਫਾਈਨ ਲੌਜਿਸਟਿਕਸ। ਟਾਰਗੇਟ ਇੱਕੋ ਕਿ ਤੁਹਾਡੇ ਅੱਗੇ ਸਾਡਾ ਬੈਸਟ ਕੈਰੀਅਰ ਦਾ ਦਰਜਾ, ਤੁਹਾਡਾ ਭਰੋਸਾ ਬਰਕਰਾਰ ਰਹੇ। ਸ਼ਿਪਮੈਂਟ ਵੱਡੀ ਹੋਵੇ ਜਾਂ ਛੋਟੀ, ਸਰਵਿਸਿਜ਼ ਵਿੱਚ ਕਿਸੇ ਕਮੀ ਦਾ ਸਵਾਲ ਹੀ ਨਹੀਂ। ਟੈਕਨੀਕ ਪੱਖੋਂ ਵੀ ਸਾਡਾ ਵਿਜ਼ਨ ਕਲੀਅਰ ਹੈ। ਤਾਂ ਹੀ ਟਰੱਕ ਟਰੈਕਿੰਗ ਸੌਫਟਵੇਅਰ, ਨਿਊ ਤੇ ਅਪਡੇਟਡ ਫਲੀਟ, ਸੇਫਟੀ ਲਈ CLD ਸੌਫਟਵੇਅਰ, ਇਹ ਸਭ ਮੁੱਖ ਹੈ ਕਿਉਂਕਿ ਇੱਥੇ ਗੱਲ ਵਿਸ਼ਵਾਸ ਦੀ ਹੈ। So for efficient transport services, contact Hollister, California's Pandal Brothers। ਸਿੱਖ ਕੌਮ ਦੇ ਪੱਕਦੇ ਮਸਲੇ ਦੱਸ ਕਿਹੜਾ ਵਿਚਾਰੂ, ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਸਿੱਖ ਰਹਿਤ ਮਰਿਆਦਾ ਕਿਉਂ ਨਾ ਲਾਗੂ ਕਰਦੇ ਡੇਰੇ, ਮੰਤਰ ਪਾਠਾਂ ਦੇ ਨਾਮ ਤੇ ਬਿਜ਼ਨਸ ਚਾਰ ਚੁਫੇਰੇ। ਇਹੋ ਜਿਹੀਆਂ ਕੁਸ ਪੈਠਾਂ ਹਥਿਆਰਾਂ ਤੋਂ ਵੀ ਮਾਰੂ। ਸਿੱਖ ਕੌਮ ਦੇ ਪੱਕਦੇ ਮਸਲੇ ਦੱਸ ਕਿਹੜਾ ਵਿਚਾਰੂ, ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਅਕਾਲ ਤਖਤ ਸੁਪਰੀਮ ਏ ਸਾਡਾ ਸਿਰ ਚੁੱਕਦਾ ਬਾਰ-ਬਾਰ, ਜਥੇਦਾਰ ਕਠਪੁਤਲੀਆਂ ਬਣ ਗਏ ਹੈ ਕੌਣ ਕਰੂ ਇਨਸਾਫ। ਤਲਬ ਕੀਤਾ ਰਣਜੀਤ ਸਿੰਘ, ਫੂਲਾ ਸਿੰਘ ਜੈ ਓਏ ਸ਼ੇਰਾਂ, ਲੀਡਰਾਂ ਦੇ ਤਲਵੇ ਚੱਟ ਕੇ ਜਥੇਦਾਰ ਸੁੱਟਦੇ ਲੇਰਾਂ। ਬਾਬਾ ਨਾਨਕ ਸੋਚ ਤੇਰੀ ਤੇ ਹੈ ਲੀਡਰ ਪੈ ਗਏ ਭਾਰੂ। ਸਿੱਖ ਕੌਮ ਦੇ ਪੱਕਦੇ ਮਸਲੇ ਦੱਸ ਕਿਹੜਾ ਵਿਚਾਰੂ, ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ। ਟਿੱਚ ਨਾ ਜਾਣਨ ਪਾਵਨ ਗੁਰੂ ਦੀ ਬਾਣੀ, ਕੌਮ ਮੇਰੀ ਦੀਆਂ ਜੜਾਂ ਚ ਬਹਿ ਗਏ ਹੈ ਰੱਬ ਬਣੇ ਦੇਹਤਾਰੀ। ਇੱਕਾ ਬਾਣੀ ਇੱਕ ਗੁਰੂ ਇੱਕੋ ਸ਼ਬਦ ਵਿਚਾਰ, ਪਰ ਥਾਂ ਥਾਂ ਗੱਡੀਆਂ ਲਾ ਕੇ ਗੁਰੂ ਬਣ ਗਏ ਡੇਰੇਦਾਰ। ਲਹਿਜੀਆਂ ਦੇ ਕੇ
ਸਿੱਖ ਕੌਮ ਦੇ ਭਖਦੇ ਮਸਲੇ ਦੱਸ ਕਿਹੜਾ ਵਿਚਾਰੂ ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ ਇਸਲਾਮ ਨਾ ਮੰਨੇ ਤਸਵੀਰਾਂ ਤੇ ਨਾ ਹੀ ਬਾਬੇ ਸ਼ਾਬੇ ਸਿੱਖ ਕੌਮ ਕਿਉਂ ਕਮਲੀ ਸਿਰ ਤੇ ਹੈ ਚੱਕੀ ਫਿਰੇ ਸਿਆਪੇ ਗੁਰੂ ਗ੍ਰੰਥ ਦੇ ਲੜ ਲੱਗ ਕੇ ਤੁਸੀਂ ਝੋਲੀ ਗਿਆਨ ਦੀ ਭਰ ਲਓ ਇੱਕੋ ਹੈ ਭਾਈ ਇੱਕੋ ਹੈ ਥੋੜਾ ਅਕਲ ਤੇ ਹੱਥ ਤੁਸੀਂ ਧਰ ਲਓ ਭਰਮ ਦੀਆਂ ਲੀਰਾਂ ਉੱਡ ਜੂ ਜਦੋਂ ਚੱਲਿਆ ਗਿਆਨ ਦਾ ਝਾੜੂ ਸਿੱਖ ਕੌਮ ਦੇ ਭਖਦੇ ਮਸਲੇ ਰਾਣਿਆ ਕੌਣ ਵਿਚਾਰੂ ਢਹਿੰਦੀ ਕਲਾ ਵੱਲ ਜਾਂਦੀ ਕੌਮ ਦੀ ਕਿਸ਼ਤੀ ਕਿਹੜਾ ਤਾਰੂ ਕਿਸ਼ਤੀ ਕਿਹੜਾ ਤਾਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਫਤਾਵਾਰੀ ਪ੍ਰੋਗਰਾਮ ਸਿੱਖਾਂ ਦੇ ਭਖਦੇ ਮਸਲੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਜਿਵੇਂ ਤੁਹਾਨੂੰ ਪਤਾ ਹੀ ਹੈ, ਪਿਛਲੇ ਕੁਝ ਵੀਕ ਤੋਂ ਆਪਣਾ ਲਗਾਤਾਰ ਪ੍ਰੋਗਰਾਮ ਜਿਹੜੀਆਂ ਪੋਲੀਟੀਕਲ ਵੋਟਾਂ ਦਾ ਸਮਾਂ ਚੱਲ ਰਿਹਾ ਪੰਜਾਬ ਦੇ ਵਿੱਚ ਉਹਨਾਂ ਉੱਪਰ ਹੋ ਰਹੇ ਆ। ਆਪਾਂ ਲਗਾਤਾਰ ਸਾਲ ਤੋਂ ਉੱਪਰ ਕਿਸਾਨੀ ਅੰਦੋਲਨ ਉੱਪਰ ਪ੍ਰੋਗਰਾਮ ਕਰਦੇ ਆ ਰਹੇ ਹਾਂ ਅਤੇ ਉਸੇ ਕਿਸਾਨੀ ਅੰਦੋਲਨ 'ਚੋਂ ਜਿਹੜੀ ਪਾਰਟੀ ਨਿਕਲੀ ਆ ਸੰਯੁਕਤ ਸਮਾਜ ਮੋਰਚਾ, ਉਹਨਾਂ ਨੇ ਜਿਹੜੇ ਕੈਂਡੀਡੇਟ ਦੇ ਰਹੇ ਆ, ਕਿਉਂਕਿ ਆਪਾਂ ਆਮ ਤੌਰ 'ਤੇ ਗੱਲ ਤਾਂ ਬਹੁਤ ਵਾਰੀ ਕਰਦੇ ਹਾਂ ਵੀ ਸਾਨੂੰ ਪੋਲੀਟਿਕਸ ਬਦਲਣ ਦੀ ਜ਼ਰੂਰਤ ਆ, ਪੰਜਾਬ ਦੀ ਰਾਜਨੀਤੀ ਬਦਲਣੀ ਚਾਹੀਦੀ ਆ। ਇਹਦੇ ਵਿੱਚ ਜਿਹੜੇ ਪੁਰਾਣੇ ਘਿਸੇ ਪਿੱਟੇ ਜਿਨ੍ਹਾਂ ਨੂੰ ਚੋਰ ਚਿਹਰੇ ਕਿਹਾ ਜਾਂਦਾ, ਖਾ ਪੀ ਕੇ ਜਿਨ੍ਹਾਂ ਦੀ ਜੇ ਪਹਿਲੀ ਪੁਰਾਣੀ ਪ੍ਰਾਪਰਟੀ ਦੇਖੀ ਜਾਵੇ ਪੋਲੀਟਿਕਸ ਆਉਣ ਤੋਂ ਪਹਿਲਾਂ ਅਤੇ ਅੱਜ ਦੇ ਹਾਲਾਤ ਦੇਖੇ ਜਾਣ ਕਿੰਨਾ ਫਰਕ ਆ, ਉਹਨਾਂ ਨੂੰ ਬਦਲੋ। ਕਹਿੰਦੇ ਸਾਰੇ ਹੀ ਆ, ਜੇ ਤੁਸੀਂ 100 ਬੰਦਿਆਂ ਦਾ ਸਰਵੇ ਕਰ ਲਓ ਵਿੱਚੋਂ 99 ਇਹੀ ਕਹੋਗੇ ਕਿ ਪੋਲੀਟਿਕਸ ਬਦਲਣ ਦੀ ਜ਼ਰੂਰਤ ਆ। ਅਤੇ ਨਾਲ ਕਈ ਲੋਕ ਫਿਰ ਇੱਦਾਂ ਕਹਿ ਦਿੰਦੇ ਆ ਵੀ ਇਹ ਬੜੀ ਗੰਦੀ ਚੀਜ਼ ਆ, ਰਾਜਨੀਤੀ ਬਹੁਤ ਗੰਦੀ ਆ, ਇਸ ਕਰਕੇ ਇਹ 'ਚ ਚੰਗੇ ਬੰਦੇ ਨਹੀਂ ਆਉਂਦੇ। ਸੋ ਇਸ ਵਾਰੀ ਜਦੋਂ ਸੰਯੁਕਤ ਸਮਾਜ ਮੋਰਚਾ ਬਣਿਆ, ਉਹਦਾ ਮੇਨ ਕਾਰਨ ਇਹ ਸੀ ਕਿ ਜਦੋਂ ਉੱਥੋਂ ਜਿੱਤ ਕੇ ਕਿਸਾਨ ਵਾਪਸ ਆਏ ਅਤੇ ਲੋਕਾਂ ਨੇ ਬਹੁਤ ਪ੍ਰੈਸ਼ਰ ਪਾਇਆ ਕਿ ਤੁਸੀਂ ਆਪਣੀ ਇੱਕ ਪਾਰਟੀ ਖੜੀ ਕਰੋ, ਇੱਕ ਲਹਿਰ ਬਣੀ ਹੋਈ ਹੈ, ਇਸ ਲਹਿਰ ਨੂੰ ਅਗਲਾ ਰੂਪ ਦਿਓ ਤਾਂ ਕਿ ਤੁਸੀਂ ਇਹਨਾਂ ਨਾਲ ਲੜ ਸਕੋ ਔਰ ਪੰਜਾਬ ਦੀ ਰਾਜਨੀਤੀ ਬਦਲ ਸਕੋ। ਵੀ ਹਰ ਵਾਰੀ ਸੜਕਾਂ ਉੱਤੇ ਥੋੜ੍ਹਾ ਉਤਰਦੇ ਰਹਾਂਗੇ, ਕਦੇ ਨਾ ਕਦੇ ਤਾਂ ਸਾਨੂੰ ਇਹ ਕੰਮ ਸ਼ੁਰੂ ਕਰਨਾ ਪੈਣਾ ਆ। ਅਤੇ ਉਹ ਤੁਹਾਡੇ ਸਾਹਮਣੇ ਆ ਵੀ ਸੰਯੁਕਤ ਸਮਾਜ ਮੋਰਚਾ ਉਹਨਾਂ ਨੇ ਇਲੈਕਸ਼ਨ ਲੜਨ ਦਾ ਐਲਾਨ ਕੀਤਾ, ਪਰ ਜਿਵੇਂ ਸਾਡਾ ਸੁਭਾਅ ਹੀ ਹੁੰਦਾ, ਜਦੋਂ ਕੋਈ ਕੰਮ ਸ਼ੁਰੂ ਕਰ ਦਿੰਦਾ ਫਿਰ ਉਹ ਲੱਤਾਂ ਖਿੱਚਣ ਵਾਲੇ ਵੀ ਵਿੱਚ ਆ ਜਾਂਦੇ ਆ। ਇਹਨਾਂ ਨੂੰ ਜ਼ਰੂਰਤ ਨਹੀਂ ਸੀ, ਹਾਲੇ ਤਿਆਰੀ ਨਹੀਂ ਸੀ, ਹਾਲੇ ਇਹਨਾਂ ਨੂੰ ਨਹੀਂ ਸੀ ਕਰਨਾ ਚਾਹੀਦਾ, ਹਾਲੇ 5 ਸਾਲ ਵੇਟ ਕਰ ਲੈਂਦੇ। ਦੇਖੋ ਵੀਰੋ, ਜੇ 3 ਸਾਲ ਵੇਟ ਵੀ ਕਰ ਲੈਂਦੇ, ਅਗਲੀਆਂ ਲੋਕ ਸਭਾ ਚੋਣਾਂ 'ਚ ਲੜਦੇ, ਤੁਸੀਂ ਫਿਰ ਵੀ ਕਹਿਣਾ ਸੀ ਇਹ ਵੀ ਹਾਲੇ ਤਿਆਰੀ ਨਹੀਂ ਸੀ। ਕਦੇ ਨਾ ਕਦੇ ਤਾਂ ਸਟਾਰਟਿੰਗ ਕਰਨੀ ਪੈਂਦੀ ਹੁੰਦੀ ਆ। ਹਾਂ, ਸਮਾਂ ਬਹੁਤ ਥੋੜ੍ਹਾ ਆ, ਪਰ ਜਦੋਂ ਕੋਈ ਲਹਿਰ ਬਣ ਜਾਵੇ ਉਦੋਂ ਬਹੁਤ ਕੁਛ ਹੋ ਜਾਂਦਾ ਹੁੰਦਾ। ਤੁਹਾਨੂੰ ਯਾਦ ਹੋਣਾ 1990 ਕਿਵੇਂ ਲਹਿਰ ਬਣੀ ਸੀ ਅਤੇ ਕੈਂਡੀਡੇਟਾਂ ਨੂੰ ਕੋਈ ਜਾਣਦਾ ਤੱਕ ਨਹੀਂ ਸੀ ਅਤੇ 13 ਦੀਆਂ 13 ਸੀਟਾਂ ਮਾਨ ਅਕਾਲੀ ਦਲ ਨੂੰ ਅਸੀਂ ਜਿਤਾਤੀਆਂ ਸੀਗੀਆਂ। ਸੋ ਲਹਿਰ ਇਸ ਟਾਈਮ ਵੀ ਬਣੀ ਹੋਈ ਆ। ਗਰਾਊਂਡ ਹਕੀਕਤ ਕੁਛ ਹੋ ਰਿਹਾ, ਸੋਸ਼ਲ ਮੀਡੀਆ ਦੀ ਹਕੀਕਤ ਕੁਛ ਹੋ ਰਿਹਾ, ਔਰ ਹਮੇਸ਼ਾ ਇੱਦਾਂ ਹੁੰਦਾ ਆ ਕਿ ਬਹੁਤੇ ਲੋਕ ਸੋਸ਼ਲ ਮੀਡੀਆ ਤੋਂ ਦੇਖ ਕੇ ਸੋਚ ਲੈਂਦੇ ਕਿ ਸ਼ਾਇਦ ਇਹੀ ਗਰਾਊਂਡ ਹਕੀਕਤ ਆ, ਪਰ ਬਹੁਤ ਜ਼ਿਆਦਾ ਫਰਕ ਹੁੰਦਾ ਆ। ਸੋ ਆਪਾਂ ਅੱਜ ਪਿਛਲੀ ਵਾਰ ਵੀ ਉਹਨਾਂ ਦੇ ਕੈਂਡੀਡੇਟ ਰਵਨੀਤ ਬਰਾੜ ਉਹਨਾਂ ਨਾਲ ਗੱਲ ਕੀਤੀ ਸੀ ਜਿਹੜੇ ਮੋਹਾਲੀ ਤੋਂ ਆ, ਅਤੇ ਅੱਜ ਆਪਾਂ ਯੰਗੈਸਟ ਕੈਂਡੀਡੇਟ ਜਿਹੜੇ ਉਹਨਾਂ ਦੇ ਆ, ਇਸ ਉਮਰ ਦੇ ਵਿੱਚ ਮੇਰੇ ਬੇਟੇ ਤੋਂ ਵੀ ਛੋਟੀ ਉਮਰ ਆ, ਉਹਦੀ 28 ਸਾਲ ਹੋ ਗਈ ਆ ਅਤੇ ਇਹਨਾਂ ਦੀ ਮੇਰੇ ਖਿਆਲ 25 ਸਾਲ ਆ। ਇਹ ਕੈਂਡੀਡੇਟ ਆ ਤਰਨ ਤਾਰਨ ਤੋਂ। ਸੋ ਜਿਹੜੇ ਲੋਕ ਕਹਿੰਦੇ ਯੰਗ ਕੈਂਡੀਡੇਟ ਨੂੰ ਅੱਗੇ ਆਉਣਾ ਚਾਹੀਦਾ, ਪੜ੍ਹਿਆ ਲਿਖਿਆ ਨੂੰ ਅੱਗੇ ਆਉਣਾ ਚਾਹੀਦਾ, ਅਤੇ MBBS ਕਰਕੇ ਹੁਣ ਇਸ ਪਾਸੇ ਕੁੱਦੇ ਆ। ਸੋ ਇਹਨਾਂ ਨਾਲ ਆਪਾਂ ਅੱਜ ਗੱਲਬਾਤ ਕਰਾਂਗੇ। ਇਸੇ ਲੜੀ ਦੇ ਤਹਿਤ ਕੱਲ੍ਹ ਨੂੰ ਵੀ ਆਪਾਂ ਇੱਕ ਪੜ੍ਹੀ ਲਿਖੀ ਸਾਡੀ ਬੇਟੀ ਜਿਹੜੀ ਇਸ ਕੰਮ 'ਚ ਕੁੱਦੀ ਆ, ਮੇਰਾ ਖਿਆਲ ਉਹਦੀ ਵੀ 27-28 ਦੇ ਕਰੀਬ ਏਜ ਆ, ਉਹਦੇ ਨਾਲ ਆਪਾਂ ਕੱਲ੍ਹ ਨੂੰ ਪ੍ਰੋਗਰਾਮ ਕਰਾਂਗੇ। ਹਾਂਜੀ ਜਗਮੋਹਨ ਸਿੰਘ ਜੀ, ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰੋ। ਬਿਲਕੁਲ ਜੀ, ਅੱਜ 10 ਮਾਘ 553 ਸੰਮਤ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ। ਸੋ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜਿੰਨੇ ਵੀ ਸਾਨੂੰ ਪ੍ਰੋਗਰਾਮ ਦੇਖ ਰਿਹਾ, ਸਾਡਾ ਗੁਰਮਤ TV, ਦੇਸੀ ਚੈਨਲ, ਪਿਓਰ ਪੰਜਾਬੀ, ਸਾਂਝੀ ਸੋਚ TV ਤੇ ਸਾਰਿਆਂ ਦਾ ਜੀ ਆਇਆਂ।
ਜਿਹੜੇ ਫੇਸਬੁੱਕ ਤੇ ਸਾਨੂੰ ਦੇਖ ਰਹੇ ਲਾਈਵ, ਜਿਹੜੇ ਸ਼ੇਅਰ ਕਰ ਰਹੇ ਆ, ਜਿਹੜੇ ਸਰੋਤੇ ਸਾਨੂੰ ਐਜ਼ ਏ ਆਡੀਓ ਸੁਣਦੇ ਆ, ਉਹਨਾਂ ਦਾ ਵੀ ਸਾਰਿਆਂ ਦਾ ਜੀ ਆਇਆਂ। ਹਮੇਸ਼ਾ ਦੀ ਤਰ੍ਹਾਂ ਕੋਸ਼ਿਸ਼ ਕਰਦੇ ਹਾਂ ਵੱਖ-ਵੱਖ ਸ਼ਖਸੀਅਤਾਂ ਤੁਹਾਡੇ ਸਾਹਮਣੇ ਲੈ ਕੇ ਆਈਏ। ਉਸੇ ਸ਼ਖਸੀਅਤ ਦੇ ਵਿੱਚ ਆਪਾਂ ਲੈ ਕੇ ਰਹੇ ਸਰਦਾਰ ਸੁਖਮਨਦੀਪ ਸਿੰਘ ਢਿੱਲੋਂ ਨੂੰ। ਗੱਲ ਜਦੋਂ ਪੋਲਿਟਿਕਸ ਦੀ ਆਉਂਦੀ, ਰਾਜਨੀਤੀ ਦੀ ਆਉਂਦੀ ਆ, ਮੈਂ ਸ਼ੁਰੂਆਤ ਇੱਥੋਂ ਕਰਾਂਗਾ ਵੀ SSM ਕਿਉਂ, ਸੰਯੁਕਤ ਸਮਾਜ ਮੋਰਚਾ ਹੀ ਕਿਉਂ? ਕਿਉਂਕਿ ਅਸੀਂ ਕੋਸ਼ਿਸ਼ ਹਮੇਸ਼ਾ ਸਾਰੇ ਪਾਰਟੀਆਂ ਨੂੰ, ਰਵਾਇਤੀਆਂ ਨੂੰ, 70 ਸਾਲ ਹੋ ਗਏ ਦੇਸ਼ ਦੀ ਆਜ਼ਾਦੀ ਨੂੰ, ਸਾਰੀਆਂ ਪਾਰਟੀਆਂ ਦੇਖ ਚੁੱਕੇ ਹਾਂ, ਸਾਰੀਆਂ ਪਾਰਟੀਆਂ ਦੀ ਕਾਰਗੁਜ਼ਾਰੀ ਦੇਖ ਚੁੱਕੇ ਹਾਂ। ਪੰਜਾਬ ਦੇ ਵਿੱਚ ਕੱਲੇ MLA ਦੇ ਹਲਕੇ 'ਚੋਂ ਆਪਾਂ ਕਾਰਗੁਜ਼ਾਰੀ ਦੇਖ ਚੁੱਕੇ ਹਾਂ। ਹਾਂ, ਪੰਜਾਬ ਦਾ ਵਿਕਾਸ ਜੇ 5% ਹੋਇਆ ਤੇ ਜਿਹੜੇ MLA ਆ ਉਹਨਾਂ ਦਾ ਵਿਕਾਸ ਜ਼ਰੂਰ ਹੈ 150-200%, 400%, ਕਿਸੇ ਦਾ 1000% ਤੋਂ ਵੀ ਉੱਪਰ ਉਹਨਾਂ ਦਾ ਆਪਣਾ ਵਿਕਾਸ ਜ਼ਰੂਰ ਹੋਇਆ, ਜਿੱਦਾਂ ਕਿ ਹੋਣਾ ਪੰਜਾਬ ਦਾ ਚਾਹੀਦਾ ਸੀਗਾ। ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜੀ ਆਇਆਂ ਆਖਦੇ ਹਾਂ ਸਰਦਾਰ ਸੁਖਮਨਦੀਪ ਸਿੰਘ ਜੀ ਢਿੱਲੋਂ ਜੀ, ਜੀ ਆਇਆਂ ਪ੍ਰੋਗਰਾਮ ਦੇ ਵਿੱਚ। ਤੇ ਆਪਾਂ 10ਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਅਰਜ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਰਦਾਰ ਸੁਖਮਨਦੀਪ ਸਿੰਘ ਜੀ, ਤੁਸੀਂ ਆਪਣੇ ਬਾਰੇ ਦੱਸੋ ਵੀ ਤੁਹਾਡਾ ਨਿੱਜੀ ਜੀਵਨ, ਕਿੱਥੋਂ ਤੁਸੀਂ ਪੜ੍ਹਾਈ ਕੀਤੀ, ਕਿੰਨੀ ਪੜ੍ਹਾਈ ਕੀਤੀ, ਤੇ ਇਸ ਮੁਕਾਮ ਤੱਕ ਪਹੁੰਚਣ ਤੱਕ ਅੱਜ ਜਿਹੜੀ ਟਿਕਟ ਮਿਲੀ ਆ ਤੁਹਾਨੂੰ, ਇੱਥੇ ਤੱਕ ਤਾਂ ਆਪਣੀ ਨਿੱਜੀ ਜ਼ਿੰਦਗੀ ਦਾ ਸਫ਼ਰ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ। ਪਹਿਲਾਂ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਵੀ। ਨਿੱਜੀ ਜ਼ਿੰਦਗੀ, ਮੇਰਾ ਨਾਮ ਡਾਕਟਰ ਸੁਖਮਨਦੀਪ ਸਿੰਘ ਢਿੱਲੋਂ ਆ ਜੀ। ਹਾਂਜੀ। ਤੇ ਹੁਣ ਰਾਈਟ ਨਾਓ ਮੈਂ ਕੈਂਡੀਡੇਟ ਆ ਤਰਨਤਾਰਨ ਹਲਕੇ ਤੋਂ ਸੰਯੁਕਤ ਸਮਾਜ ਮੋਰਚਾ ਵੱਲੋਂ, ਜਿਵੇਂ ਕਿ ਤੁਸੀਂ ਦੱਸਿਆ। ਮੇਰਾ ਪਿੰਡ ਸੁਰ ਸਿੰਘ ਆ ਤੇ ਕਾਫੀ ਟਾਈਮ ਮੈਂ ਸ਼ੁਰੂ ਤੋਂ ਸੁਰ ਸਿੰਘ ਵੀ ਰਿਹਾ ਵਾਂ ਤੇ ਅੰਮ੍ਰਿਤਸਰ ਵੀ ਰਿਹਾ ਆ। ਸਟੱਡੀ ਮੇਰੀ ਲਗਭਗ ਸਾਰੀ, ਸਕੂਲਿੰਗ ਮੇਰੀ ਸਾਰੀ ਲਗਭਗ ਅੰਮ੍ਰਿਤਸਰ ਤੋਂ ਹੋਈ ਆ 10th ਤੱਕ। +1 +2 ਮੇਰੀ ਚੰਡੀਗੜ੍ਹ ਤੋਂ ਹੋਈ ਆ, ਮੋਹਾਲੀ ਟੂ ਬੀ ਐਗਜ਼ੈਕਟ। ਉੱਥੇ ਇੱਕ ਮਿਲਟਰੀ ਅਕੈਡਮੀ ਸੀ ਜਿਹਦੇ ਵਿੱਚ, ਕਿਉਂਕਿ ਸ਼ੁਰੂ ਤੋਂ ਮੇਰੇ ਮਾਈ ਡੈਡ ਇਜ਼ ਐਨ ਐਕਸ ਏਅਰ ਫੋਰਸ ਰਹੇ ਨੇ, ਤੇ ਉਹਨਾਂ ਦਾ ਸੁਪਨਾ ਸੀ ਕਿ ਮੈਂ ਆਰਮੀ ਦੇ ਵਿੱਚ ਜਾਵਾਂ, ਡਾਕਟਰ ਵੀ ਬਣਾ ਤੇ ਮਿਲਟਰੀ ਦੇ ਵਿੱਚ ਜਾਵਾਂ, ਡਾਕਟਰ ਵੀ ਬਣਾ ਤੇ ਮਿਲਟਰੀ ਦੇ ਵਿੱਚ ਵੀ ਜਾਵਾਂ। ਸੋ ਇੱਕ ਮਿਲਟਰੀ ਅਕੈਡਮੀ ਸੀ ਜਿਹਦੇ ਵਿੱਚ +1 ਤੇ +2 ਮੈਂ ਕੀਤੀ। AFPI ਉਹਦਾ ਨਾਮ ਆ, ਆਰਮਡ ਫੋਰਸਿਸ ਪ੍ਰੀਪੇਰੇਟਰੀ ਇੰਸਟੀਚਿਊਟ। ਉਸ ਤੋਂ ਬਾਅਦ ਮਿਲਟਰੀ ਦੇ ਵਿੱਚ ਮੇਰਾ ਥੋੜਾ ਜਿਹਾ ਰੁਝਾਨ ਘਟ ਗਿਆ, ਕਿਉਂਕਿ ਸ਼ਾਇਦ ਮੈਂ ਥੋੜਾ ਇੰਨਾ ਡਿਸਪਲਿਨਡ ਨਹੀਂ ਸੀ ਜਿੰਨਾ ਡਿਸਪਲਿਨ ਚਾਹੀਦਾ ਆ ਮਿਲਟਰੀ ਲਈ। ਮੇਰਾ ਸੇਵਾ ਵੱਲ ਥੋੜਾ ਜ਼ਿਆਦਾ ਧਿਆਨ ਸੀ ਸ਼ੁਰੂ ਤੋਂ ਹੀ, ਕਿਉਂਕਿ ਘਰੋਂ ਠੀਕ ਆ, ਘਰਦਿਆਂ ਨੇ ਸ਼ੁਰੂ ਤੋਂ ਸਿਖਾਇਆ ਕਿ ਆਪਣੇ ਕੋਲ ਜਿੰਨਾ ਕੁਛ ਹੈ ਆਪਾਂ ਵਧੀਆ ਆ, ਆਪਾਂ ਨੂੰ ਇੰਨੇ ਵਿੱਚ ਖੁਸ਼ ਰਹਿਣਾ ਚਾਹੀਦਾ ਆ, ਤੇ ਜੇ ਆਪਾਂ ਕਰ ਸਕਦੇ ਹਾਂ ਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਸੇਵਾ ਕਰੀਏ। ਤਾਂ ਡਾਕਟਰੀ ਪੇਸ਼ੇ ਨਾਲੋਂ ਵਧੀਆ ਮੈਨੂੰ ਕੋਈ ਪੇਸ਼ਾ ਨਹੀਂ ਲੱਭਿਆ ਸੇਵਾ ਕਰਨ ਲਈ। ਮੈਂ ਡਾਕਟਰੀ ਚੂਜ਼ ਕੀਤੀ। ਮੈਂ 1 ਸਾਲ ਇੰਡੀਆ ਦੇ ਵਿੱਚ ਟਰਾਈ ਕੀਤਾ, ਮੈਨੂੰ ਮੈਂ ਕਰ ਨਹੀਂ ਪਾਇਆ, ਜਿਵੇਂ ਇੱਥੇ ਸੀਟ ਨਹੀਂ ਕੱਢ ਪਾਇਆ ਸਰਕਾਰੀ। ਸਾਡੇ ਪੰਜਾਬ ਦੇ ਵਿੱਚ ਬਹੁਤ ਘੱਟ ਆ ਜੀ, ਸਾਡੇ ਪੰਜਾਬ ਦੇ ਵਿੱਚ ਸਿਰਫ 450 ਤੋਂ 500 ਸਰਕਾਰੀ ਗੌਰਮੈਂਟ ਸੀਟਸ ਆ MBBS ਲਈ, ਜਿਹੜੀਆਂ ਕਿ ਬਹੁਤ ਜ਼ਿਆਦਾ ਘੱਟ ਆ। ਲੱਖਾਂ ਲੋਕ ਅਪਲਾਈ ਕਰਦੇ ਆ ਹਰ ਸਾਲ, ਐਂਡ ਉਹਦਾ ਸਕਸੈਸ ਰੇਟ ਬਹੁਤ ਡਿਫਿਕਲਟ ਹੈ ਉਹਨੂੰ ਕਰੈਕ ਕਰਨਾ। ਸੋ ਰਾਦਰ ਦੈਨ ਕਿ ਮੈਂ ਸਾਊਥ ਵਿੱਚ ਜਾ ਕੇ ਜਾਂ ਫਿਰ ਕਿਸੇ ਹੋਰ ਸਟੇਟ ਵਿੱਚ ਜਾ ਕੇ ਤੇ MBBS ਪਰਸੂ ਕਰਦਾ, ਮੈਂ ਸੋਚਿਆ ਕਿ ਕਿਉਂ ਨਾ ਮੈਂ ਕੋਈ ਅਬਰੋਡ ਟਰਾਈ ਕਰਾਂ ਕਿਸੇ ਹੋਰ ਕੰਟਰੀ ਦੇ ਵਿੱਚ, ਜਿੱਥੇ ਕਿ ਸ਼ਾਇਦ ਮੈਂ ਐਲੀਜੀਬਲ ਹੋਵਾਂ, ਤੇ ਜਿੱਥੇ ਮੈਂ ਆਪਣਾ ਜਿੰਨਾ ਮੇਰੇ ਕੋਲ ਐਲੀਜੀਬਿਲਿਟੀ ਕ੍ਰਾਈਟੇਰੀਆ ਇਸ ਵੇਲੇ ਹੈ ਮੈਂ ਪਾਸ ਕਰਕੇ ਤੇ ਉੱਥੇ MBBS ਕਰ ਸਕਾਂ। ਸੋ ਆਈ ਚੋਜ਼ ਯੂਰਪ ਦੇ ਵਿੱਚ ਇੱਕ ਦੇਸ਼ ਆ ਯੂਕਰੇਨ। ਇੰਨਾ ਕੋਈ ਅਮੀਰ ਦੇਸ਼ ਨਹੀਂ ਆ, ਇੰਨਾ ਜ਼ਿਆਦਾ ਮਸ਼ਹੂਰ ਵੀ ਨਹੀਂ ਆ ਆਪਣੇ ਇੰਡੀਆ ਦੇ ਲੋਕਾਂ ਦੇ ਵਿੱਚ, ਪਰ ਮੈਂ ਥੋੜੀ ਰਿਸਰਚ ਕੀਤੀ, ਮੈਨੂੰ ਵਧੀਆ ਲੱਗਾ। ਉੱਥੇ ਦੀ ਇੱਕ ਯੂਨੀਵਰਸਿਟੀ ਆ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ, 220 ਸਾਲ ਪੁਰਾਣੀ ਯੂਨੀਵਰਸਿਟੀ ਆ, 1810 ਦੀ ਆਈ ਥਿੰਕ, 1805 ਦੀ ਆਈ ਥਿੰਕ ਉਹਦੀ ਇਟਸ ਫਾਊਂਡਡ, ਤੇ ਬਹੁਤ ਵਧੀਆ ਯੂਨੀਵਰਸਿਟੀ ਆ। ਉੱਥੋਂ ਮੈਂ ਆਪਣੀ MBBS ਕੀਤੀ ਤੇ ਫਾਈਨਲ ਈਅਰ ਐਗਜ਼ਾਮਸ ਦੇ ਵਿੱਚ ਮੈਂ ਟੌਪ 10 ਦੇ ਵਿੱਚ ਆਇਆ ਪੂਰੇ ਆਲ ਓਵਰ, ਜਿੰਨੇ ਵੀ ਉੱਥੇ ਸਟੂਡੈਂਟ ਸੀਗੇ, ਇੰਟਰਨੈਸ਼ਨਲ ਸਟੂਡੈਂਟਸ ਕਹਿ ਸਕਦੇ ਆ।
ਕੋਈ ਵੀ, ਕਿਉਂਕਿ ਹਰ ਜਗ੍ਹਾ ਤੋਂ ਉੱਥੇ ਆਉਂਦੇ ਸੀ, ਅਫਰੀਕਾ ਕੀ, ਅਰਬ ਕੀ, UK, US, ਐਂਡ ਆਫਟਰ ਦੈਟ ਸਾਨੂੰ ਇੰਡੀਆ ਆ ਕੇ ਲਾਇਸੈਂਸਿੰਗ ਐਗਜ਼ਾਮ ਕਰਨਾ ਪੈਂਦਾ ਵਾ। ਮੈਂ ਆਪਣਾ ਲਾਇਸੈਂਸਿੰਗ ਐਗਜ਼ਾਮ ਕੀਤਾ ਹੂੰ ਐਂਡ ਫਿਰ ਮੇਰਾ ਪਲਾਨ ਬਣਿਆ ਕਿ ਮੈਂ MD ਆਪਣੀ ਬਾਹਰ ਜਾ ਕੇ ਕਰਾਂ ਫਿਰ ਦੁਬਾਰਾ। ਮੈਂ US ਦਾ ਪਲਾਨ ਬਣਾਇਆ, US MLE ਦੇ ਕੁਛ ਕੁ ਸਟੈਪਸ ਮੈਂ ਕਲੀਅਰ ਕੀਤੇ ਤੇ ਉਸ ਤੋਂ ਬਾਅਦ ਮੇਰੀ ਬਾਹਰ ਜਾਣ ਦੀ ਤਿਆਰੀ ਸੀ, ਕਿਉਂਕਿ ਸਾਨੂੰ ਇਹਦਾ ਪ੍ਰੋਸੈਸ ਬਹੁਤ ਲੰਬਾ ਹੁੰਦਾ ਆ। ਹੂੰ ਇਹਦੇ ਕਲੀਨਿਕਲ ਰੋਟੇਸ਼ਨਸ, ਰਿਸਰਚ, ਲੈਟਰ ਆਫ ਰეკਮੈਂਡੇਸ਼ਨਸ, ਬਿਲਕੁਲ। ਡਾਕਟਰਾਂ ਦੇ ਥੱਲੇ ਕੰਮ ਕਰਨਾ। US ਮੈਡੀਕਲ ਸਿਸਟਮ ਦੇ ਨਾਲ ਫੈਮਿਲੀਅਰ ਹੋਣਾ ਬਹੁਤ ਜ਼ਰੂਰੀ ਹੈ। ਹੂੰ ਸੋ ਮੈਂ ਬਾਹਰ ਜਾਣ ਦੀ ਤਦਾਦ ਤੇ ਹੀ ਸੀ ਕਿ ਮੇਰੀ ਖੁਸ਼ਕਿਸਮਤੀ ਸਮਝ ਲਓ ਜਾਂ ਫਿਰ ਮੇਰੀ ਬਦਕਿਸਮਤੀ, ਮੈਂ ਮੋਰਚੇ ਤੇ ਚਲਾ ਗਿਆ। ਹੂੰ ਹੂੰ 1 ਹਫ਼ਤੇ ਦਾ ਮੇਰਾ ਪਲਾਨ ਸੀ ਕਿ ਚਲੋ ਜਾਣ ਤੋਂ ਪਹਿਲਾਂ ਸੇਵਾ ਖੱਟ ਲਈ ਜਾਵੇ ਜਿੰਨੀ ਵੀ ਖੱਟ ਸਕਦੇ ਹਾਂ। ਹਾਂਜੀ ਡਾਕਟਰ ਸਵੈਮਾਨ ਜੀ ਦੇ ਮਾਧਿਅਮ ਦੇ ਨਾਲ ਮੈਂ ਉੱਥੇ ਗਿਆ। ਇਹ ਸਾਡੇ ਫੈਮਿਲੀ ਫਰੈਂਡ ਆ। ਹੂੰ ਮੈਂ ਖੁਦ ਤੇ ਇਹਨਾਂ ਨੂੰ ਪਹਿਲਾਂ ਕਦੀ ਮਿਲਿਆ ਨਹੀਂ ਸੀ, ਬਟ ਮੇਰੀ ਫੈਮਿਲੀ ਦੇ ਨਾਲ ਰੂਬਰੂ ਹੋਇਆ ਇਹ ਕਾਫੀ ਵਾਰ। ਠੀਕ ਇੰਡੀਆ ਦੇ ਵਿੱਚ ਕੈਂਪਸ ਵੀ ਲਾਉਂਦੇ ਰਹੇ ਆ ਤੇ ਮੈਂ ਕੁਛ 2016-17 ਤੋਂ ਇਹਨਾਂ ਨੂੰ ਫੇਸਬੁੱਕ ਤੇ ਫੋਲੋ ਵੀ ਕਰਦਾ ਸੀ। ਹੂੰ ਐਂਡ ਜਦੋਂ ਮੈਂ ਉੱਥੇ ਗਿਆ ਤੇ ਬਹੁਤ ਜ਼ਿਆਦਾ ਪਿਆਰ ਪੈ ਗਿਆ 1 ਹਫ਼ਤੇ ਦੇ ਵਿੱਚ ਹੀ। ਹੂੰ ਇਹਨਾਂ ਨੇ ਮੈਨੂੰ ਕਿਹਾ ਤੂੰ 1 ਹਫ਼ਤਾ ਹੋਰ ਰੁਕ। ਉਸ ਤੋਂ ਫਿਰ ਮਹੀਨਾ, ਫਿਰ 2 ਮਹੀਨੇ, ਫਿਰ ਜਿਵੇਂ ਜਿਵੇਂ ਮੈਂ ਇੰਡਲਜਡ ਹੁੰਦਾ ਗਿਆ, ਇਨਵੋਲਵਡ ਹੁੰਦਾ ਗਿਆ ਧਰਨੇ ਦੇ ਨਾਲ ਨਾਲ, ਹੂੰ ਮੈਨੂੰ ਲੱਗਾ ਕਿ ਇਸ ਟਾਈਮ ਰਾਈਟ ਨਾਓ ਇਹ ਜ਼ਿਆਦਾ ਇੰਪੋਰਟੈਂਟ ਹੈ ਰਾਦਰ ਦੈਨ ਕਿ ਮੈਂ ਆਪਣੇ ਕਰੀਅਰ ਦਾ ਸੋਚਾਂ ਹੂੰ ਕਿ ਮੇਰਾ ਕਰੀਅਰ ਕੈਨ ਵੇਟ। ਪਰ ਇਹ ਮੌਕਾ ਜਿਹੜਾ ਹੁਣ ਮੈਨੂੰ ਮਿਲਿਆ ਵਾ, ਇਹ ਮੈਨੂੰ ਮੌਕਾ ਮਿਲਿਆ ਆ ਕਿ ਮੈਂ ਆਪਣੇ ਦਾਦੇ ਪੜਦਾਦੇ ਦੇ ਰਾਹਾਂ ਤੇ ਤੁਰ ਸਕਾਂ। ਹੂੰ ਸੋ ਸ਼ਾਇਦ ਮੈਨੂੰ ਫਿਰ ਕਦੀ ਨਾ ਮਿਲੇ, ਤਾਂ ਮੈਂ ਕੰਟੀਨਿਊ ਕਰਨ ਦੀ ਸੋਚੀ। ਐਂਡ ਫਿਰ ਉੱਥੇ ਕਰਦਿਆਂ ਕਰਦਿਆਂ ਸਾਲ ਨਿਕਲ ਗਿਆ ਜੀ। ਮੋਰਚੇ ਦੇ ਵਿੱਚ ਜਿਵੇਂ ਬੇਬੇ ਬਾਪੂ ਬਜ਼ੁਰਗਾਂ ਦੀ ਸੇਵਾ ਕਰਕੇ ਮੈਨੂੰ ਲੱਗਾ ਕਿ ਪੈਸੇ ਤੇ ਕਮਾਏ ਜਾ ਸਕਦੇ ਆ, ਪਰ ਇਹ ਨਹੀਂ ਕਮਾਇਆ ਜਾ ਸਕਦਾ। ਹੂੰ ਸੋ ਨਾਓ ਵੀ ਆਰ ਹੇਅਰ। ਜਦੋਂ ਮੋਰਚਾ ਖਤਮ ਵੀ ਹੋ ਗਿਆ, ਮੈਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਤੂੰ ਹੁਣ ਨਾ ਜਾ। ਉਦੋਂ ਤੱਕ ਵੈਸੇ ਵੀ ਮੇਰਾ ਪਲਾਨ ਡ੍ਰੌਪ ਹੋ ਹੀ ਚੁੱਕਿਆ ਸੀ। ਮੇਰੀਆਂ ਪ੍ਰਾਇੋਰਟੀਜ਼ ਚੇਂਜ ਹੋ ਚੁੱਕੀਆਂ ਸੀ, ਕਿਉਂਕਿ 1 ਸਾਲ ਮੈਂ ਡਾਕਟਰ ਸਾਹਿਬ ਨਾਲ ਰਿਹਾ ਤੇ ਹਾਂਜੀ ਉਹਨਾਂ ਨੂੰ ਮੈਂ ਦੇਖਿਆ ਕਿ ਮੈਂ ਸ਼ੁਰੂ ਤੋਂ ਇਹੀ ਸੋਚਿਆ ਸੀ ਕਿ ਮੈਂ ਕਿਸੇ ਵਧੀਆ ਅਮੀਰ ਕੰਟਰੀ ਵਿੱਚ ਜਾਊਂਗਾ, ਡਿਵੈਲਪਡ ਕੰਟਰੀ ਵਿੱਚ ਜਾਊਂਗਾ, ਮੈਂ ਉੱਥੇ ਪੈਸੇ ਕਮਾਊਂਗਾ ਦੱਬ ਕੇ 10 ਸਾਲ, 15 ਸਾਲ, 20 ਸਾਲ, ਤੇ ਫਿਰ ਮੈਂ ਵਾਪਸ ਆ ਕੇ ਕੁਛ ਕਰੂੰਗਾ ਪੰਜਾਬ ਲਈ, ਕਿਉਂਕਿ ਫਿਰ ਮੈਂ ਕਰ ਸਕਦਾ ਕੁਛ, ਰਾਈਟ। ਫਿਰ ਮੇਰੇ ਲਈ ਸੌਖਾ ਆ ਆਪਣੇ ਲੋਕਾਂ ਤੇ, ਜਦੋਂ ਮੇਰੇ ਕੋਲ ਪੈਸੇ ਹੋਣਗੇ ਖਰਚਣ ਲਈ, ਤੇ ਮੈਂ ਈਜ਼ੀਲੀ ਆਪਣੇ ਪਿੰਡ ਦੀ, ਆਪਣੇ ਹਲਕੇ ਦੀ ਜਾਂ ਫਿਰ ਪੰਜਾਬ ਦੀ ਮੈਂ ਡਿਵੈਲਪਮੈਂਟ ਕਰ ਸਕਦਾ। ਹਾਂਜੀ ਤੇ ਪਰ ਮੈਨੂੰ ਡਾਕਟਰ ਸਵੈਮਨ ਜੀ ਨੇ ਮੈਨੂੰ ਇਨਕਰੇਜ ਕੀਤਾ ਕਿ ਇਹ ਤੂੰ ਹੁਣ ਵੀ ਕਰ ਸਕਦਾ ਆ। ਇਟਸ ਨਾਟ ਇੰਪੋਰਟੈਂਟ ਕਿ ਪੈਸੇ ਹੋਣ, ਨੀਤ ਹੋਣੀ ਚਾਹੀਦੀ ਆ। ਸੋ ਕਾਫੀ ਮੈਨੂੰ ਆਲਮੋਸਟ ਆਲਰੇਡੀ ਮੇਰਾ ਮੋਰਚੇ ਦੇ ਵਿੱਚ ਮੇਰੀਆਂ ਪ੍ਰਾਇੋਰਟੀਜ਼ ਚੇਂਜ ਹੋ ਹੀ ਗਈਆਂ ਸੀ, ਹੂੰ ਪਰ ਮੈਨੂੰ ਇੱਕ ਹੋਰ ਰਸਤਾ ਮਿਲਿਆ ਕਿ ਇਸ ਰਸਤੇ ਦੇ ਨਾਲ ਮੈਂ ਹਲਕੇ ਦਾ ਸਵਾਰ ਸਕਦਾ ਹਾਂ। ਤਰਨਤਾਰਨ ਸਾਹਿਬ ਦਾ ਖਾਸ ਕਰਕੇ, ਪੰਜਾਬ ਦੀ ਤੇ ਚਲੋ ਓਵਰਆਲ SSM ਨੇ ਜ਼ਿੰਮੇਵਾਰੀ ਚੁੱਕੀ ਆ, ਹੂੰ ਪਰ ਮੈਨੂੰ ਉਹਨਾਂ ਨੇ ਮੇਰੀ ਸੇਵਾ ਵੇਖ ਕੇ ਤੇ ਹਲਕਾ ਤਰਨਤਾਰਨ ਸਾਹਿਬ ਦੀ ਸੇਵਾ ਦਿੱਤੀ। ਸੋ ਅੱਜ ਆਪਾਂ ਇੱਥੇ ਆ, ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ। ਬਿਲਕੁਲ। ਜਿਹੜੀ ਤੁਸੀਂ ਗੱਲ ਕੀਤੀ ਪ੍ਰਾਇੋਰਟੀਜ਼ ਦੀ, ਖਾਸ ਕਰਕੇ ਇਸ ਉਮਰ ਵਿੱਚ, ਜਿਹੜੀ ਤੁਹਾਡੀ ਉਮਰ ਆ, ਇਹਨੂੰ ਨਿਆਣੀ ਉਮਰ ਹੀ ਮੰਨਦੇ ਆ ਬਹੁਤੇ ਵੀ ਹਾਲੇ ਨਿਆਣੀ ਉਮਰ ਆ, ਬਿਲਕੁਲ ਜੀ। ਤੇ ਪ੍ਰਾਇੋਰਟੀਜ਼ ਟੋਟਲੀ ਡਿਫਰੈਂਟ ਹੁੰਦੀਆਂ। ਪ੍ਰਾਇੋਰਟੀਜ਼, ਪਹਿਲੀ ਪ੍ਰਾਇੋਰਟੀ ਇਹ ਹੁੰਦੀ ਆ ਕਿ ਮੈਂ ਆਪਣਾ ਕੈਰੀਅਰ ਕਿਵੇਂ ਸੈੱਟ ਕਰਨਾ। ਦੂਸਰੀ ਪ੍ਰਾਇੋਰਟੀ ਇਹ ਹੁੰਦੀ ਆ ਕਿ ਮੈਨੂੰ ਚੰਗੀ ਕੋਈ ਕੁੜੀ ਮਿਲ ਜਾਵੇ, ਗਰਲਫ੍ਰੈਂਡ ਜਾਂ ਵਾਈਫ ਜਿਹੜੀ ਬਾਅਦ 'ਚ ਬਣ ਜਾਵੇ ਤੇ ਲਾਈਫ ਸਟਾਰਟ ਕਰ ਲਈਏ। ਇਹ ਪ੍ਰਾਇੋਰਟੀਜ਼ ਹੁੰਦੀਆਂ ਆਮ 25-26 ਸਾਲ ਦੀ ਉਮਰ ਦੇ ਵਿੱਚ। ਧਿਆਨ ਸਾਰਾ ਉੱਧਰ ਨੂੰ ਹੀ ਹੁੰਦਾ ਆ। ਬਹੁਤ ਘੱਟ ਕੋਈ ਕਿਸਮਤ ਵਾਲਾ ਹੋਊਗਾ ਜਿਹਦਾ ਧਿਆਨ ਇੱਧਰ ਨੂੰ ਹੋਊਗਾ। ਸੋ ਜਦੋਂ ਆਪਾਂ ਪ੍ਰਾਇੋਰਟੀਆਂ ਦੀ ਗੱਲ ਕਰਦੇ ਹਾਂ, ਉਹਦੇ 'ਚੋਂ ਇੱਕ ਸਵਾਲ ਨਿਕਲ ਕੇ ਆਉਂਦਾ, ਸੇਵਾ ਦੀ ਤੁਸੀਂ ਗੱਲ ਕੀਤੀ। ਦੇਖੋ, ਡਾਕਟਰੀ ਜਿਹੜਾ ਪੇਸ਼ਾ ਆ ਉਹ ਸਭ ਤੋਂ ਵੱਡੀ ਸੇਵਾ ਆ। ਮੇਰਾ ਮੰਨਣਾ ਉਸ ਤੋਂ ਵੱਡੀ ਸੇਵਾ ਨਹੀਂ ਹੋ ਸਕਦੀ। ਉਸੇ ਸੇਵਾ ਵਿੱਚੋਂ ਸਾਰਾ ਕੁਛ ਆ ਤੁਹਾਡਾ ਨਿਕਲ ਕੇ ਆਇਆ। ਡਾਕਟਰ ਸਵੈਮਾਨ ਨਾਲ ਗੱਲ ਹੁੰਦੀ ਰਹਿੰਦੀ ਆ, ਹਾਲੇ ਕੱਲ੍ਹ ਵੀ ਹੋਈ ਸੀ। ਉਹਨਾਂ ਨੂੰ ਸਲੂਟ ਆ ਵੀ ਮੈਂ ਉਹਨਾਂ ਨੂੰ ਵੀ ਕਿਹਾ ਵੀ ਭਾਈ, ਕਈ ਲੋਕੀ ਜਿਹੜੇ ਨੈਗੇਟਿਵ ਲਿਖਦੇ ਆ ਉਹਨਾਂ ਬਾਰੇ ਵੀ ਉਹ ਸਰਕਾਰ ਦਾ ਬਣਾਇਆ ਹੋਇਆ ਬੰਦਾ, BJP ਦਾ, ਕਈ ਕੁਛ ਉੱਥੇ ਸੋਸ਼ਲ ਮੀਡੀਆ 'ਤੇ ਲਿਖਿਆ ਜਾਂਦਾ। ਮੈਂ ਕੱਲ੍ਹ ਵੀ ਇੱਕ ਗਰੁੱਪ 'ਚ ਗੱਲ ਕਰ ਰਿਹਾ ਸੀ ਵੀ ਮੇਰਾ ਸਾਰਾ ਕੁਛ ਇੱਥੇ ਸੈਟਲਡ ਆ, ਵੈਲ ਸੈਟਲਡ ਬਿਜ਼ਨਸ ਆ ਅਮਰੀਕਾ ਦੇ ਵਿੱਚ। ਮੈਂ ਇੱਥੋਂ ਜਾ ਕੇ ਇੰਡੀਆ ਸਾਲ ਵੀ ਰਹਾਂ, ਮੇਰੀ ਇਨਕਮ ਨੂੰ ਕੋਈ ਫਰਕ ਨਹੀਂ ਪੈਣਾ। ਮੇਰੀ ਉਨੀ ਹੀ ਇਨਕਮ ਆਉਂਦੀ ਰਹਿਣੀ ਸਟੋਰਾਂ ਤੋਂ, ਨਾ
ਮੈਂ ਜਾਂਦਾ ਉੱਥੇ ਸਟੋਰ ਤੇ EMPLOYEES ਸਿਰ ਤੇ ਚੱਲਦੇ, ਪਰ ਡਾਕਟਰ ਸਵੈਮਾਨ ਜਿਹੜਾ ਆਪਣੀ ਫੈਲੋਸ਼ਿਪ ਛੱਡ ਕੇ ਉੱਥੇ ਗਿਆ ਆ, ਤੇ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ, ਮੈਂ ਨਹੀਂ ਕਰ ਸਕਦਾ, ਇਹ ਮੇਰੀ ਵੀਕਨੈਸ ਸਮਝ ਲਓ ਜਾਂ ਕੁਝ ਵੀ ਮੇਰੀ ਕਮਜ਼ੋਰੀ ਸਮਝ ਲਓ, ਜੋ ਵੀ ਸਮਝ ਲਓ, ਮੈਂ ਨਹੀਂ ਕਰ ਸਕਦਾ। ਕਿਸਮਤ ਵਾਲੇ ਹੁੰਦੇ ਆ ਉਹ ਬੰਦੇ ਜਿਹੜੇ ਇਹ ਸਟੈਪ ਲੈਂਦੇ ਆ। ਤੁਸੀਂ ਇਹ ਦੱਸੋ ਕਿ ਤੁਸੀਂ ਇਹ ਕਿਸ ਟਾਈਮ ਦੇ ਉੱਤੇ ਤੁਹਾਨੂੰ ਕਲਿੱਕ ਕੀਤਾ, ਕਦੋਂ ਤੇ ਸੋਚਿਆ ਵੀ ਹਾਂ ਵਾਕਈ ਚਲੋ ਛੱਡੋ ਜਿਹੜੇ ਮੇਰੇ ਪੁਰਾਣੇ ਸੋਚਾਂ ਸੀਗੀਆਂ, ਜਿਹੜੇ ਮੇਰੇ ਪੁਰਾਣੇ ਮੈਂ ਸੋਚਿਆ ਸੀ ਮੈਂ ਇੱਦਾਂ ਕਰੂੰਗਾ, ਅਮਰੀਕਾ ਜਾਊਂਗਾ, ਉੱਥੇ ਪੈਸਾ ਕਮਾਊਂਗਾ, ਵਧੀਆ ਵਾਈਫ ਹੋਊਗੀ, ਫਿਰ ਲਾਈਫ ਸੈਟਲ ਕਰੂੰਗਾ, ਉਹ ਕਦੋਂ ਕੁ ਚੇਂਜ ਹੋਈਆਂ ਤੇ ਕਿੱਦਾਂ ਚੇਂਜ ਹੋਈਆਂ? ਵਾਈ ਪੋਲਿਟਿਕਸ ਹੀ ਕਿਉਂ ਆਏ ਤੁਸੀਂ? ਇਹਦੇ ਬਾਰੇ ਜ਼ਰੂਰ ਦੱਸੋ। ਇਹ ਸਭ ਕੁਝ ਹੌਲੀ ਹੌਲੀ ਹੋਇਆ ਜੀ। ਇੰਸਟੈਂਟਲੀ ਮੈਂ ਨਹੀਂ ਕਹਿ ਸਕਦਾ ਕਿ ਕੋਈ ਇੱਕ ਮੂਵਮੈਂਟ ਸੀ। ਥਰੂ ਆਊਟ ਮੋਰਚਾ, ਥਰੂ ਆਊਟ ਉਹ 1 ਸਾਲ ਬਹੁਤ ਕੁਝ ਹੋਇਆ ਉੱਥੇ, ਬਹੁਤ ਕੁਝ ਦੇਖਿਆ, ਬੜਾ ਡੀਟੇਲਡ ਕੰਮ, ਕਿਉਂਕਿ ਇੱਕ ਦਿਨ ਦੇ ਵਿੱਚ ਹੀ ਕਿੰਨੀਆਂ ਚੀਜ਼ਾਂ ਹੋ ਜਾਂਦੀਆਂ ਸੀ 24 ਘੰਟਿਆਂ ਦੇ ਵਿੱਚ, ਤੇ ਅਸੀਂ ਤੇ ਉੱਥੇ 380 ਕੁ ਦਿਨ ਦੇ ਕਰੀਬ ਉੱਥੇ ਰਹੇ ਹਾਂ। ਬੜੇ ਲੋਕਾਂ ਦੇ ਦਰਦ ਵੇਖੇ, ਇਹੋ ਜਿਹੀਆਂ ਮਜਬੂਰੀਆਂ ਦੇਖੀਆਂ। ਲੋਕਾਂ ਨੇ ਮੋਰਚੇ ਵਿੱਚ ਰਹਿ ਕੇ ਕੁਛ ਬਜ਼ੁਰਗ ਬੀਬੀਆਂ ਨੇ ਆਪਣਾ ਘਰ ਵਾਲਾ ਵੀ ਗਵਾਤਾ, ਆਪਣਾ ਪੁੱਤ ਵੀ ਗਵਾਤਾ, ਸਿਰਫ ਕੱਲੀਆਂ ਰਹਿ ਗਈਆਂ। ਕੁਛ ਲੋਕਾਂ ਦੇ ਸਿਰਫ ਇਕਲੌਤੇ ਪੁੱਤ ਸੀ, ਉਹ ਵੀ ਪਿੱਛੋਂ ਨਹੀਂ ਰਹੇ। ਕੁਛ ਲੋਕ ਆਪਣਾ ਸਾਰਾ ਕੁਝ ਛੱਡ ਕੇ 1 ਸਾਲ ਮੋਰਚੇ ਤੇ ਬੈਠੇ ਰਹੇ। ਲੋਕਾਂ ਦੇ ਕੁਛ ਇੰਨੇ ਗਰੀਬ ਸੀ ਕਿ ਉਹਨਾਂ ਦੇ 6-6 ਮਹੀਨੇ ਪੁਰਾਣੀਆਂ ਸੱਟਾਂ ਲੱਗੀਆਂ ਜਿਨ੍ਹਾਂ ਦਾ ਉਹ ਇਲਾਜ ਨਹੀਂ ਕਰਾ ਪਾਏ। ਲੋਕ ਕੁਛ ਇੰਨੇ ਜ਼ਿਆਦਾ ਗਰੀਬ ਸੀ, ਫਿਰ ਵੀ ਉਹਨਾਂ ਨੂੰ ਦਵਾਈਆਂ ਦੀ ਪੰਡ ਡਾਕਟਰਾਂ ਨੇ ਇੱਥੇ ਬੰਨ੍ਹ ਦਿੱਤੀ ਸੀ, ਜਿਹੜੇ ਆਪਣੇ ਇਹ ਵੀ ਕੁਛ ਹੋਣਗੇ, ਕੁਛ ਲਾਲਚੀ ਡਾਕਟਰ, ਸਾਰੇ ਨਹੀਂ, ਕੁਛ 2-4%। ਇਹ ਸਾਰਾ ਕੁਝ ਦੇਖ ਕੇ ਮੈਨੂੰ ਲੱਗਾ ਕਿ ਨਹੀਂ, ਪੰਜਾਬ ਇੱਕ ਸਹੀ ਰਾਹ ਤੇ ਨਹੀਂ ਆ, ਇੰਡੀਆ ਇੱਕ ਸਹੀ ਰਾਹ ਤੇ ਨਹੀਂ ਆ। ਸਾਡਾ ਇੱਕ ਨਾਰਾ ਆ ਜੀ, ਸਾਡੀ 5 ਰਿਵਰਸ ਹਾਰਟ ਐਸੋਸੀਏਸ਼ਨ ਦਾ, ਜੇ ਡਾਕਟਰ ਸਵੈਮਾਨ ਜੀ ਜਿਨ੍ਹਾਂ ਦੇ ਫਾਊਂਡਰ ਆ, ਪ੍ਰੈਜ਼ੀਡੈਂਟ ਆ, ਕਿ ਇਫ ਨਾਟ ਨਾਓ ਦੈਨ ਵੈਨ, ਇਫ ਨਾਟ ਅਸ ਦੈਨ ਹੂ। ਇਹ ਨਾਰਾ ਸਾਡੇ ਵਿੱਚ ਇੰਨਾ ਕੁ ਜ਼ਿਆਦਾ ਬਹਿ ਗਿਆ, ਮੇਰੇ ਵਿੱਚ ਹੀ ਨਹੀਂ, ਜਿੰਨੇ ਮੇਰੇ ਨਾਲ ਮੁੰਡੇ ਸੀ, ਭਾਵੇਂ ਉਹ ਮੁੰਡੇ ਸੀ, ਕੁੜੀਆਂ ਸੀ, ਡਾਕਟਰ ਸੀ, ਭਾਵੇਂ ਨਹੀਂ ਸੀ, ਕੁਛ ਵੀ। ਸੋ ਕਿਤੇ ਨਾ ਕਿਤੇ ਰੋਜ਼ ਦੀ ਰੋਜ਼ ਸੁਣ ਕੇ, ਇਹਨੂੰ ਧਾਰ ਕੇ ਮਨ ਦੇ ਵਿੱਚ ਅਸੀਂ ਸੇਵਾ ਕਰਦੇ ਰਹੇ, ਸਾਨੂੰ ਬਲ ਮਿਲਦਾ ਰਿਹਾ। ਅਸੀਂ ਕਦੀ ਲੋ ਮੂਵਮੈਂਟਸ ਵੀ ਆਈਆਂ, ਕਦੀ ਵਧੀਆ ਮੂਵਮੈਂਟਸ ਵੀ ਆਈਆਂ। ਇੰਨਾ ਔਖਾ ਨਹੀਂ ਲੱਗਾ ਧਰਨੇ ਵਿੱਚ ਰਹਿਣਾ, ਕਿਉਂਕਿ ਪਰਿਵਾਰ ਬਣ ਗਿਆ ਸੀ, ਘਰ ਬਣ ਗਿਆ ਸੀ। ਬਟ ਥਰੂ ਆਊਟ ਧਰਨਾ ਹੀ ਇਹ ਸਭ ਚੇਂਜ ਹੋ ਗਿਆ ਜੀ। ਮੈਨੂੰ ਲੱਗਾ ਕਿ ਇੱਥੇ ਰਹਿ ਕੇ ਕੁਝ ਕਰਨਾ ਚਾਹੀਦਾ ਵਾ, ਰਾਦਰ ਦਿਨ ਬਾਹਰ ਜਾ ਕੇ। ਫੈਮਿਲੀ ਵਧੀਆ ਆ, ਸੈੱਟ ਆ, ਇੰਨਾ ਕੁਛ ਹੈ ਨਹੀਂ ਕਿ ਘਰੇ ਕਮਾ ਕੇ ਦੇਣ ਦੀ ਅਜੇ ਲੋੜ ਆ। ਘਰ ਦੇ ਵੀ ਕਹਿੰਦੇ, ਪੁੱਤ ਤੂੰ ਕਿ ਜੇ ਤੈਨੂੰ ਇੰਨੀ ਕਿ ਵਾਹਿਗੁਰੂ ਨੇ ਤੇਰਾ ਸੋਚਿਆ ਆ ਕਿ ਤੂੰ ਇਸ ਕਾਬਿਲ ਹੈਗਾ ਆ, ਜੇ ਉਹਨਾਂ ਨੇ ਤੇਰੀ ਜਿੱਥੇ ਸੇਵਾ ਲਾਉਣੀ ਆ ਉੱਥੇ ਤੇਰੀ ਸੇਵਾ ਲਾ ਹੀ ਦੇਣੀ ਆ, ਤੇ ਤੂੰ ਬਸ ਉਹਨੂੰ ਸਿਰ ਮੱਥੇ ਲੈ ਕੇ ਆਪਣਾ ਕੰਮ ਕਰ। ਪੋਲਿਟਿਕਸ ਦੇ ਵਿੱਚ ਮੇਰਾ ਕਿਉਂ ਮਨ ਬਣਿਆ? ਕਿਉਂਕਿ ਜਦੋਂ ਅਸੀਂ ਟੀਕਰੀ ਬਾਰਡਰ ਤੇ ਸੀ ਸਰ, ਉੱਥੇ ਸਾਨੂੰ ਬਹੁਤ ਸਾਰੇ ਇਹੋ ਜਿਹੇ ਕੰਮ ਸੀ ਜਿਹੜੇ ਕਿ ਸਾਨੂੰ ਲੱਗਦਾ ਸੀ ਕਿ ਅਸੀਂ ਸਰਕਾਰ ਤੋਂ ਹੈਲਪ ਲੈ ਸਕਦੇ ਹਾਂ, ਕਿਉਂਕਿ ਅਸੀਂ ਦੇਸ਼ ਦੀ ਜਨਤਾ ਆ, ਅਸੀਂ ਪਬਲਿਕ ਆ, ਅਸੀਂ ਵੋਟਰ ਆ, ਸਾਡਾ ਹੱਕ ਬਣਦਾ ਆ। ਅਸੀਂ ਕਿਉਂਕਿ ਜਿੱਦਾਂ ਵੀ ਇਹਨਾਂ ਨੇ ਅੱਤਵਾਦੀ ਕਹਿਤਾ, ਜਿਸ ਤਰ੍ਹਾਂ ਮਰਜ਼ੀ ਕਹਿਤਾ, ਕੁਛ ਵੀ ਕਹਿਤਾ, ਬਟ ਹੈ ਤੇ ਅਸੀਂ ਇਹਨਾਂ ਦੇ ਲੋਕ। ਬਿਲਕੁਲ। ਆਪਾਂ ਜੇ ਇੱਕ ਪਰਿਵਾਰ ਦੇ ਮੈਂਬਰ ਆ, ਜੇ ਕੋਈ ਸਾਨੂੰ ਪਰਿਵਾਰ ਦਾ, ਸਾਡਾ ਪੁੱਤ, ਸਾਡੀ ਧੀ ਜਾਂ ਫਿਰ ਕੋਈ ਬੰਦਾ ਨਹੀਂ ਸਾਨੂੰ ਚੰਗਾ ਲੱਗਦਾ, ਤੇ ਰਹਿੰਦਾ ਤੇ ਉਹ ਆਪਣੇ ਪਰਿਵਾਰ ਦਾ ਮੈਂਬਰ ਹੀ ਆ। ਸੋ ਮੈਨੂੰ ਲੱਗਾ ਕਿ ਇਹ ਸਰਕਾਰਾਂ ਸਾਡਾ ਹੀ ਹੈਲਪ ਕਰਨਗੀਆਂ। ਜੇ ਇੱਕ ਨਹੀਂ, ਜਿੰਨੇ ਆਪਾਂ ਨੂੰ ਕਾਲੇ ਕਾਨੂੰਨਾਂ ਵਿੱਚ ਜੇ ਧੱਕਤਾ, ਤੇ ਸ਼ਾਇਦ ਅਸੀਂ ਜਿਹਦੇ ਕੋਲ ਚੱਲੇ ਆ, ਦਿੱਲੀ ਮੋਰਚੇ ਦੇ ਵਿੱਚ ਜਿਹੜੀ ਸਰਕਾਰ ਦੇ ਕੋਲ ਚੱਲੇ ਆ, ਉਹ ਸਰਕਾਰ ਸਾਡੇ NRI ਵੀਰਾਂ ਨੇ, ਸਾਡੇ ਪੰਜਾਬ ਦੇ ਵੀਰਾਂ ਨੇ ਖੜੀ ਕੀਤੀ ਆ, ਤੇ ਸ਼ਾਇਦ ਉਹ ਸਾਡਾ ਸਾਥ ਦਊਗੀ, ਕਿਉਂਕਿ ਉਹ ਇੱਕ ਬਦਲਾਵ ਦੀ ਆਵਾਜ਼ ਵਰਤ ਕੇ ਉਸਨੇ ਆਪਣੇ ਲੋਕਾਂ ਦਾ ਭਰੋਸਾ ਜਿੱਤਿਆ। ਪਰ ਉਹਨੇ ਵੀ ਸਾਨੂੰ ਨਕਾਰਤਾ। ਸਾਡੀ ਪੰਜਾਬ ਦੀ ਸਰਕਾਰ ਨੇ, ਜਾਂ ਫਿਰ ਜਿਹੜੀ ਬੜੀ ਪੁਰਾਣੀ ਸਾਡੇ ਧਰਮ ਨੂੰ ਯੂਜ਼ ਕਰਕੇ ਜਿਹੜੀ ਇੱਕ ਸਰਕਾਰ ਬਣੀ ਆ, ਇਹਨਾਂ ਸਾਰਿਆਂ ਨੂੰ ਅਸੀਂ ਬਹੁਤ ਤਰਲੇ ਮਾਰੇ, ਬਹੁਤ ਮਿੰਨਤਾਂ ਕੀਤੀਆਂ ਕਿ ਤੁਹਾਨੂੰ ਲੋਕਾਂ ਨੇ ਚੁਣਿਆ ਆ, ਕਿ ਲੋਕਾਂ ਨੂੰ ਜਿੱਥੇ ਵੀ ਕਿਤੇ ਪ੍ਰੋਬਲਮ ਆਉਂਦੀ ਆ,
ਤੇ ਤੁਸੀਂ ਲੋਕਾਂ ਦੀ ਆਵਾਜ਼ ਬਣੋ। ਤੁਸੀਂ ਪਾਰਲੀਮੈਂਟ ਵਿੱਚ ਜਾਓ, ਲੋਕ ਸਭਾ, ਰਾਜ ਸਭਾ ਵਿੱਚ ਜਾਓ, ਉੱਥੇ ਜਾ ਕੇ ਲੋਕਾਂ ਦੇ ਵਿਊ ਪੁਆਇੰਟ ਅੱਗੇ ਰੱਖੋ, ਇਹਨਾਂ ਲਈ ਲੜੋ। ਕਿਉਂਕਿ ਤੁਸੀਂ ਸਰਕਾਰ ਦੇ ਬੰਦੇ ਨਹੀਂ, ਤੁਸੀਂ ਲੋਕਾਂ ਦੇ ਬੰਦੇ ਹੋ। ਬਿਲਕੁਲ। ਇਹਨਾਂ ਨੇ ਸਾਡਾ ਸਾਥ ਕੀ ਦੇਣਾ ਜੀ, ਇਹਨਾਂ ਨੇ ਸਾਡਾ ਵਿਰੋਧ ਕੀਤਾ। ਹਰ ਇੱਕ ਸਰਕਾਰ ਨੇ, ਇਹ ਚਾਰੇ ਦੀਆਂ ਚਾਰੇ ਪਾਰਟੀਆਂ ਨੇ। ਜਿਹੜੀ ਦਿੱਲੀ ਗਵਰਨਮੈਂਟ ਆ, ਅਸੀਂ ਉਹਨਾਂ ਨੂੰ ਤਰਲੇ ਮਿੰਨਤਾਂ ਕਰਦੇ ਰਹੇ ਕਿਉਂਕਿ ਸਾਡੀ ਟੀਕਰੀ ਸਟੇਜ ਦੇ ਅੰਡਰ ਆਉਂਦੀ ਸੀ, ਦਿੱਲੀ ਕਨਸਟੀਚੁਐਂਸੀ ਦੇ ਅੰਡਰ ਆਉਂਦੀ ਸੀ। ਹਰਿਆਣਾ ਗਵਰਨਮੈਂਟ ਤੋਂ ਤੇ ਸਾਨੂੰ ਕੋਈ ਉਮੀਦ ਹੀ ਨਹੀਂ ਕਿਉਂਕਿ ਉਹ ਬੀਜੇਪੀ ਸਰਕਾਰ ਦੇ ਅੰਡਰ ਸੀ। ਦਿੱਲੀ ਵਾਲੀ ਤੋਂ ਸਾਨੂੰ ਉਮੀਦ ਸੀ। ਅਸੀਂ ਇਹਨਾਂ ਨੂੰ ਬਹੁਤ ਕਿਹਾ, ਸਾਡੀਆਂ ਬਜ਼ੁਰਗ ਬੀਬੀਆਂ ਆ, ਬਾਬੇ ਆ, ਇਹਨਾਂ ਨੂੰ ਸਾਫ਼ ਪਾਣੀ ਦੇ ਦਿਓ, ਕਿਉਂਕਿ ਜੇ ਅਸੀਂ ਪਾਣੀ ਦਾ ਪ੍ਰਬੰਧ ਕਰ ਵੀ ਲਈਏ, we can bring packaged water, that's all what we can do। ਉਹਦੇ ਨਾਲ ਪਲਾਸਟਿਕ ਬਹੁਤ ਖਰਾਬ ਹੁੰਦੀ ਆ, ਜਗ੍ਹਾ ਜਗ੍ਹਾ ਤੇ ਛੋਟੀਆਂ ਬੋਤਲਾਂ, ਇਹ ਉਹ, ਲੱਖਾਂ ਉੱਥੇ ਲੋਕ ਰਹਿ ਰਹੇ ਆ। ਕੋਈ ਇਹਨਾਂ ਨੇ ਉੱਥੇ ਸਿਸਟਮ, ਕੋਈ ਸਫਾਈ ਵਾਲਾ ਸਿਸਟਮ ਨਹੀਂ ਸੀ। ਜਿੰਨੀਆਂ ਸਰਵਿਸਿਜ਼ ਸੀ ਇਹਨਾਂ ਨੇ ਬੰਦ ਕਰ ਦਿੱਤੀਆਂ, ਮੋਰਚੇ ਤੱਕ ਪਹੁੰਚਾਉਣੀਆਂ ਬੰਦ ਕਰ ਦਿੱਤੀਆਂ। ਆਈ ਡੋਨਟ ਨੋ ਵਾਈ, ਮੇ ਬੀ ਤੰਗ ਕਰਨ ਲਈ ਕਿ ਤੰਗ ਹੋ ਕੇ ਆਪੇ ਉੱਠ ਜਾਣਗੇ ਸ਼ਾਇਦ, ਤਾਂ ਕਰਕੇ। ਸੋ ਸਾਡਾ ਸੀ ਕਿ ਸਾਨੂੰ ਪਾਣੀ ਅਵੇਲੇਬਲ ਕਰਵਾਓ, ਨਾਰਮਲ ਜਿਹੜਾ ਡਰਿੰਕਿੰਗ ਵਾਟਰ ਹੋਊਗਾ। ਸਾਡੇ ਲੋਕ ਵਿਚਾਰੇ ਇੱਥੇ ਪਿਆਸੇ ਆ, ਭੁੱਖੇ ਆ, ਇਹਨਾਂ ਨੂੰ ਰਹਿਣ ਲਈ ਕੋਈ ਸਹੂਲਤ ਦੇ ਦਿਓ। ਇਹਨਾਂ ਨੂੰ ਵਾਸ਼ਰੂਮਸ ਦਿਓ, ਜੋ ਸਭ ਤੋਂ ਵੱਡੀ ਪ੍ਰੋਬਲਮ ਹੈ ਆਪਣੇ ਪੰਜਾਬ ਦੀ, ਆਪਣੇ ਇੰਡੀਆ ਦੀ, ਕਿ ਵਾਸ਼ਰੂਮਸ ਦਿਓ। ਕਿਉਂਕਿ ਬੰਦੇ ਮੈਨੇਜ ਕਰ ਲੈਂਦੇ ਆ, ਪਰ ਬੀਬੀਆਂ ਵਿਚਾਰੀਆਂ ਬੇਗਾਨੀ ਥਾਂ ਤੇ ਜਾ ਕੇ, ਸੜਕਾਂ ਤੇ ਜਾ ਕੇ ਮੈਨੇਜ ਨਹੀਂ ਕਰ ਸਕਦੀਆਂ। ਉਤੋਂ ਉਹਨਾਂ ਦੇ ਵਿੱਚ ਉਤਸ਼ਾਹ ਇੰਨਾ ਹੀ ਕਿ ਉਹ ਪਿੱਛੇ ਨਹੀਂ ਸੀ ਹਟਦੀਆਂ। ਉਹ ਕਹਿੰਦੀਆਂ ਸੀ ਅਸੀਂ ਓਨੀਆਂ ਹੀ ਬੀਬੀਆਂ ਇੱਥੇ ਰਵਾਂਗੀਆਂ ਜਿੰਨੇ ਕਿ ਸਾਡੇ ਬੰਦੇ ਰਹਿਣਗੇ, ਅਸੀਂ ਉਹਨਾਂ ਤੋਂ ਘੱਟ ਨਹੀਂ। ਸੋ ਬਹੁਤ ਇਹਨਾਂ ਦੇ ਤਰਲੇ ਮਿੰਨਤਾਂ ਕੀਤੀਆਂ। ਡਾਕਟਰ ਸਵੈਮਨ ਜੀ ਨੇ ਬਹੁਤ ਇਹਨਾਂ ਦੀਆਂ ਤਰਲੇ ਮਿੰਨਤਾਂ ਕੀਤੀਆਂ ਕਿਉਂਕਿ ਉਹਨਾਂ ਕੋਲ ਫਿਰ ਵੀ ਇਹਨਾਂ ਦੇ ਥੋੜੇ ਕੰਟੈਕਟ ਸੀਗੇ, ਥੋੜੇ ਲਿੰਕ ਸੀ। ਕਿਉਂਕਿ ਇੱਕ ਉਹ ਵੀ NRI ਆ, ਉਹਨਾਂ ਨੇ ਵੀ ਮੈਨੂੰ ਦੱਸਦੇ ਰਹਿੰਦੇ ਸੀ ਕਿ ਅਸੀਂ ਕਿਵੇਂ ਇਹਨਾਂ ਨੂੰ ਫੰਡਸ ਦਿੰਦੇ ਰਹੇ ਹਾਂ ਤਾਂ ਜੋ ਇਹ ਸਾਡੇ ਲੋਕਾਂ ਦਾ ਭਲਾ ਕਰ ਸਕਣ। ਪਰ ਇਹਨਾਂ ਨੇ ਬਹੁਤ ਜ਼ਿਆਦਾ ਨਿਰਾਸ਼ ਕੀਤਾ। ਅਸੀਂ ਜਦੋਂ ਕੋਵਿਡ ਦਾ ਟਾਈਮ ਹੀ, ਹਰ ਕਿਤੇ ਵੈਕਸੀਨੇਸ਼ਨ ਡਰਾਈਵ ਚੱਲ ਰਹੀਆਂ ਸੀ, ਮਤਲਬ ਇਹ ਦਿਖਾ ਰਹੇ ਸੀ ਕਿ ਵੈਕਸੀਨੇਸ਼ਨ ਡਰਾਈਵ ਚੱਲ ਰਹੀਆਂ ਵਾ, ਵਰਲਡਸ ਲਾਰਜੈਸਟ ਵੈਕਸੀਨੇਸ਼ਨ ਡਰਾਈਵ, ਆਹ ਡਰਾਈਵ, ਉਹ ਡਰਾਈਵ। ਸਾਡੇ ਦੇਸ਼ ਦੇ ਵਿੱਚ ਵੈਕਸੀਨ ਨਹੀਂ ਲਾਉਣ ਨੂੰ। ਸਾਡੀਆਂ ਖੁਦ ਦੀਆਂ ਕੰਪਨੀਜ਼ ਆ, ਭਾਰਤ ਬਾਇਓਟੈਕ ਆ, ਜਾਂ ਫਿਰ ਇੱਕ ਹੋਰ ਆ ਸੀਰਮ ਇੰਸਟੀਚਿਊਟ ਆ, ਸਾਡੀਆਂ ਖੁਦ ਦੀਆਂ ਇਹ ਕੰਪਨੀਜ਼ ਆ ਜਿਹੜੀਆਂ ਵੈਕਸੀਨ ਬਣਾਉਂਦੀਆਂ ਵਾ ਇੰਡੀਆ ਦੀਆਂ। ਫਿਰ ਵੀ ਉਸ ਦੇ ਬਾਵਜੂਦ ਵੀ ਇੰਡੀਆ ਦੇ ਵਿੱਚ ਵੈਕਸੀਨ ਦੀ ਘਾਟ ਸੀ। ਅੰਮ੍ਰਿਤਸਰ, ਤਰਨਤਾਰਨ ਸਾਹਿਬ, ਹਰ ਕਿਤੇ ਮੈਨੂੰ ਜਿੱਥੋਂ ਵੀ ਪਤਾ ਲੱਗਦਾ ਸੀ, ਮੇਰੇ ਫਰੈਂਡਸ ਕਿਤੇ ਜੌਬ ਕਰਦੇ ਆ, ਡਾਕਟਰਸ ਆ ਕਾਫੀ, ਉਹ ਦੱਸਦੇ ਸੀ ਕਿ ਸਾਨੂੰ ਇੱਥੇ ਸਟਾਕ ਹੀ ਨਹੀਂ ਆ ਰਿਹਾ, ਜਾਂ ਫਿਰ ਜੇ ਆਉਂਦਾ ਵੀ ਆ ਤੇ ਉਹ ਮਤਲਬ ਉਹਨੂੰ ਪ੍ਰਾਇੋਰਟੀ ਬੇਸ ਤੇ ਉਹਨੂੰ ਯੂਜ਼ ਕੀਤਾ ਜਾ ਰਿਹਾ ਵਾ। ਸੋ ਅਸੀਂ ਇਹਨਾਂ ਨੂੰ ਕਿਹਾ ਕਿ ਲੱਖਾਂ ਲੋਕ ਆ ਜਿਹੜੇ ਪੰਜਾਬ ਦੇ, ਉਹ ਬਾਰਡਰ ਤੇ ਬੈਠੇ ਆ, ਹੈਗੇ ਤੇ ਉਹ ਵੀ ਇਨਸਾਨ ਆ, ਉਹਨਾਂ ਨੂੰ ਵੀ ਕਰੋਨਾ ਹੋ ਸਕਦਾ ਆ, ਦੇ ਨੀਡ ਵੈਕਸੀਨ। ਉੱਤੋਂ ਆਪਣੇ ਲੋਕ ਤਿਆਰ ਨਹੀਂ ਸੀ ਵੈਕਸੀਨ ਲਵਾਉਣ ਲਈ ਪਹਿਲਾਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਇਹ ਸਰਕਾਰਾਂ ਦੀ ਕੋਈ ਚਾਲ ਆ। ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਕਿਉਂ ਕਿਸੇ ਓਪਰੇ ਬੰਦੇ ਨੂੰ, ਜਿਨ੍ਹਾਂ ਤੇ ਸਾਨੂੰ ਭਰੋਸਾ ਨਹੀਂ, ਜਿਹੜੇ ਸਾਨੂੰ ਆਲਰੇਡੀ ਮਾਰ ਰਹੇ ਆ, ਕਿਉਂ ਅਸੀਂ ਇਹਨਾਂ ਨੂੰ ਆਪਣੇ ਸਰੀਰ ਵਿੱਚ ਕੁਝ ਇੰਜੈਕਟ ਕਰਨ ਦਈਏ। ਉਹਨਾਂ ਨੂੰ ਬਹੁਤ ਗੱਲਾਂ ਬਣਦੀਆਂ ਸੀ, ਉਹ ਤੇ ਬੜਾ ਬਹੁਤ ਘਬਰਾਏ ਸੀ, ਟੀਕਾ ਲੱਗਾ ਮਾਰ ਗਿਆ, ਇਹ ਹੋ ਗਿਆ, ਉਹ ਹੋ ਗਿਆ, ਬਹੁਤ ਗੱਲਾਂ ਬਾਹਰ ਆਈਆਂ। ਸੋ ਇਹਨਾਂ ਨੂੰ ਜਿਸ ਤਰ੍ਹਾਂ ਵੀ ਹੀ ਇੱਕ ਰਿਊਮਰਸ ਨਾਲ ਹੀ ਭਾਵੇਂ, ਪਰ ਬਹੁਤ ਲੋਕ ਡਰ ਗਏ। ਪਰ ਲੋਕਾਂ ਨੂੰ ਸਾਡੇ ਤੇ ਭਰੋਸਾ ਸੀ, ਸਾਡੀ ਐਸੋਸੀਏਸ਼ਨ ਤੇ ਭਰੋਸਾ ਸੀ, ਡਾਕਟਰ ਸਵੈਮਨ ਜੀ ਤੇ ਬਹੁਤ ਭਰੋਸਾ ਸੀ, ਟਿਕਰੀ ਬਾਰਡਰ ਵਾਲਿਆਂ ਨੂੰ, ਸਿੰਘੂ ਬਾਰਡਰ ਵਾਲਿਆਂ ਨੂੰ, ਕੁੰਡਲੀ ਬਾਰਡਰ ਵਾਲਿਆਂ ਨੂੰ, ਹਰ ਇੱਕ ਨੂੰ। ਕਿਉਂਕਿ ਸਾਡੀ ਜਿਹੜੀ ਸੰਸਥਾ ਸੀ ਉਹ ਇੱਕ ਮੋਰਚੇ ਦੀ ਅਫੀਸ਼ੀਅਲ ਮੈਡੀਕਲ ਅਸਿਸਟੈਂਟ ਸੀ। ਉਹਨਾਂ ਸਾਰਿਆਂ ਨੂੰ ਬਹੁਤ ਭਰੋਸਾ ਸੀ, ਅਸੀਂ ਉਹਨਾਂ ਨੂੰ ਭਰੋਸਾ ਦਿਵਾਇਆ। ਡਾਕਟਰ ਸਾਹਿਬ ਦੇ ਕਾਫੀ ਫੋਲੋਅਰਸ ਆ, ਕਾਫੀ ਉਹਨਾਂ ਦੀ ਰੀਚ ਆ ਸੋਸ਼ਲ ਮੀਡੀਆ ਤੇ, ਜਾਂ ਫਿਰ ਉਸ ਤਰ੍ਹਾਂ ਵੀ ਉਹਨਾਂ ਨੇ ਜਗ੍ਹਾ ਤੇ ਲਾਏ ਕੈਂਪਸ ਲਾਏ ਅਸੀਂ ਪੂਰੇ ਥਰੂ ਆਊਟ ਬਾਰਡਰ, ਕਿਉਂਕਿ ਬਹੁਤ ਵੱਡੀਆਂ ਬਾਰਡਰ ਸੀ, 25-30 ਕਿਲੋਮੀਟਰ ਦੀਆਂ। ਆਨਲਾਈਨ ਇਹਨਾਂ ਨੇ ਕੈਂਪੇਨਸ ਕੀਤੇ ਕਿ ਵੈਕਸੀਨ ਲਵਾਓ, ਕਿਵੇਂ ਤੁਹਾਡੇ ਲਈ ਚੰਗੀ ਆ, ਕਿਵੇਂ ਇਹਦੇ ਤੁਹਾਡੇ ਫਾਇਦੇ ਆ, ਕਿਵੇਂ ਤੁਹਾਨੂੰ ਬਚਾਊਗੀ। ਅਸੀਂ ਇਹਨਾਂ ਤੋਂ ਵੈਕਸੀਨ ਮੰਗੀ, ਇਹਨਾਂ ਨੇ ਸਾਨੂੰ ਨਾ ਕਰ ਦਿੱਤੀ, ਸਿੱਧੀ ਮੂੰਹ ਤੇ ਲਾਰਾ, ਇਹ ਵੀ ਨਹੀਂ ਕਿ ਲਾਰਾ ਲਾਇਆ, ਸਿੱਧੀ ਨਾ ਕਰ ਦਿੱਤੀ। ਵਾਸ਼ਰੂਮਸ ਲਈ, ਪਾਣੀ ਲਈ, ਵੈਕਸੀਨ ਲਈ, ਮੈਡੀਸਿਨਸ ਇਹਨਾਂ ਤੋਂ ਮੰਗੀਆਂ, ਕਿਉਂਕਿ ਅਸੀਂ 20 ਲੱਖ ਬੰਦੇ ਨੂੰ, 10 ਲੱਖ ਬੰਦੇ ਨੂੰ ਅਸੀਂ ਕੇਟਰ ਕਰਨਾ ਸਾਡੇ ਲਈ ਮੁਸ਼ਕਿਲ ਸੀ ਸ਼ੁਰੂ ਦੇ ਵਿੱਚ। ਇਹਨਾਂ ਨੇ ਸਿੱਧੀ ਸਾਨੂੰ ਨਾ ਕਰ ਦਿੱਤੀ। ਅਸੀਂ ਇਹਨਾਂ ਨੂੰ ਕਿਹਾ ਕਿ ਸਾਡੇ NRI ਵੀਰ ਬਾਹਰੋਂ ਮਦਦ ਕਰਨਾ ਚਾਹੁੰਦੇ ਆ,
ਜਾਂ ਫਿਰ ਡਾਕਟਰ ਸਾਹਿਬ ਖੁਦ ਬਾਹਰੋਂ ਮੰਗਵਾ ਲੈਂਦੇ ਆ, ਅਸੀਂ ਬਾਹਰੋਂ ਆਪਣੀਆਂ ਵੈਕਸੀਨਸ ਮੰਗਾ ਲਾਂਗੇ, ਅਸੀਂ ਬਾਹਰੋਂ ਇੰਪੋਰਟ ਕਰਾ ਲਾਂਗੇ, ਜਸਟ ਅਲਾਓ ਅਸ ਕਿ ਅਸੀਂ ਬਾਹਰੋਂ ਖੁਦ ਮੰਗਾ ਲਾਂਗੇ। ਸਾਡੇ ਕੋਲ ਮੈਡੀਕਲ ਡਾਕਟਰਸ ਦੀ ਟੀਮ ਆ, ਲਾਇਸੈਂਸਡ ਡਾਕਟਰਸ ਆ, ਬਹੁਤ ਵਧੀਆ ਟੀਮ ਆ ਮੈਡੀਕਲ ਡਾਕਟਰਸ ਦੀ, ਨਰਸਿਸ ਦੀ, ਮਲਟੀਪਰਪਸ ਵਰਕਰਸ ਦੀ, ਬਹੁਤ ਵਧੀਆ ਟੀਮ ਸੀ ਸਾਡੀ, ਬਹੁਤ ਜ਼ਿਆਦਾ, ਮਤਲਬ ਹਾਈ ਕੁਆਲਿਟੀ ਟੀਮ। ਇਹਨਾਂ ਨੇ ਸਾਨੂੰ ਅਲਾਉ ਨਹੀਂ ਕੀਤਾ, ਇਹਨਾਂ ਨੇ ਸਾਨੂੰ ਪਰਮਿਟ ਨਹੀਂ ਕੀਤਾ, ਸ਼ਾਇਦ ਇਹ ਸੋਚ ਕੇ ਕਿ ਕਿਤੇ ਲੋਕ ਇਹ ਨਾ ਕੁਐਸਚਨ ਕਰ ਲੱਗ ਜਾਣ, ਜੋ ਤੁਹਾਡੇ ਸਰਕਾਰ ਤੋਂ ਨਹੀਂ ਹੋ ਪਾਇਆ ਉਹ ਆਮ ਲੋਕਾਂ ਨੇ ਕਰਤਾ ਤੇ ਤੁਸੀਂ ਸਰਕਾਰ ਕਿਉਂ ਨਹੀਂ ਕਰ ਪਾ ਰਹੀ। ਸ਼ਾਇਦ ਇਹੀ ਸੋਚ ਕੇ, ਸ਼ਾਇਦ ਇਹ ਇਨਕੰਪੀਟੈਂਟ ਆ, ਤਾਂ ਕਰਕੇ ਇਹਨਾਂ ਨੂੰ ਲੱਗਾ ਕਿ ਕਿਤੇ ਅਸੀਂ ਕਮਜ਼ੋਰ ਨਾ ਸਾਬਿਤ ਹੋ ਜਾਈਏ ਕਿਸੇ ਦੇ ਸਾਹਮਣੇ। ਇਹਨਾਂ ਨੇ ਅਲਾਉ ਨਹੀਂ ਕੀਤਾ, ਇਹਨਾਂ ਨੇ ਸਾਨੂੰ ਮਨਾ ਕਰ ਦਿੱਤਾ। ਫਿਰ ਵੀ ਅਸੀਂ ਤਰਲੇ ਮਿੰਨਤਾਂ ਕਰਕੇ, ਬਹੁਤ ਜ਼ਿਆਦਾ ਇਹਨਾਂ ਸਰਕਾਰਾਂ ਦੇ ਅਸੀਂ ਤਰਲੇ ਮਿੰਨਤਾਂ ਕੀਤੇ, ਹਾੜੇ ਕੱਢੇ, ਸਾਨੂੰ 4-5 ਮਹੀਨੇ ਲੱਗ ਗਏ, ਸਾਨੂੰ 4-5 ਮਹੀਨੇ ਲੱਗ ਗਏ ਇਹਨਾਂ ਕੋ ਤਰਲੇ ਮਿੰਨਤਾਂ ਕਰ ਕਰਕੇ ਪਰਮਿਸ਼ਨ ਲੈਣ ਲਈ, ਵੈਕਸੀਨਸ ਲਾਉਣ ਲਈ। ਉੱਥੋਂ ਸਾਨੂੰ ਲੱਗਾ ਕਿ ਜੇ ਅਸੀਂ ਕੱਲ ਨੂੰ ਵਿਕਾਸ ਕਰਨਾ ਚਾਹੀਏ ਵੀ, ਜਾਂ ਫਿਰ ਇੱਕ ਪ੍ਰੈਸ਼ਰ ਗਰੁੱਪ ਬਣ ਕੇ ਕੰਮ ਵੀ ਕਰਨਾ ਚਾਹੀਏ, ਜਾਂ ਫਿਰ ਅਸੀਂ ਵਿਕਾਸ ਕਰਨਾ ਚਾਹੀਏ, ਭਾਵੇਂ ਆਪਣੇ ਦੇਸ਼ ਦਾ, ਭਾਵੇਂ ਪੰਜਾਬ ਦਾ, ਭਾਵੇਂ ਆਪਣੇ ਪਿੰਡ ਦਾ, ਇਹਨਾਂ ਨੇ ਸਾਨੂੰ ਨਹੀਂ ਕਰਨ ਦੇਣਾ। ਕਿਉਂਕਿ ਜੇ ਅਸੀਂ ਖੁਦ ਕਰਨ ਲੱਗ ਗਏ ਤੇ ਸਰਕਾਰ ਜਿਹੜੀ ਫੇਲ ਹੋ ਚੁੱਕੀ ਆ, ਇਹਨਾਂ ਦੇ ਚਿੱਠੇ ਸਾਰੇ ਖੁੱਲ ਜਾਣਗੇ ਲੋਕਾਂ ਅੱਗੇ ਕਿ ਇਹ ਏਡਾ ਔਖਾ ਕੰਮ ਨਹੀਂ ਸੀ ਜਿਹੜਾ ਇਹ ਕਰ ਨਹੀਂ ਪਾ ਰਹੇ, ਪਰ ਕਿਉਂ ਨਹੀਂ ਕਰ ਪਾ ਰਹੇ। ਫਿਰ ਲੋਕਾਂ ਨੇ ਕੁਐਸਚਨ ਕਰਨਾ ਸ਼ੁਰੂ ਕਰ ਦੇਣਾ ਸੀ ਕਿ ਕਿਉਂ ਨਹੀਂ ਕਰ ਪਾ ਰਹੇ। ਇਹ ਰੀਜ਼ਨ ਆ ਕਿ ਅਸੀਂ ਸੱਤਾ ਵਿੱਚ ਆਏ, ਤਾਂ ਜੋ ਇਹ ਪਰਮਿਸ਼ਨਸ ਆ, ਇਹ ਚੀਜ਼ਾਂ ਵਾ ਜਿਹੜੀਆਂ ਆਬਸਟੈਕਲਸ ਇਹ ਕ੍ਰੀਏਟ ਕਰਦੇ ਆ ਸਾਡੇ ਲਈ, ਉਹ ਨਾ ਹੋਣ। ਅਸੀਂ ਖੁਦ ਆਪਣੇ ਹੱਥ ਵਿੱਚ ਜ਼ਿੰਮੇਵਾਰੀ ਲੈ ਸਕੀਏ, ਜਿਹੜੇ ਲੋਕ ਆ ਉਹ ਖੁਦ ਇੱਕ ਦੂਜੇ ਦੀ ਮਦਦ ਕਰ ਸਕਣ। ਜੇ ਕੋਈ ਚੰਗੇ ਘਰੋਂ ਆ, ਉਹ ਕਿਸੇ ਮਾੜੇ ਘਰ ਵਾਲੇ ਦੀ ਮਦਦ ਕਰ ਸਕੇ। ਜੇ ਕੋਈ ਬਾਹਰ ਆ, ਉਹ ਆਪਣੇ ਇੱਥੇ ਪੰਜਾਬ ਵਾਲੀ ਫੈਮਿਲੀ ਦੀ ਹੈਲਪ ਕਰ ਸਕੇ। ਕੋਈ ਰੋਕ ਟੋਕ ਨਾ ਹੋਵੇ ਜੇ ਕੋਈ ਕਿਸੇ ਦੀ ਮਦਦ ਕਰਨਾ ਚਾਹੁੰਦਾ ਆ, ਕਿਉਂਕਿ ਸਾਡੇ ਧਰਮ ਵਿੱਚ ਸ਼ੁਰੂ ਤੋਂ ਦਸਵੰਧ ਕੱਢਣਾ ਸਿਖਾਇਆ ਗਿਆ ਆ। ਬਿਲਕੁਲ, ਆਪਣੇ ਗੁਰੂਆਂ ਨੇ, ਪੀਰਾਂ ਨੇ, ਸਾਰਿਆਂ ਨੇ ਲੰਗਰ ਛਕਾਇਆ ਪੂਰੀ ਦੁਨੀਆ ਨੂੰ, ਲੱਖਾਂ ਕਰੋੜਾਂ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਵਾ। ਸੋ ਇਹੀ ਰੀਜ਼ਨ ਸੀ, ਇਹੀ ਮੈਂ ਇੱਥੇ ਆਪਣਾ ਆਨਸਰ ਖਤਮ ਕਰਨਾ ਚਾਹੂੰਗਾ। ਬਹੁਤ ਡਿਟੇਲ ਦੇ ਵਿੱਚ ਤੁਸੀਂ ਦੱਸਿਆ। ਮੈਂ ਇੱਕ ਗੱਲ ਸੁਖਮਨ ਤੁਹਾਡੇ ਨਾਲ ਕਰਦਾ, ਜਦੋਂ ਗੱਲ ਕਰਨੀ ਨਾ ਸਾਹਮਣੇ ਕੈਮਰੇ ਵਾਲ ਦੇਖ ਕੇ ਕਰੋ, ਉਹ ਮੈਨੂੰ ਪਤਾ ਓਕੇ ਜੀ, ਉਹ ਕਾਮਨ ਜਿਹਾ ਆ, ਬੰਦਾ ਸਕਰੀਨ ਦੇਖਣ ਲੱਗ ਪੈਂਦਾ। ਇੱਥੇ ਠੀਕ ਹੈ, ਬਿਲਕੁਲ ਇੱਥੇ ਠੀਕ ਆ, ਮੈਸੇਜ ਜ਼ਿਆਦਾ ਵਧੀਆ ਪਹੁੰਚਦਾ ਫਿਰ। ਠੀਕ ਹੈ ਜੀ, ਠੀਕ ਹੈ ਜੀ। ਹਾਂਜੀ ਹਾਂਜੀ, ਜਗਮੋਹਨ ਸਿੰਘ ਜੀ। ਬਿਲਕੁਲ, ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਦੱਸ ਦਿੱਤਾ। ਮੇਰਾ ਸਵਾਲ ਵੀ ਟਿੱਕਰੀ ਬਾਰਡਰ ਤੇ ਸੀ, ਪਰ ਸਵਾਲ ਇਹਨਾਂ ਨੇ ਆਲਰੇਡੀ ਉਹ ਕਵਰ ਕਰ ਦਿੱਤਾ ਆ। ਹੁਣ ਮੇਰਾ ਗਾਂਹ ਜਿਹੜਾ ਸਵਾਲ ਹੈ ਇਹਦੇ ਵਿੱਚੋਂ ਨਿਕਲਦਾ ਵੀ ਤੁਸੀਂ ਡਿਸਾਈਡ ਕਰ ਲਿਆ ਵੀ ਤੁਸੀਂ ਲੜਨਾ ਆ, ਔਰ ਮੇਰਾ ਖਿਆਲ ਕੈਂਪੇਨ ਸ਼ੁਰੂ ਕੀਤੀ ਨੂੰ ਵੀ ਤੁਹਾਨੂੰ ਕਾਫੀ ਦਿਨ ਹੋ ਗਏ ਹੋਣਾ। ਸੋ 12 ਤਰੀਕ ਨੂੰ ਟਿਕਟ ਅਨਾਉਂਸ ਹੋਈ। ਹਾਂਜੀ, 12 ਤਰੀਕ ਨੂੰ ਟਿਕਟ ਅਨਾਉਂਸ ਹੋਈ ਸੀ। ਸੋ ਅਰਾਊਂਡ 10 ਡੇਜ਼ 9 ਡੇਜ਼ ਹੋ ਗਏ। ਸੋ ਤੁਹਾਨੂੰ ਇੱਕ ਤਾਂ ਇਹ ਦੱਸੋ ਵੀ ਰਿਸਪੌਂਸ ਕਿੱਦਾਂ ਦਾ ਮਿਲ ਰਿਹਾ ਪਿੰਡਾਂ ਦੇ ਵਿੱਚੋਂ? ਇੱਕ ਤਾਂ ਇਹ ਸਵਾਲ ਹੈ। ਦੂਜਾ, ਜਦੋਂ ਤੁਸੀਂ ਪਿੰਡਾਂ ਜਾਂਦੇ ਆ, ਕਿਉਂਕਿ ਰਵਾਇਤੀ ਪਾਰਟੀਆਂ ਦੇ ਬੰਦੇ ਹੁੰਦੇ ਹੀ ਆ ਮੁਰੇ, ਕਾਂਗਰਸ ਹੋ ਗਈ ਜਾਂ ਅਕਾਲੀ ਹੋ ਗਏ, ਆਪ ਤਾਂ ਹੁਣ ਬਾਅਦ ਚ ਆਈ ਆ, ਬੀਜੇਪੀ ਹੋ ਗਈ। ਸੋ ਥੋੜਾ ਜਿਹਾ ਇਹ ਦੱਸੋ ਵੀ ਜਿੱਦਾਂ ਤੁਸੀਂ ਜਾਂਦੇ ਆ, ਲੋਕਾਂ 'ਚ ਅਪਰੋਚ ਕਰਦੇ ਆ, ਕਿਉਂਕਿ ਇਹ ਬਾਰ-ਬਾਰ ਸਵਾਲ ਆ ਰਿਹਾ ਕਿ ਸੰਯੁਕਤ ਸਮਾਜ ਮੋਰਚਾ ਦੇ ਕੈਂਡੀਡੇਟਾਂ ਨੂੰ ਲੋਕ ਲਾਈਕ ਕਰ ਰਹੇ ਆ, ਕਿ ਉਹਨਾਂ ਦੀ ਇੰਟਰੈਕਸ਼ਨ ਹੋ ਰਹੀ ਆ, ਕਿ ਸਿਰਫ ਇੱਕ ਬੱਲੇ-ਬੱਲੇ ਹੀ ਆ, ਜਾਂ ਗਰਾਊਂਡ ਲੈਵਲ ਤੇ ਕੋਈ ਗੱਲਬਾਤ ਚੱਲ ਰਹੀ ਲੋਕਾਂ ਦੇ ਵਿੱਚ? ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ। ਸੰਯੁਕਤ ਸਮਾਜ ਮੋਰਚੇ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਹੈ ਜੀ, ਬਹੁਤ ਹੀ ਜ਼ਿਆਦਾ। ਅਜੇ ਪ੍ਰਚਾਰ ਦੀ ਥੋੜੀ ਘਾਟ ਆ, ਇਸੇ ਮਾਧਿਅਮ ਨਾਲ ਹੋ ਜਾਊਗੀ, ਜਿਵੇਂ ਤੁਸੀਂ ਤੁਹਾਡੇ ਰਾਹੀਂ ਹੋ ਜਾਊਗੀ ਜਾਂ ਫਿਰ ਮੀਡੀਆ ਰਾਹੀਂ ਹੋ ਰਹੀ ਆ। ਕਾਫੀ ਪ੍ਰਚਾਰ ਅਸੀਂ ਕਰ ਰਹੇ ਹਾਂ, ਘਰੋਂ ਘਰੀ ਜਾ ਰਹੇ ਹਾਂ। ਜੇ ਸ਼ਹਿਰੀ ਲੋਕ ਆ ਤੇ ਦੁਕਾਨਾਂ ਤੇ ਜਾ ਰਹੇ ਹਾਂ, ਲੋਕਾਂ ਨੂੰ ਮਿਲ ਰਹੇ ਹਾਂ। ਕੋਈ ਜਿਹੜੇ ਮੋਤਬਾਰ ਲੋਕ ਨੇ, ਜਿਨ੍ਹਾਂ ਨੂੰ ਲੋਕ ਫੋਲੋ ਕਰਦੇ ਆ, ਮੰਨ ਲਓ ਕੋਈ ਕਿਸੇ ਏਰੀਏ ਦਾ ਕੋਈ ਵਧੀਆ ਬੰਦਾ ਆ, ਜਿਹਦੇ ਵੱਲ ਲੋਕ ਦੇਖਦੇ ਆ ਕਿ ਜੇ ਇਹ ਕੋਈ ਡਿਸੀਜਨ ਲਊਗਾ ਤੇ ਇਹ ਸਹੀ ਡਿਸੀਜਨ ਲਊਗਾ, ਉਹਨਾਂ ਨੂੰ ਮਿਲ ਰਹੇ ਆ। ਸਾਰੇ ਜਣੇ ਸਾਡੇ ਨਾਲ ਜੁੜ ਰਹੇ ਆ। ਕਿਸੇ ਕੋਲ ਵੀ ਅਸੀਂ ਜਾਈਦਾ ਆ, ਭਾਵੇਂ ਉਹ ਸਾਡਾ ਹਿੰਦੂ ਵੀਰ ਆ, ਭਾਵੇਂ ਉਹ ਸਾਡਾ ਸਿੱਖ ਵੀਰ ਆ, ਭਾਵੇਂ ਮੁਸਲਮਾਨ ਵੀਰ ਆ, ਭਾਵੇਂ ਸਾਡਾ ਈਸਾਈ ਵੀਰ ਆ, ਹਰ ਕੋਈ ਇਹੀ ਕਹਿੰਦਾ ਆ ਕਿ ਅਸੀਂ ਮਜ਼ਦੂਰ ਆ, ਅਸੀਂ ਕਿਸਾਨ ਆ। ਜੇ ਅਸੀਂ ਕਿਸਾਨਾਂ ਦੀ ਪਾਰਟੀ ਨੂੰ, ਮਜ਼ਦੂਰਾਂ ਦੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਤੇ ਅਸੀਂ ਕਿਹਨੂੰ ਪਾਵਾਂਗੇ? ਹਰ ਕੋਈ ਕਹਿ ਰਿਹਾ ਆ ਕਿ ਅਸੀਂ ਜਿਹੜੀਆਂ ਰਵਾਇਤੀ ਪੁਰਾਣੀਆਂ ਪਾਰਟੀਆਂ ਆ, ਉਹਨਾਂ ਨੂੰ ਤੇ ਅਸੀਂ ਪਿੰਡਾਂ ਦੇ ਵਿੱਚ ਵੜਨ ਹੀ ਨਹੀਂ ਦੇਣਾ।
ਉਹਨਾਂ ਦਾ ਤੇ ਪੱਤਾ ਹੀ ਅਸੀਂ ਕੱਟਤਾ ਆ। ਤੇ ਅਸੀਂ ਸਿਰਫ ਦੇਖ ਰਹੇ ਸੀ ਬਦਲਾਵ, ਤੇ ਉਹਨਾਂ ਦਾ ਕਹਿਣਾ ਆ ਕਿ ਜੇ ਬਦਲਾਵ ਸਾਨੂੰ ਸਾਡੀ ਆਪਣੀ ਪਾਰਟੀ, ਸਾਡੇ ਘਰ ਦੇ ਬੰਦੇ, ਸਾਡੇ ਪੰਜਾਬ ਦੇ ਲੋਕ, ਸਾਡੇ ਲੋਕਲ ਇੱਥੋਂ ਦੇ ਲੋਕ ਜੇ ਸਾਨੂੰ ਲਿਆ ਕੇ ਦੇਣਗੇ, ਜਿਨ੍ਹਾਂ ਨੇ ਪ੍ਰੂਵ ਕਰ ਦਿੱਤਾ ਆ ਮੋਰਚੇ ਦੇ ਵਿੱਚ ਰਹਿ ਕੇ, ਜਿਨ੍ਹਾਂ ਨੇ ਪ੍ਰੂਵ ਕਰ ਦਿੱਤਾ ਆ ਸਾਲ ਉੱਥੇ ਲਾ ਕੇ ਲੋਕਾਂ ਲਈ ਖਲੋ ਕੇ, ਤੇ ਅਸੀਂ ਉਹਨਾਂ ਦੇ ਨਾਲ ਆ। ਸੋ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆ। ਲੋਕ ਮੈਨੂੰ, ਮੈਂ ਜਿਹਨੂੰ ਮਿਲਣ ਜਾਣਾ ਵਾ, ਕਿਸੇ ਅਨਨੋਨ ਨੂੰ ਵੀ ਜਿਹਨੂੰ ਮੈਂ ਪਹਿਲੀ ਵਾਰੀ ਵੀ ਮਿਲਿਆ ਆ, ਕਿਸੇ ਦੁਕਾਨ ਤੇ ਜਾਣਾ ਆ, ਕੋਈ ਲਾਲਾ ਜੀ ਨੇ, ਕੋਈ ਵਪਾਰੀ ਨੇ, ਉਹ ਮੈਨੂੰ ਖੁਦ ਅੰਦਰ ਬੁਲਾ ਕੇ ਬਿਠਾ ਕੇ ਮੈਨੂੰ ਮੇਰਾ ਮੂੰਹ ਮਿੱਠਾ ਕਰਾਉਂਦੇ ਆ ਮਿਠਾਈ ਦੇ ਨਾਲ ਕਿ ਬੜੀ ਵਧਾਈ ਦੀ ਗੱਲ ਆ। ਬਹੁਤ ਜ਼ਿਆਦਾ ਵਧੀਆ ਰਿਸਪੌਂਸ ਹੈ ਜੀ। ਜਿੰਨੇ ਵੀ ਲੋਕਾਂ ਤੱਕ ਅਸੀਂ ਪਹੁੰਚ ਰਹੇ ਹਾਂ, ਜਿੰਨੇ ਵੀ ਲੋਕਾਂ ਦੀ ਅਸੀਂ ਫੀਡਬੈਕ ਲੈ ਪਾ ਰਹੇ ਹਾਂ, ਬਹੁਤ ਹੀ ਜ਼ਿਆਦਾ 100% ਪੋਜ਼ਿਟਿਵ ਰਿਸਪੌਂਸ ਆ। ਬਾਕੀ ਜਿੰਨਾ ਤੱਕ ਅਸੀਂ ਹਜੇ ਨਹੀਂ ਪਹੁੰਚੇ, ਉਹਨਾਂ ਰਾਹੀਂ ਅਸੀਂ ਸੋਸ਼ਲ ਮੀਡੀਆ ਦੇ ਨਾਲ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਟਾਈਮ ਬਹੁਤ ਘੱਟ ਆ। ਐਂਡ ਅੱਜ ਕੱਲ੍ਹ ਸਾਰੇ ਹੀ ਸੋਸ਼ਲ ਮੀਡੀਆ ਤੇ ਆ, ਖਾਸ ਕਰਕੇ ਆਪਣਾ ਪੰਜਾਬ WhatsApp ਤੇ ਕਾਫੀ ਆ। WhatsApp ਰਾਹੀਂ ਅਸੀਂ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਾਫੀ ਅਸੀਂ ਪਿੰਡ ਕਵਰ ਕਰਦੇ ਹਾਂ ਰੋਜ਼, ਕਾਫੀ ਸ਼ਹਿਰ ਕਵਰ ਕਰਦੇ ਹਾਂ। ਸੋ ਸਵੇਰ ਤੋਂ ਨਿਕਲ ਜਾਈਦਾ ਜੀ 5-6 ਵਜੇ ਤੋਂ, ਤੇ ਰਾਤ ਨੂੰ ਮੈਂ ਹੁਣੇ ਅੱਜ ਮੈਂ ਥੋੜਾ ਜਲਦੀ ਆ ਗਿਆ ਘਰੇ, ਕਿਉਂਕਿ ਆਪਣੀ ਇੰਟਰਵਿਊ ਹੀ, ਨਹੀਂ ਤੇ 10-11 ਕਾਫੀ ਅਸੀਂ ਕਵਰ ਕਰ ਲਈਦੇ। ਤੇ ਬਹੁਤ ਵਧੀਆ, ਬਹੁਤ ਪੋਜ਼ਿਟਿਵ, ਬਹੁਤ ਸੋਹਣਾ ਰਿਸਪੌਂਸ ਹੈ। ਜਿਹੜੀ ਤੁਸੀਂ ਗੱਲ ਕੀਤੀ ਨਾ, ਇੱਕ ਮੈਂ ਭਾਜੀ ਟਿੱਪਣੀ ਕਰਾਂ ਇੱਕ, ਕਿਉਂਕਿ ਆਮ ਲੋਕਾਂ ਦੇ ਵਿੱਚ ਕਾਫੀ ਢਿੱਲੋਂ ਸਾਹਿਬ ਰੌਲਾ ਪਿਆ ਹੁੰਦਾ ਹੈ ਵੀ ਜਿਹੜੀ ਸ਼ਹਿਰ ਦੀ ਹਿੰਦੂ ਵੋਟ ਆ, ਕਿਉਂਕਿ ਆਪਣੇ ਹਮੇਸ਼ਾ ਭਾਜਪਾ ਹੋ ਗਈ ਜਾਂ ਕਾਂਗਰਸ ਹੋ ਗਈ, ਸ਼ੁਰੂ ਤੋਂ ਪੋਲਰਾਈਜੇਸ਼ਨ ਕਰਦੀ ਰਹੀ ਵੋਟਾਂ ਦੀ, ਚਾਹੇ BSP ਦੇ ਨਾਂ ਤੇ ਹੋਣ, ਚਾਹੇ ਦਲਿਤ ਦੇ ਨਾਂ ਤੇ ਹੋਵੇ, ਚਾਹੇ ਹਿੰਦੂ ਦੇ ਨਾਂ ਤੇ ਹੋਵੇ। ਹੁਣ ਤੁਸੀਂ ਤਰਨਤਾਰਨ ਸਾਹਿਬ ਸ਼ਹਿਰ 'ਚ ਵੀ ਘੁੰਮ ਰਹੇ ਹੋ, ਕਿਉਂਕਿ ਇਹ ਸਵਾਲ ਬਹੁਤ ਜ਼ਿਆਦਾ, ਜਿੱਥੇ ਵੀ ਜੇ ਖੜੀਏ, ਕਿਤੇ ਸੱਥ 'ਚ ਖੜੀਏ, ਕਿਸੇ ਯਾਰਾਂ ਦੋਸਤਾਂ 'ਚ ਖੜੀਏ, ਵੀ ਜਿਹੜੀ ਪੰਜਾਬ ਦੀ ਜੀ ਸ਼ਹਿਰ ਦੀ ਜਿਹੜੀ ਹਿੰਦੂ ਵੋਟ ਆ, ਉਹ ਪੱਕੀ BJP ਦੀ ਆ। ਸੋ ਤੁਸੀਂ ਲੋਕਾਂ ਦੇ ਵਿੱਚ ਆਪਣੇ ਹਿੰਦੂ ਭਰਾਵਾਂ 'ਚ ਵਿਚਰ ਰਹੇ ਹੋ, ਤੇ ਉਹਦੇ ਬਾਰੇ ਵੀ ਥੋੜਾ ਜਿਹਾ ਜ਼ਰੂਰ ਹੋਰ ਦੱਸਿਓ, ਤੇ ਫਿਰ ਬਰਿੰਦਰ ਸਿੰਘ ਤੁਹਾਨੂੰ ਪੁੱਛਣਗੇ ਅਗਲਾ ਸਵਾਲ। ਐਕਚੁਅਲੀ ਤੁਸੀਂ ਜਵਾਬ ਦਾ ਹੋਲਡ ਕਰੋ। ਜਿਹੜਾ ਮੇਰਾ ਸਵਾਲ ਆ ਉਹਦੇ ਵਿੱਚੋਂ ਇਹ ਵੀ ਜਵਾਬ ਆ ਜਾਣਾ ਆ। ਮੇਰਾ ਸਵਾਲ ਤੁਹਾਨੂੰ ਇਹ ਸੀ, ਉਹਦੇ 'ਚ ਇਹ ਵੀ ਆ, ਜਿਹੜਾ ਜਗਮੋਹਨ ਸਿੰਘ ਉਹਨਾਂ ਨੇ ਪੁੱਛਿਆ ਸਵਾਲ, ਉਹ ਵੀ ਵਿੱਚੇ ਆ ਜਾਣਾ ਵੀ ਤੁਸੀਂ, ਤੁਹਾਨੂੰ ਕੋਈ ਨਹੀਂ ਜਾਣਦਾ ਇੱਥੇ ਤਰਨਤਾਰਨ 'ਚ ਇਸ ਤੋਂ ਪਹਿਲਾਂ ਸੰਯੁਕਤ ਸਮਾਜ ਮੋਰਚੇ ਤੋਂ ਪਹਿਲਾਂ ਇੱਕ ਨਵਾਂ ਚਿਹਰਾ ਹੈ। ਹੁਣ ਜਿਨ੍ਹਾਂ ਨਾਲ ਤੁਸੀਂ ਮੁਕਾਬਲਾ ਕਰਨ ਜਾ ਰਹੇ ਹੋ, ਅਕਾਲੀਆਂ ਨੂੰ ਲਾ ਲਈਏ, ਹਰਮੀਤ ਸੰਧੂ 3 ਵਾਰੀ ਮੇਰਾ ਖਿਆਲ ਉੱਥੇ ਸਿਟਿੰਗ MLA ਆ, ਡਾਕਟਰ ਧਰਮਵੀਰ ਅਗਨੀਹੋਤਰੀ ਪਿਛਲੀ ਵਾਰ ਦੇ ਕਾਂਗਰਸ ਦੇ ਜਿਹੜੇ ਉੱਥੇ ਸਿਟਿੰਗ MLA ਆ, ਔਰ ਉਹ ਕਾਂਗਰਸ ਨੇ ਫਿਰ ਜਿਹੜੇ ਹੁਣ ਜਗਮੋਹਨ ਸਿੰਘ ਉਹਨਾਂ ਨੇ ਸਵਾਲ ਪੁੱਛਿਆ ਵੀ ਹਿੰਦੂ ਪੱਤਾ ਖੇਡਿਆ ਆ, ਉਹ ਸਭ ਨੂੰ ਪਤਾ ਆ ਵੀ ਤਰਨਤਾਰਨ ਸਾਹਿਬ ਵਿੱਚ ਡਾਕਟਰ ਧਰਮਵੀਰ ਅਗਨੀਹੋਤਰੀ ਨੂੰ ਖੜਾ ਕਰਨ ਵਾਲਾ ਜਿਹੜਾ ਆ, ਉਹ ਸਿਰਫ ਹਿੰਦੂ ਪੱਤਾ ਇੱਕ ਖੇਡਣ ਵਾਲੀ ਗੱਲ ਸੀ। ਇੱਦਾਂ ਹੀ ਬਾਕੀਆਂ ਨੇ, BJP ਨੇ ਵੀ ਆ ਕੇ ਖੇਡਣਾ ਆ। ਆਮ ਆਦਮੀ ਵੀ ਕੁਛ ਨਾ ਕੁਛ ਉੱਥੇ ਕਰੂਗੀ। ਮੇਰਾ ਖਿਆਲ ਆਮ ਆਦਮੀ ਨੇ ਹਾਲੇ ਅਨਾਊਂਸ ਨਹੀਂ ਕੀਤਾ ਸ਼ਾਇਦ ਤਰਨਤਾਰਨ ਦੀ ਸੀਟ ਤੋਂ ਕੋਈ ਵੀ, ਪਰ ਉਹ ਵੀ ਕੋਈ ਨਾ ਕੋਈ ਇੱਦਾਂ ਦਾ ਪੱਤਾ ਜ਼ਰੂਰ ਖੇਡੂਗੇ ਜਾਂ ਕਿਸੇ ਪਾਰਟੀ 'ਚੋਂ ਆਏ ਹੋਏਗੇ। ਸੋ ਜਿਹੜੀ ਜਗਮੋਹਨ ਸੋਨਾ ਦਾ ਸਵਾਲ ਸੀ, ਉਹਨੂੰ ਵਿੱਚ ਕਵਰ ਕਰਕੇ ਕਿ ਤੁਹਾਨੂੰ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ, ਜਿਹਨਾਂ ਨੂੰ ਆਪਾਂ ਦਲਿਤ ਕਹਿ ਦਿੰਦੇ ਹਾਂ ਉੱਥੇ। ਹਾਲਾਂਕਿ ਸਿੱਖੀ ਦੇ ਵਿੱਚ ਤਾਂ ਇਹੋ ਜਿਹਾ ਕੋਈ ਸ਼ਬਦ ਨਹੀਂ ਹੁੰਦਾ, ਨਾ ਹਿੰਦੂ ਹੁੰਦਾ, ਨਾ ਦਲਿਤ ਹੁੰਦਾ। ਸਿੱਖੀ ਤਾਂ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਆ। ਜੇ ਤੁਸੀਂ ਸਿੱਖ ਆ ਤੇ ਤੁਹਾਡੇ ਵਾਸਤੇ ਕੋਈ ਫਰਕ ਕਦੇ ਵੀ ਨਹੀਂ ਹੋਣਾ ਚਾਹੀਦਾ। ਜੇ ਫਰਕ ਆ ਤੇ ਤੁਸੀਂ ਸਿੱਖ ਨਹੀਂ ਆ। ਮੈਂ ਬਹੁਤ ਵਾਰੀ ਗੱਲ ਕੀਤੀ ਆ, ਜੇ ਆਪਾਂ ਗੱਲ ਕਰ ਦਿੰਦੇ ਆ, ਪਰ ਜਿਹੜੀਆਂ ਇਹ ਪੋਲੀਟੀਕਲ ਪਾਰਟੀਆਂ ਇਹ ਪੱਤਾ ਜ਼ਰੂਰ ਖੇਡਦੀਆਂ ਆ। ਸੋ ਇਹਦਾ ਜਵਾਬ ਜ਼ਰੂਰ ਦਿਓ, ਤੁਹਾਨੂੰ ਕਿਹੋ ਜਿਹਾ ਰਿਸਪਾਂਸ ਆ ਰਿਹਾ, ਜਿਨ੍ਹਾਂ ਨੂੰ ਇਹ ਕਹਿੰਦੇ ਆ ਕਿ ਦਲਿਤ ਆ ਜਾਂ ਇਹ ਕਹਿੰਦੇ ਆ ਕਿ ਇਹ ਹਿੰਦੂ ਵੋਟ ਆ। ਸਰ, ਤਰਨਤਾਰਨ ਸਾਹਿਬ ਮੈਜੋਰਟੀ ਇੱਕ ਪੰਥਕ ਸ਼ਹਿਰ ਆ। ਹਾਂਜੀ, ਕਿਉਂਕਿ ਗੁਰੂ ਅਰਜਨ ਦੇਵ ਜੀ ਦੀ ਨਗਰੀ ਆ। ਮੇਰਾ ਇਹ ਮੰਨਣਾ ਕਿ ਇੱਥੋਂ ਦੇ ਲੋਕ ਬੜੇ ਪੜ੍ਹੇ ਲਿਖੇ ਤੇ ਬੜੇ ਸਿਆਣੇ ਆ, ਕਿਉਂਕਿ ਇੱਥੇ ਸਿੱਖ ਭਾਈਚਾਰੇ ਦੀ ਮੈਜੋਰਟੀ ਹੋਣ ਦੇ ਬਾਵਜੂਦ ਪਿਛਲੀ ਵਾਰੀ ਆਈ ਥਿੰਕ ਵੀਡੀਓ ਆ ਰਹੀ ਆ ਕਿ ਠੀਕ ਹੈ ਜੀ? ਨਹੀਂ, ਕੋਈ ਗੱਲ ਨਹੀਂ, ਤੁਸੀਂ ਆਵਾਜ਼ ਆ ਰਹੀ ਆ, ਵੀਡੀਓ ਤੁਹਾਡੀ ਰੇਂਜ ਘੱਟ ਹੋਣੀ ਆ। ਇੱਥੇ ਸਿੱਖ ਮੈਜੋਰਟੀ ਹੋਣ ਦੇ ਬਾਵਜੂਦ ਵੀ ਹਾਂਜੀ, ਇੱਕ ਹਿੰਦੂ ਭਾਈ ਸਾਹਿਬ ਨੂੰ ਪਿਛਲੀ ਵਾਰੀ ਆਪਾਂ ਚੁਣਿਆ,
ਕਿਉਂਕਿ ਪਹਿਲੀ ਗੱਲ, ਕਿਉਂਕਿ ਲੋਕ ਜਿਹੜੇ ਪਿਛਲੇ ਤੁਸੀਂ ਦੱਸਿਆ ਕਿ ਸਿਟਿੰਗ ਐਮਐਲਏ ਜਿਹੜੇ 3 ਵਾਰੀ ਬਣ ਚੁੱਕੇ ਆ, ਉਹਨਾਂ ਕੋਲ ਬਹੁਤ ਜ਼ਿਆਦਾ ਤੰਗ ਆ ਚੁੱਕੇ ਸੀ, ਕਿਉਂਕਿ ਉਹਨਾਂ ਨੇ ਸਾਡੇ ਮੈਂ ਕਹਿਣਾ ਨਹੀਂ ਚਾਹੁੰਦਾ, ਕੋਈ ਨੈਗੇਟਿਵ ਗੱਲ ਨਹੀਂ ਕਰਨਾ ਚਾਹੁੰਦਾ, ਪਰ ਉਹਨਾਂ ਦਾ ਬਹੁਤ ਜ਼ਿਆਦਾ ਹੱਥ ਆ ਆਪਣੀ ਜਨਰੇਸ਼ਨ ਨੂੰ ਖਤਮ ਕਰਨ ਵਿੱਚ, ਖਰਾਬ ਕਰਨ ਵਿੱਚ। ਤੇ ਲੋਕਾਂ ਨੇ ਉਹਨਾਂ ਤੋਂ ਤੰਗ ਹੋ ਕੇ ਇੱਕ ਹਿੰਦੂ ਭਾਈ ਸਾਹਿਬ ਨੂੰ ਮੌਕਾ ਦਿੱਤਾ। ਸੋ ਮੈਂ ਇੱਥੋਂ ਹੀ ਮੈਨੂੰ ਲੱਗਦਾ ਤੁਹਾਨੂੰ ਉਦਾਹਰਨ ਮਿਲ ਸਕਦੀ ਆ ਕਿ ਤਰਨਤਾਰਨ ਸਾਹਿਬ ਦੇ ਵਿੱਚ ਕੋਈ ਹਿੰਦੂ, ਕੋਈ ਸਿੱਖ, ਕੋਈ ਇਸ ਤਰ੍ਹਾਂ ਦਾ ਉਹ ਨਹੀਂ ਆ। ਇਹ ਲੋਕ ਬਸ ਚਾਹੁੰਦੇ ਆ, ਉਸ ਬੰਦੇ ਤੇ ਭਰੋਸਾ ਕਰਕੇ ਉਹਨੂੰ ਚੁਣਦੇ ਆ ਜਿਹੜਾ ਇਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹਨਾਂ ਦਾ ਫਾਇਦਾ ਕਰੂਗਾ, ਇਹਨਾਂ ਲਈ ਸੋਚੂਗਾ। ਸੋ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਇਸ ਚੀਜ਼ ਦਾ ਕੋਈ ਡਰ ਆ ਕਿ ਸ਼ਹਿਰ ਦੇ ਵਿੱਚ ਹਿੰਦੂ ਵੋਟ ਆ ਜਾਂ ਫਿਰ ਜਿੱਦਾਂ ਵੀ ਆ। ਲੋਕ ਬਹੁਤ ਸਿਆਣੇ ਆ, ਲੋਕ ਆਪਣਾ ਫਿਊਚਰ ਬਾਰੇ ਸੋਚਦੇ ਆ। ਸੋ ਬਹੁਤ ਵਧੀਆ ਰਿਸਪੌਂਸ ਹੈ। ਮੈਂ ਸ਼ਹਿਰ ਦੇ ਵਿੱਚ ਵੀ, ਝਬਾਲ ਵੀ ਸਾਡੇ ਇੱਥੇ ਇੱਕ ਟਾਊਨ ਆ, ਉੱਥੇ ਵੀ ਕਾਫੀ ਵਪਾਰੀ ਵਰਗ ਰਹਿੰਦਾ ਆ। ਝਬਾਲ ਵਿੱਚ ਵੀ, ਤਰਨਤਾਰਨ ਸਾਹਿਬ ਵਿੱਚ ਵੀ, ਮੈਂ ਜਿੰਨੇ ਵੀ ਲੋਕਾਂ ਨਾਲ ਵਿਚਰਿਆ, ਤਰਨਤਾਰਨ ਸਾਹਿਬ ਸਾਡਾ ਆਫਿਸ ਵੀ ਅਪ ਐਂਡ ਰਨਿੰਗ ਆ, ਉੱਥੇ ਬਹੁਤ ਲੋਕ ਲੰਘਦੇ ਆਉਂਦੇ ਮਿਲ ਕੇ ਜਾਂਦੇ ਆ ਮੈਨੂੰ, ਕਾਫੀ ਹਿੰਦੂ ਭਾਈਚਾਰਾ ਮਿਲ ਕੇ ਜਾਂਦਾ ਆ, ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਵਾ। ਲੋਕ ਸਿਰਫ ਵਿਕਾਸ ਚਾਹੁੰਦੇ ਆ, ਲੋਕਾਂ ਨੂੰ ਪਤਾ ਆ ਕਿ ਹਰ ਇੱਕ ਬੰਦਾ ਇੱਕ ਮਜ਼ਦੂਰ ਆ, ਹਰ ਇੱਕ ਬੰਦਾ ਇੱਕ ਕਿਸਾਨ ਆ। ਕਿਉਂਕਿ ਮੋਰਚਾ ਜਿੱਤਿਆ ਗਿਆ ਉਹ ਸਿਰਫ ਸਿੱਖ ਧਰਮ ਨੇ ਨਹੀਂ ਜਿੱਤਿਆ, ਮੋਰਚਾ ਜਿੱਤਿਆ ਇੱਕ ਹਿਊਮਨ ਬੀਇੰਗ ਨੇ, ਭਾਵੇਂ ਉਹ ਇੱਕ ਔਰਤ ਆ, ਭਾਵੇਂ ਆਦਮੀ ਆ, ਭਾਵੇਂ ਸਿੱਖ ਆ, ਹਿੰਦੂ ਆ, ਮੁਸਲਿਮ, ਈਸਾਈ, ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਹਰ ਇੱਕ ਬੰਦੇ ਨੇ ਜਿੱਤਿਆ ਜੀ। ਸੁਖਮਨ, ਇੱਕ ਵਾਰੀ ਨਾ ਵੀਡੀਓ ਨੂੰ ਆਫ ਕਰਕੇ ਔਨ ਕਰੋ ਦੁਬਾਰਾ, ਵੀਡੀਓ ਨੂੰ ਕੱਲਾ ਵੀਡੀਓ ਵਾਲਾ ਨਾ ਬਟਨ ਇੱਕ ਵਾਰੀ ਪ੍ਰੈਸ ਕਰਕੇ ਦੁਬਾਰਾ ਔਨ ਕਰੋ, ਤੁਹਾਡੀ ਵੀਡੀਓ ਫ੍ਰੀ। ਅੱਛਾ, ਮੇਰੀ ਵੀਡੀਓ ਰੁਕੀ ਆ ਜੀ? ਹਾਂਜੀ ਰੁਕੀ ਹੋਈ ਹੈ, ਪੌਜ਼ ਹੋਈ। ਉਹਨੂੰ ਕੱਲੀ ਵੀਡੀਓ ਨੂੰ ਬੰਦ ਕਰਕੇ ਨਾ ਔਨ ਕਰ ਲਓ। ਹਾਂਜੀ ਚੱਲ ਰਹੀ ਹੈ ਜੀ? ਨਹੀਂ, ਏਦਾਂ ਕਰੋ, ਫਿਰ ਕੱਟ ਕੇ ਦੁਬਾਰਾ ਆ ਜਾਓ, ਦੁਬਾਰਾ ਜੁਆਇਨ ਕਰ ਲਓ। ਹਾਂਜੀ, ਇੱਕ ਵਾਰੀ ਕੱਟ ਕੇ ਦੁਬਾਰਾ ਜੁਆਇਨ ਕਰ ਲਓ। ਨਹੀਂ, ਕਾਲ ਹੀ ਕੱਟਦਾ ਜਾਂ ਫਿਰ ਵੀਡੀਓ ਹੀ ਕੱਲੀ? ਦੋਨੇ ਕਰਕੇ ਦੇਖ ਲਓ ਪਹਿਲਾਂ, ਜੇ ਵੀਡੀਓ ਕਰਕੇ ਦੇਖ ਲਈ ਕਾਲ ਕੱਟ ਕੇ ਦੁਬਾਰਾ ਜੁਆਇਨ ਕਰ ਲਓ, ਵੀਡੀਓ ਤੁਹਾਡੀ ਆ ਨਹੀਂ ਰਹੀ ਨਾ, ਤੁਹਾਡੀ ਆਵਾਜ਼ ਵੀ ਕੱਟ ਰਹੀ ਆ ਬਹੁਤ। ਆਪਾਂ ਵੀਡੀਓ ਕਾਲ ਦੁਬਾਰਾ ਕਰ ਲਈਏ? ਦੁਬਾਰਾ ਕਰ ਲਓ, ਜੁਆਇਨ ਹੀ ਕਰਨਾ ਤੁਸੀਂ, ਬਸ ਗਰੁੱਪ ਏਦਾਂ ਹੀ ਆ ਜਾਣਾ ਵਾਪਸ, ਕਿਉਂਕਿ ਆਪਾਂ ਆਲਰੇਡੀ ਚੱਲ ਰਹੇ ਹਾਂ। ਹਾਂਜੀ, ਤੁਹਾਨੂੰ ਪਤਾ ਹੀ ਆ, ਉੱਥੇ ਪਿੰਡਾਂ ਦੇ ਵਿੱਚ ਇੰਟਰਨੈਟ ਦੀ ਸਮੱਸਿਆ ਤਰਨਤਾਰਨ ਦੇ ਵਿੱਚ ਵੀ ਉੱਦਾਂ ਹੀ ਹੋਣੀ ਆ। ਸੋ ਕਈ ਵਾਰੀ ਆ ਜਾਂਦੀ, ਪਰ ਵਧੀਆ ਚੱਲਿਆ। ਆ ਗਈ ਉਹਨਾਂ ਦੀ ਕਾਲ। ਸੋ ਬਹੁਤ ਵਾਰੀ ਤੁਹਾਨੂੰ ਪਤਾ, ਜਦੋਂ ਆਪਾਂ ਪ੍ਰੋਗਰਾਮ ਕਰਦੇ ਹਾਂ ਪਿੰਡਾਂ 'ਚੋਂ, ਉੱਥੇ ਦੇ 'ਚ ਉੱਥੇ ਇੰਟਰਨੈਟ ਦੀ ਸਮੱਸਿਆ ਆਮ ਤੌਰ 'ਤੇ ਆ ਜਾਂਦੀ ਹੁੰਦੀ ਆ। ਸੋ ਆ ਗਏ ਆ ਉਹ, ਦੇਖਦੇ ਆ ਉਹਨਾਂ ਦਾ ਇੰਟਰਨੈਟ ਜੇ ਦੁਬਾਰਾ ਚੱਲਦਾ ਆ ਤਾਂ। ਹਾਂਜੀ, ਆ ਗਈ ਜੀ। ਹਾਂਜੀ ਸਰ, ਹੁਣ ਠੀਕ ਹੈ? ਹਾਂ, ਤੁਹਾਡੀ ਪਿਕਚਰ ਨਹੀਂ ਆ ਰਹੀ, ਚਲੋ ਕੋਈ ਗੱਲ ਨਹੀਂ, ਆਪਾਂ ਗੱਲ ਹੀ ਕਰਨੀ ਆ। ਫੋਟੋ ਤੁਹਾਡੀ ਦੇਖ ਲਈ ਸਾਰਿਆਂ ਨੇ, ਗੱਲ ਕਰੋ ਜੀ, ਪਤਾ ਲੱਗ ਗਿਆ ਆ ਵੀ ਕੌਣ ਆ ਡਾਕਟਰ ਸੁਖਮਨ। ਤੁਸੀਂ ਗੱਲਬਾਤ ਕਰੋ ਤੇ ਵੀਡੀਓ ਭਾਵੇਂ ਆਫ ਹੀ ਕਰ ਲਓ, ਵੀਡੀਓ ਨੂੰ ਆਫ ਹੀ ਕਰ ਲਓ, ਕਿਉਂਕਿ ਤੁਹਾਡਾ ਫਿਰ ਨੈਟ ਵਧੀਆ ਹੋ ਜਾਊਗਾ। ਵੀਡੀਓ ਨੂੰ ਉੱਤੇ ਕੈਮਰੇ ਵਾਲੇ ਤੇ ਨਾ ਪ੍ਰੈਸ ਕਰਕੇ ਆਫ ਹੀ ਕਰ ਦਿਓ, ਫਿਰ ਤੁਹਾਡੀ ਕੁਆਲਿਟੀ ਸਾਊਂਡ ਦੀ ਵਧੀਆ ਹੋ ਜਾਊਗੀ। ਮੈਨੂੰ ਤੁਹਾਡੀ ਅਸਲ ਵਿੱਚ ਆਵਾਜ਼ ਵੀ ਨਹੀਂ ਪੂਰੀ ਆ ਰਹੀ। ਵੀਡੀਓ ਆਫ ਕਰ ਦਿਓ, ਫਿਰ ਤੁਹਾਨੂੰ ਆਵਾਜ਼ ਆ ਜਾਊਗੀ। ਵੀਡੀਓ ਆਫ ਕਰ ਦਿਓ, ਵੀਡੀਓ ਟੋਟਲੀ ਆਫ ਕਰ ਦਿਓ। ਡਾਕਟਰ ਸੁਖਮਨ ਜੀ ਹਾਂ ਵੀ ਦੁਬਾਰਾ ਲੈਫਟ ਹੀ ਹੋ ਗਿਆ ਮੇਰੇ ਖਿਆਲ, ਵਾਪਸ ਆਉਣਗੇ। ਤੁਸੀਂ ਕੁਝ ਕਹਿ ਰਹੇ ਸੀ ਜੀ? ਮੈਂ ਭਾਜੀ ਇਹੀ ਕਹਿ ਰਿਹਾ ਸੀ, ਮੈਂ ਕਿਹਾ ਵੀ ਜਿਹੜਾ ਆਮ ਲੋਕਾਂ ਦੇ ਵਿੱਚ ਇਹੀ ਫੈਲਾਇਆ ਜਾ ਰਿਹਾ ਅੱਜ ਕੱਲ, ਖਾਸ ਕਰ ਸੋਸ਼ਲ ਮੀਡੀਆ ਤੇ ਜਾਂ ਕਿਤੇ ਵੀ, ਵੀ ਜਿਹੜੀ ਜੀ ਹਿੰਦੂ ਜਿਹੜੀ ਵੋਟ ਆ ਜੀ, ਇਹ ਤਾਂ ਪੱਕੀ ਭਾਜਪਾ ਦੀ ਵੋਟ ਆ। ਪਰ ਮੇਰਾ ਤਾਂ ਮੈਂ ਫੀਡਬੈਕ ਲੈਣਾ ਚਾਹੁੰਦਾ ਸੀ, ਕੋਸ਼ਿਸ਼ ਕਰਾਂਗੇ ਹਰ ਇੱਕ ਤੋਂ ਆਪਾਂ ਲਵਾਂਗੇ ਫੀਡਬੈਕ ਇਹਦੇ ਬਾਰੇ, ਕਿਉਂਕਿ ਬਹੁਤ ਸਾਰੇ ਇੱਦਾਂ ਦੇ ਸਾਡੇ ਹਿੰਦੂ ਭਰਾ ਵੀ ਹੈਗੇ ਆ ਜਿਹੜੇ, ਜਾਂ ਦਲਿਤ ਭਰਾ ਜਿਹੜੇ ਪੁਰਾਣੇ ਸੀਟਿੰਗ ਐਮਐਲਏ ਤੋਂ, ਮਤਲਬ ਉਹਨਾਂ ਤੋਂ ਖਫਾ ਆ, ਜਿਨ੍ਹਾਂ ਨੇ ਉਹਨਾਂ ਨੂੰ ਨਾਰੇ ਲਾ ਕੇ ਵੀ ਕੰਮ ਕੀਤੇ। ਹਾਂਜੀ ਹੈਲੋ, ਹਾਂਜੀ ਇੱਧਰ ਰੱਖੋ। ਹਾਂਜੀ ਬਿਲਕੁਲ ਆ ਰਹੀ ਆਵਾਜ਼ ਤੁਹਾਡੀ, ਬਿਲਕੁਲ ਠੀਕ ਹੈ ਆਵਾਜ਼, ਕਰੋ ਗੱਲ। ਮੇਰੀ ਆਵਾਜ਼ ਠੀਕ ਆ ਰਹੀ ਹੈ ਸਰ? ਬਿਲਕੁਲ ਠੀਕ ਆ ਰਹੀ, ਬਿਲਕੁਲ ਠੀਕ ਹੈ, ਤੁਸੀਂ ਏਦਾਂ ਹੀ ਕਰੋ ਗੱਲ। ਇਹ ਬੈਠੋ, ਤੁਹਾਡੀ ਨਹੀਂ ਸਹੀ ਆ ਰਹੀ। ਅੱਛਾ, ਕੋਈ ਨਹੀਂ, ਤੁਹਾਡੀ ਆ ਰਹੀ ਆ। ਤੁਸੀਂ ਏਦਾਂ ਕਰੋ, ਜਾਂ ਮੈਂ ਤੁਹਾਨੂੰ ਫੋਨ ਲਾ ਲੈਣਾ। ਮੈਂ ਆਪਣੇ ਦੂਸਰੇ ਫੋਨ ਤੋਂ ਟਰਾਈ ਕਰਕੇ ਦੇਖਾਂ ਜੀ? ਮੈਂ ਤੁਹਾਡੇ ਦੂਜੇ ਫੋਨ ਤੇ ਫੋਨ ਲਾ ਲੈਣਾ।
ਤੁਸੀਂ ਉਹਨੇ 'ਤੇ ਟਰਾਈ ਕਰੋ। ਮੈਂ ਸਿੱਧਾ ਫੋਨ ਲਾ ਲੈਣਾ ਕਿਉਂਕਿ ਆਪਣੀ ਇੱਕ ਅੱਧਾ ਸਵਾਲ ਰਹਿ ਗਿਆ, ਉਹ ਆਪਾਂ ਤੁਹਾਡੇ ਕੋਲ ਜ਼ਰੂਰ ਸੁਣਨਾ ਆ, ਅਤੇ ਮੈਂ ਫਿਰ ਤੁਹਾਨੂੰ ਫੋਨ 'ਤੇ ਇੱਕ ਮਿੰਟ ਸਰ, ਇੱਕ ਮਿੰਟ, ਮੈਂ ਦੂਸਰੇ ਫੋਨ ਤੋਂ ਕਰਕੇ ਦੇਖਦਾ ਟਰਾਈ। ਓਕੇ ਹਾਂਜੀ ਹਾਂਜੀ। ਸੋ ਇਹ ਦੇਖ ਲਓ ਵੀ ਅਸੀਂ ਕਹਿੰਦੇ ਆ ਪੰਜਾਬ ਨੇ ਬੜੀ ਤਰੱਕੀ ਕਰ ਲਈ, ਬੜੀ ਤਰੱਕੀ ਕਰ ਲਈ, ਹਾਲੇ ਤੱਕ ਬਿਲਕੁਲ ਜੀ, ਬਿਲਕੁਲ। ਹਾਂਜੀ ਹੋ ਗਿਆ ਠੀਕ ਹੈ। ਹਾਂਜੀ ਉਹੀ ਕੱਟ ਕੇ ਆ ਰਹੀ ਆਵਾਜ਼ ਤੁਹਾਡੀ, ਸਾਡੇ ਵੀ ਤੁਹਾਡੇ ਨੈਟ ਦੀ ਪ੍ਰੋਬਲਮ ਹੈ ਉੱਥੇ। ਉੱਥੇ ਮੇਰਾ ਖਿਆਲ ਮੀਂਹ ਪੈ ਰਿਹਾ, ਆਪਣੇ ਸਰਦਾਰ ਸੁਖਵਿੰਦਰ ਸਿੰਘ ਹੋਣੀ ਉਸ ਏਰੀਏ 'ਚ ਰਹਿੰਦੇ ਆ, ਉਹਦੇ ਮੌਸਮ ਖਰਾਬ ਹੈ ਜੀ, ਮੀਂਹ ਪੈ ਰਿਹਾ ਆ। ਠੀਕ ਆ ਰਹੀ ਹੈ ਮੈਨੂੰ। ਬਸ ਠੀਕ ਹੈ, ਵੀਡੀਓ ਬੰਦ ਕਰ ਦਿਓ, ਬਸ ਵੀਡੀਓ ਬੰਦ ਕਰ ਦਿਓ। ਤੁਸੀਂ ਵੀਡੀਓ ਬੰਦ ਕਰਕੇ ਨਾ ਫੋਨ ਤੇ ਗੱਲ ਕਰ ਲਓ, ਬੈਟਰ ਹੈ ਹੁਣ। ਹਾਂ ਵੀਡੀਓ ਬੰਦ ਕਰ ਦਿਓ। ਹਾਂਜੀ ਹਾਂ ਇੱਦਾਂ ਹੀ ਕਰੋ ਗੱਲ, ਇਹ ਠੀਕ ਆ। ਆਵਾਜ਼ ਆ ਰਹੀ ਤੁਹਾਨੂੰ? ਠੀਕ ਹੈ ਸਰ। ਨਹੀਂ ਤੁਹਾਡੀ ਆਵਾਜ਼ ਕੱਟੀ ਜਾ ਰਹੀ, ਤੁਸੀਂ ਇੱਦਾਂ ਕਰੋ ਇਹਨੂੰ ਕੱਟ ਦਿਓ, ਮੈਂ ਤੁਹਾਨੂੰ ਫੋਨ ਤੇ ਕਾਲ ਕਰਦਾ ਸਿੱਧੀ। ਠੀਕ ਹੈ ਜੀ। ਹਾਂਜੀ ਜਗਮੋਹਨ ਸਿੰਘ ਜੀ ਤੁਸੀਂ ਗੱਲਬਾਤ ਕਰੋ, ਮੈਂ ਉਹਨਾਂ ਨੂੰ ਕਾਲ ਕਰਦਾ। ਹਾਂ ਬਿਲਕੁਲ ਜੀ। ਆਪਣੇ ਸਰਦਾਰ ਨਿਸ਼ਾਨ ਸਿੰਘ ਢਿੱਲੋਂ ਕਹਿ ਰਿਹਾ ਵੀ ਆ ਰਹੀ ਆ ਆਵਾਜ਼, ਠੀਕ ਆ ਰਹੀ ਆ, ਸਾਡੀ ਆਵਾਜ਼ ਠੀਕ ਆ ਰਹੀ ਭਾਜੀ, ਉਧਰੋਂ ਜਿਹੜੀ ਆ ਰਹੀ ਆ ਉਹਨਾਂ ਕੋ ਉਹ ਥੋੜਾ ਆਵਾਜ਼ ਜਿਹੜੀ ਆ ਬਾਲੀ ਕਲੀਅਰ ਨਹੀਂ ਹਾਂਜੀ ਆ ਰਹੀ। ਹਾਂਜੀ ਹਾਂਜੀ ਫੋਨ ਤੇ ਆ ਗਏ, ਆਪਾਂ ਫੋਨ ਤੇ ਗੱਲਬਾਤ ਕਰਦੇ ਹਾਂ। ਸ਼ਕਲ ਤੁਹਾਡੀ ਸਾਰਿਆਂ ਨੂੰ ਆਪਾਂ ਦਿਖਾਤੀ ਆ। ਸੋ ਠੀਕ ਹੈ ਜੀ। ਜਿੱਥੇ ਆਪਾਂ ਛੱਡਿਆ ਜਗਮੋਹਨ ਸਿੰਘ ਜੀ, ਤੁਹਾਡਾ ਅਗਲਾ ਸਵਾਲ। ਹਾਂਜੀ ਮੇਰਾ ਇਹ ਸਵਾਲ ਸੀਗਾ ਸਰਦਾਰ ਸੁਖਮਨ ਸਿੰਘ ਜੀ, ਤਾਂ ਤੁਸੀਂ ਐਕਸਪਲੇਨ ਕੀਤਾ ਵੀ ਤਰਨਤਾਰਨ ਸਾਹਿਬ ਇੱਕ ਪੰਥਕ ਹਲਕਾ ਆ, ਤੇ ਇੱਕ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਵੀ ਜਿਹੜਾ ਆਪਾਂ ਅੰਦੋਲਨ ਵੀ ਜਿੱਤਿਆ ਆ ਉਹ 'ਚ ਸਾਰੇ ਇਨਵੋਲਵ ਸੀਗੇ, ਜਾਤ ਪਾਤ ਧਰਮ ਤੋਂ ਨਿਰਪੱਖ ਹੋ ਕੇ ਲੋਕਾਂ ਨੇ ਇਹ ਅੰਦੋਲਨ ਜਿੱਤਿਆ ਆ, ਤੇ ਪੰਜਾਬ ਨੇ ਇਹਦੀ ਜਿਹੜੀ ਆ ਲੀਡਰਸ਼ਿਪ ਕੀਤੀ ਆ। ਸੋ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡਾ ਜੇ ਮੰਨ ਲਓ ਤੁਸੀਂ ਜਿੱਤ ਜਾਂਦੇ, ਆਪਾਂ ਮੰਨ ਕੇ ਚੱਲੀਏ ਵੀ ਤੁਸੀਂ ਜਿੱਤ ਗਏ, ਤੇ ਤੁਸੀਂ ਕੀ ਚੇਂਜਸ ਲਿਆਓਗੇ ਜਿੱਤਣ ਤੋਂ ਬਾਅਦ ਇਸ ਹਲਕੇ ਦੇ ਵਿੱਚ? ਇਸ ਹਲਕੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆ। ਉਹ ਵੱਡੀ ਪ੍ਰੋਬਲਮ ਤੇ ਇੱਥੇ ਮੈਂ ਕਦੀ ਮੈਨੂੰ ਹਮੇਸ਼ਾ ਨਾ ਜਿਵੇਂ ਥੋੜਾ ਬੁਰਾ ਜਿਹਾ ਲੱਗਦਾ ਕਹਿਣ ਲੱਗਿਆ, ਪਰ ਸਭ ਤੋਂ ਵੱਡੀ ਪ੍ਰੋਬਲਮ ਇੱਥੇ ਨਸ਼ਾ ਆ ਜੀ। ਨਸ਼ਾ ਸਭ ਤੋਂ ਵੱਡੀ ਪ੍ਰੋਬਲਮ ਇੱਥੇ ਚਿੱਟਾ ਆ, ਕਿਉਂਕਿ ਇੱਕ ਬਾਰਡਰ ਸਟੇਟ ਆ। ਬਾਰਡਰ ਸਟੇਟ ਹੋਣ ਕਰਕੇ ਸਭ ਤੋਂ ਵੱਧ ਵਾਰੀਅਰਸ ਵੀ ਇੱਥੋਂ ਦੇ ਰਹੇ ਆ, ਕਿਉਂਕਿ ਹਮੇਸ਼ਾ ਬਾਹਰੋਂ ਜਿਹੜੇ ਇੰਟਰੂਡਰਸ ਆਉਂਦੇ ਰਹੇ ਆ ਦੂਸਰੇ ਦੇਸ਼ਾਂ ਤੋਂ, ਥੋੜਾ ਨਾਰਥ ਵੈਸਟ ਵੱਲੋਂ ਅੱਛਾ ਇੱਧਰੋਂ ਦੀ ਲੰਘਦੇ ਰਹੇ ਆ, ਤੇ ਲੋਕਾਂ ਨੂੰ ਸ਼ੁਰੂ ਤੋਂ ਹੀ ਲੋਕਾਂ ਦੇ ਖੂਨ ਦੇ ਵਿੱਚ ਉਹਨਾਂ ਦਾ ਸਾਹਮਣਾ ਕਰਨਾ ਆ, ਲੜਨਾ ਆ, ਉਹਨਾਂ ਦੇ ਵਿਰੁੱਧ ਖਲੋਣਾ ਆ। ਤਾਂ ਸ਼ੁਰੂ ਤੋਂ ਹੀ ਯੋਧਿਆਂ ਦੀ ਧਰਤੀ ਆ। ਹਾਂਜੀ ਹਮੇਸ਼ਾ ਇੰਡੀਆ ਨੂੰ, ਹਿੰਦੁਸਤਾਨ ਨੂੰ ਜੇ ਲੜਾਈਆਂ ਦੇ ਵਿੱਚ ਜਾਂ ਫਿਰ ਕਦੀ ਵੀ ਕਿਸੇ ਬੁਰੇ ਸਮੇਂ ਤੋਂ ਬਚਾਇਆ ਵਾ ਤੇ ਪੰਜਾਬ ਅੱਗੇ ਆਇਆ ਵਾ। ਤੇ ਇਹਨਾਂ ਸਰਕਾਰਾਂ ਨੂੰ ਲੱਗਾ ਕਿ ਇਹ ਜਿਹੜੀ ਸਟੇਟ ਆ, ਜਿਹੜੇ ਇੱਥੋਂ ਦੇ ਲੋਕ ਆ, ਉਹਨਾਂ ਨੂੰ ਕਮਜ਼ੋਰ ਕਿਵੇਂ ਕੀਤਾ ਜਾਵੇ। ਤੇ ਇਹਨਾਂ ਨੇ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਕਿ ਅਸੀਂ ਇਹਨਾਂ ਨੂੰ ਬਸੁਰਤ ਕਰ ਦਈਏ, ਇਹਨਾਂ ਦੇ ਯੂਥ ਆ ਜਿਹੜਾ ਉਹਨੂੰ ਅਸੀਂ ਨਸ਼ੇ ਦੇ ਵਿੱਚ ਲਾ ਦਈਏ। ਸੋ ਇਹ ਬਹੁਤ ਵੱਡੀ ਇੱਕ ਪ੍ਰੋਬਲਮ ਆ ਜਿਹੜੀ ਕਿ ਅਸੀਂ ਸੋਲਵ ਕਰਨਾ ਚਾਹੁੰਦੇ ਹਾਂ, ਕਿਉਂਕਿ ਸਾਡੇ ਜਿਨ੍ਹਾਂ ਨੂੰ ਅਸੀਂ ਵਾਗਡੋਰ ਸੰਭਾਲੀ ਆ, ਜਿਹੜੇ ਜ਼ਿੰਮੇਵਾਰ ਲੋਕ ਨੇ ਸਾਡੇ ਇੱਥੋਂ ਦੇ, ਸਾਡੇ ਹਲਕੇ ਦੇ ਜਾਂ ਸਾਡੇ ਏਰੀਆ ਦੇ ਜਾਂ ਫਿਰ ਸਾਡੇ ਓਵਰਆਲ ਪੰਜਾਬ ਦੇ ਹੀ, ਬਟ ਆਈ ਵਿਲ ਟਾਕ ਅਬਾਊਟ ਮਾਈ ਏਰੀਆ। ਉਹਨਾਂ ਦਾ ਖੁਦ ਦਾ ਹੱਥ ਹੈ ਇਸ ਚੀਜ਼ ਦੇ ਵਿੱਚ। ਉਹਨਾਂ ਨੇ ਖੁਦ ਕੀ ਸਾਨੂੰ ਸੁਧਾਰਨਾ, ਕੀ ਸਾਡਾ ਵਿਕਾਸ ਕਰਨਾ, ਉਹ ਖੁਦ ਚਾਹੁੰਦੇ ਆ ਕਿ ਅਸੀਂ ਦੱਬ ਜਾਈਏ, ਅਸੀਂ ਅਨਪੜ੍ਹ ਰਹਿ ਜਾਈਏ, ਅਸੀਂ ਬਿਮਾਰ ਰਹਿ ਜਾਈਏ, ਅਸੀਂ ਨਸ਼ੇ ਵਿੱਚ ਧੁੱਤ ਰਹਿ ਜਾਈਏ, ਤਾਂ ਜੋ ਅਸੀਂ ਉਹਨਾਂ ਨੂੰ ਕੁਐਸਚਨ ਨਾ ਕਰ ਸਕੀਏ, ਤਾਂ ਜੋ ਉਹ ਕੁਛ ਵੀ ਨਾ ਕਰਨ ਤੇ ਉਹ ਹਮੇਸ਼ਾ ਜਿੱਤਦੇ ਰਹਿਣ, ਤੇ ਉਹਨਾਂ ਨੂੰ ਕੋਈ ਕੁਐਸਚਨ ਨਾ ਕਰ ਸਕੇ ਅੱਗੋਂ ਕਿ ਇਹ ਕਿਸ ਤਰ੍ਹਾਂ ਜੇ ਤੁਸੀਂ ਵਿਕਾਸ ਨਹੀਂ ਕੀਤਾ ਤੇ ਕਿਉਂ, ਜੇ ਤੁਹਾਡਾ ਹੈਲਥ ਕੇਅਰ ਫੇਲ ਹੋ ਗਿਆ ਤੇ ਕਿਉਂ, ਜੇ ਤੁਹਾਡੀ ਐਜੂਕੇਸ਼ਨ ਸਿਸਟਮ ਫੇਲ ਹੋ ਗਿਆ ਤੇ ਕਿਉਂ, ਕਿਉਂਕਿ ਇਹ ਲੋਕ ਇੰਨੇ ਕਾਬਲ ਨਹੀਂ ਆ ਕਿ ਉਹਨਾਂ ਚੀਜ਼ਾਂ ਦਾ ਆਨਸਰ ਦੇ ਸਕਣ। ਇਹਨੇ ਇੱਕ ਤਰੀਕਾ ਵਰਤਿਆ, ਇਹਨਾਂ ਨੇ ਆਈ ਵੁੱਡ ਸੇ ਕਿ ਇਹਦੇ ਵਿੱਚ ਕੁਛ ਕੁ ਸੈਂਟਰ ਦਾ ਵੀ ਹੱਥ ਸੀ, ਕਿਉਂਕਿ ਉਹਨਾਂ ਦਾ ਵੀ ਮੰਨਣਾ ਸੀ ਕਿ ਪੰਜਾਬ ਨੇ ਸ਼ੁਰੂ ਤੋਂ ਇਨਕਲਾਬ ਲਿਆਂਦਾ,
ਤੇ ਪੰਜਾਬ ਕਿਤੇ ਸਾਡੇ ਖਿਲਾਫ ਹੀ ਨਾ, ਜਦੋਂ ਅਸੀਂ ਕੁਝ ਗਲਤ ਕਰੀਏ ਤੇ ਕਿਤੇ ਸਾਡੇ ਖਿਲਾਫ ਹੀ ਨਾ ਖਲੋ ਜੇ। ਤਾਂ ਸਭ ਤੋਂ ਪਹਿਲਾਂ ਤੇ ਨਸ਼ੇ ਦੀ ਸਪਲਾਈ ਸਾਡਾ ਰਹੂਗਾ ਕਿ ਨਸ਼ੇ ਬਾਈ ਅਸੀਂ ਬਿਲਕੁਲ ਹੀ ਧੁਰ ਤੋਂ ਜਿਹੜੇ ਇਹਨਾਂ ਦੇ ਹੈਡ ਆ ਪਿੰਡ ਆ ਉਹਨਾਂ ਨੂੰ ਫੜ ਕੇ ਅੰਦਰ ਕਰਕੇ ਨਸ਼ੇ ਦੀ ਸਪਲਾਈ ਰੋਕੀ ਜਾਵੇ। ਦੂਜੀ ਗੱਲ, ਜਿਹੜੇ ਲੋਕਾਂ ਨੂੰ ਇਹਨਾਂ ਨੇ ਆਪਣੇ ਚੰਗੁਲ ਵਿੱਚ ਆਲਰੇਡੀ ਫਸਾ ਲਿਆ ਵਾ, ਜਿਹੜੇ ਭੋਲੇ ਭਾਲੇ ਸਾਡੇ ਯੂਥ ਨੂੰ ਫਸਾ ਲਿਆ ਵਾ, ਜਾਂ ਫਿਰ ਜਿਨ੍ਹਾਂ ਨੂੰ, ਕਿਉਂਕਿ ਯੂਥ ਨੂੰ ਜੇ ਰੁਜ਼ਗਾਰ ਦਿੱਤਾ ਆ ਸਰ, ਤੇ ਸਿਰਫ ਇਹ ਦਿੱਤਾ ਆ ਕਿ ਤੁਸੀਂ ਸਾਡੀ ਸਪਲਾਈ ਚੇਨ ਦੇ ਵਿੱਚ ਰਲੋ ਤੇ ਨਸ਼ਾ ਵੇਚੋ, ਤੁਹਾਨੂੰ ਚੰਗੀ ਮੋਟੀ ਕਮਾਈ ਹੋਊਗੀ। ਬਿਲਕੁਲ। ਆਪਾਂ ਉਹ ਰੁਜ਼ਗਾਰ ਬੰਦ ਕਰਾ ਕੇ ਤੇ ਆਪਾਂ ਨਵੀਂ ਤਰ੍ਹਾਂ ਦਾ ਰੁਜ਼ਗਾਰ ਦੇਣਾ ਹੈ। ਤੋਂ ਜਿਹੜੇ ਲੋਕਾਂ ਨੂੰ ਇਹਨਾਂ ਨੇ ਫਸਾ ਲਿਆ ਵਾ ਇਸ ਚੰਗੁਲ ਦੇ ਵਿੱਚ, ਜਿਹੜੇ ਵਿਚਾਰੇ ਭੋਲੇ ਭਾਲੇ ਲੋਕ ਨਸ਼ੇ ਤੇ ਲੱਗ ਚੁੱਕੇ ਆ, ਤੇ ਭਾਲੇ ਮੈਂ ਇਸ ਤਰ੍ਹਾਂ ਹੀ ਕਹਿ ਰਿਹਾ ਵਾਂ ਕਿਉਂਕਿ ਮੈਨੂੰ ਬਹੁਤ ਸਾਰੇ ਲੋਕ ਮਿਲਦੇ ਆ ਤੇ ਉਹ ਜਿਹੜੇ ਵਿਚਾਰੇ ਇਸ ਐਡਿਕਟ ਨੇ, ਪਰ ਉਹ ਮੈਨੂੰ ਰੋ ਕੇ ਕਹਿੰਦੇ ਆ ਕਿ ਬਾਈ ਮੈਂ ਛੱਡਣਾ ਚਾਹੁੰਦਾ ਆ, ਮੈਂ ਨਸ਼ਾ ਛੱਡਣਾ ਚਾਹੁੰਦਾ ਆ, ਮੇਰੀ ਹੈਲਪ ਕਰੋ। ਬਾਰਡਰ ਤੇ ਵੀ ਇਸ ਤਰ੍ਹਾਂ ਹੋਇਆ, ਬਾਰਡਰ ਤੇ ਸਾਡੀ ਟੀਮ ਨੇ ਬਹੁਤ ਸਾਰੇ ਲੋਕਾਂ ਦਾ ਡੀ ਐਡਿਕਸ਼ਨ ਦੇ ਵਿੱਚ ਹੈਲਪ ਕੀਤੀ। ਐਂਡ ਇੱਥੇ ਮੈਨੂੰ ਬਹੁਤ ਸਾਰੇ ਲੋਕ ਮਜਬੂਰ ਹੋ ਕੇ ਕਹਿੰਦੇ ਅਸੀਂ ਮਜਬੂਰ ਆ, ਸਾਨੂੰ ਇਹਦੇ ਵਿੱਚੋਂ ਕੱਢੋ। ਸੋ ਸਾਡਾ ਮੇਨ ਫੋਕਸ ਹੈਲਥ ਕੇਅਰ ਸਿਸਟਮ ਦਾ ਪਾਰਟ ਹੀ ਰਹੂਗਾ। ਅਸੀਂ ਡੀ ਐਡਿਕਸ਼ਨ ਸੈਂਟਰਸ ਖੋਲਾਂਗੇ ਜਿਹੜੇ ਕਿ ਵਧੀਆ ਵੈਲ ਮੈਨੇਜਡ ਹੋਣਗੇ, ਵਧੀਆ ਵਿਜੀਲੈਂਸ ਹੋਊਗੀ ਉਹਨਾਂ ਦੀ ਚੰਗੀ ਤਰ੍ਹਾਂ, ਜਿੱਥੇ ਪਿਆਰ ਨਾਲ ਲੋਕਾਂ ਦਾ ਨਸ਼ਾ ਛੁਡਾਇਆ ਜਾਊਗਾ, ਆਪਣੇ ਯੂਥ ਨੂੰ ਦੁਬਾਰਾ ਲਿਆਂਦਾ ਜਾਵੇ, ਪੈਰਾਂ ਤੇ ਖਿਲਾਰਿਆ ਜਾਊਗਾ। ਇਹ ਮੈਂ ਜ਼ਿਆਦਾ ਇਸ ਚੀਜ਼ ਤੋਂ ਫੋਕਸ ਤਾਂ ਕਰ ਰਿਹਾ, ਇਹ ਨਹੀਂ ਮੈਂ ਕਹਿ ਰਿਹਾ ਕਿ ਆਪਣੇ ਪੰਜਾਬ ਦੇ ਜਾਂ ਫਿਰ ਇਸ ਤਰ੍ਹਾਂ ਦੇ ਲੋਕ ਨਸ਼ਾ ਮੈਂ ਤਾਂ ਜ਼ਿਆਦਾ ਫੋਕਸ ਕਰ ਰਿਹਾ ਵਾਂ ਕਿਉਂਕਿ ਇਹਦੀ ਲੋੜ ਆ ਸਾਡੇ। ਇਹ ਬਿਲਕੁਲ ਖਤਮ ਹੋਣਾ ਚਾਹੀਦਾ ਵਾ, ਇਹ ਜ਼ੀਰੋ ਹੋਣਾ ਚਾਹੀਦਾ ਵਾ। ਜੇ 5% 7% ਵੀ ਆ ਸਾਡੇ ਪੰਜਾਬ ਵਿੱਚ ਜਾਂ ਫਿਰ ਹਲਕੇ ਵਿੱਚ, ਤੇ 2% 1% ਵੀ ਆ, ਤੇ ਬਿਲਕੁਲ ਜ਼ੀਰੋ ਹੋਣਾ ਚਾਹੀਦਾ ਵਾ। ਮੈਂ ਤਾਂ ਇਹ ਤੇ ਥੋੜਾ ਫੋਕਸ ਦੇ ਰਿਹਾ ਵਾਂ ਕਿਉਂਕਿ ਇਹ ਇੱਕ ਸਪੈਸ਼ਲਿਟੀ ਮੁੱਦਾ ਆ ਸਾਡੇ ਮਾਝੇ ਦਾ, ਜਿਹੜਾ ਬਾਕੀ ਤੇ ਸ਼ਾਇਦ ਘੱਟ ਆ। ਬਿਲਕੁਲ। ਜਿਹੜੀ ਤੁਸੀਂ ਗੱਲ ਕੀਤੀ ਮੈਂ ਡਾਕਟਰ ਸੁਖਮਨਦੀਪ, ਮੈਂ ਇੱਥੇ ਤੁਹਾਨੂੰ ਰੋਕ ਕੇ ਇੱਕ ਗੱਲ ਜ਼ਰੂਰ ਪੁੱਛਣੀ ਚਾਹੂੰਗਾ। ਤੁਸੀਂ ਇਹ ਤਾਂ ਕਹਿਤਾ ਵੀ ਨਸ਼ਾ ਇੱਕ ਬਹੁਤ ਵੱਡੀ ਪ੍ਰੋਬਲਮ ਆ, ਪਰ ਜਿਨ੍ਹਾਂ ਦੋ ਦੇ ਅਗੇਂਸਟ ਤੁਸੀਂ ਲੜ ਰਹੇ ਹੋ ਇਸ ਟਾਈਮ, ਹਰਮੀਤ ਸੰਧੂ ਜਾਂ ਧਰਮਵੀਰ ਅਗਨੀਹੋਤਰੀ, ਉਹਨਾਂ ਦੋਨਾਂ ਦਾ ਕਿਤੇ ਨਾ ਕਿਤੇ ਇਹ ਇਲਜ਼ਾਮ ਲੱਗਦਾ ਰਿਹਾ ਦੋਨਾਂ ਦੇ ਉੱਪਰ ਵੀ ਇਹ ਨਸ਼ਿਆਂ ਦੇ ਸਪਲਾਇਰ ਜਾਂ ਉਹਨਾਂ ਨੂੰ ਉਹਨਾਂ ਦੀ ਸਪੋਰਟ ਕਰਨ ਵਾਲੇ ਆ। ਸੋ ਗੱਲ ਬੜੀ ਔਖੀ ਆ। ਤੁਸੀਂ ਚਲੋ ਜਿੱਥੋਂ ਜਿੱਤ ਵੀ ਜਾਂਦੇ ਆ, ਤੇ ਇਹ ਜਿਹੜਾ ਗੰਦਗੀ ਆ ਪੋਲਿਟਿਕਸ 'ਚ ਆਈ ਹੋਈ, ਜਿਨ੍ਹਾਂ ਨੇ ਇਹ ਸਾਰਾ ਕੁਝ, ਕਿਉਂਕਿ ਇਹ ਤੋਂ ਹੀ ਇਹਨਾਂ ਦੀ ਬਹੁਤੀ ਇਨਕਮ ਹੁੰਦੀ ਆ। ਜਦੋਂ ਇਲੈਕਸ਼ਨ ਹੁੰਦੀ ਆ, ਰੇਡਾਂ ਵੀ ਉਦੋਂ ਹੀ ਵੱਜਦੀਆਂ ਆ, ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ, ਫਿਰ 4.5 ਸਾਲ ਮੌਜਾਂ ਲੁੱਟੋ, ਜੋ ਮਰਜ਼ੀ ਕਰੀ ਜਾਓ। ਇਹ ਸਾਰਾ ਸਭ ਨੂੰ ਦਿਖਦਾ ਹੁੰਦਾ ਵੀ ਇਹ ਡਰਾਮਾ ਹੈ, ਜਿਹੜੀ ਸਿਟਿੰਗ ਸਰਕਾਰ ਆ। ਜਿਵੇਂ ਹੁਣ ਇਹਨਾਂ ਨੇ ਕੀਤਾ, ਕਾਂਗਰਸ ਨੇ ਮਜੀਠੀਆ ਸਾਹਿਬ ਤੇ ਕੇਸ ਕਰਤਾ, ਵੀ ਪਹਿਲਾਂ ਕਿਉਂ ਨਹੀਂ ਹੋਇਆ 4.5 ਸਾਲ ਕੇਸ, ਉਹ ਹੁਣ ਕਿਉਂ ਹੋਇਆ? ਉਹ ਸਭ ਨੂੰ ਦਿਖ ਰਿਹਾ ਕਿ ਉਹ ਇੱਕ ਪੋਲੀਟੀਕਲ ਗੇਮ ਖੇਡੀ ਜਾ ਰਹੀ ਆ। ਫੜਨਾ ਨਹੀਂ, ਕੁਛ ਨਹੀਂ ਕਰਨਾ, ਕੁਛ ਕਰਾਉਣਾ ਨਹੀਂ। ਛੋਟੇ ਮੋਟੇ ਜਿਹੜੇ ਤਸਕਰ ਵਿਚਾਰੇ, ਜਿਹੜੇ ਟੀਕੇ ਲਾਉਣ ਵਾਲੇ ਆ, ਉਹਨਾਂ ਨੂੰ ਫੜ ਕੇ ਅੰਦਰ ਕਰ ਦਿੰਦੇ ਆ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਤੇ ਜਿਹੜੇ ਸਪਲਾਈ ਕਰ ਰਹੇ ਆ ਉਹ ਕੋਈ ਵੀ ਨਹੀਂ ਰੋਕਦੇ। ਸੋ ਉਹਦੇ ਬਾਰੇ ਤੁਸੀਂ ਕੀ ਸੋਚਿਆ ਵੀ ਜੇ ਤੁਹਾਡੀ ਸਰਕਾਰ ਆ ਜਾਂਦੀ ਆ ਤੇ ਉਹਨੂੰ ਕਿਵੇਂ ਰੋਕੋਗੇ, ਕਿਵੇਂ ਨੱਥ ਪਾਓਗੇ? ਵੱਡੀਆਂ ਮੱਛਲੀਆਂ ਨੂੰ ਫੜਨ ਨੂੰ ਤੁਸੀਂ ਤਿਆਰ ਹੋ? ਕਿਉਂਕਿ ਉਹ ਤਾਂ ਹੱਥ 'ਚ ਗੁਟਕਾ ਫੜ ਕੇ ਕੈਪਟਨ ਸਾਹਿਬ ਨੇ ਵੀ ਕਹਿ ਦਿੱਤਾ ਸੀ, ਤੇ ਕੇਜਰੀਵਾਲ ਸਾਹਿਬ ਨੇ ਵੀ ਕਹਿ ਦਿੱਤਾ ਸੀ, ਬਾਅਦ 'ਚ ਮਾਫੀ ਮੰਗ ਕੇ ਛੁੱਟੇ ਸੀ ਕੇਜਰੀਵਾਲ ਸਾਹਿਬ ਵੀ। ਤੇ ਕੈਪਟਨ ਸਾਹਿਬ ਦਾ ਤੁਹਾਨੂੰ ਪਤਾ ਹੀ ਹੈ ਵੀ ਕੱਖ ਵੀ ਨਹੀਂ ਕੀਤਾ। ਗੁਟਕਾ ਸਾਹਿਬ ਫੜ ਕੇ ਕਹਿਤਾ ਸੀ ਮੈਂ ਬੇਅਦਬੀਆਂ ਦਾ ਇੰਨੇ ਮਹੀਨੇ 'ਚ ਖਤਮ ਕਰ ਦੂੰ, ਤਾਂ ਨਸ਼ਾ ਮੁਕਤ ਪੰਜਾਬ ਕਰ ਦੂੰਗਾ, ਤੇ ਕੱਖ ਵੀ ਨਹੀਂ ਹੋਇਆ। ਤੇ ਇਹ ਹੁਣ ਕਿੱਦਾਂ ਮੰਨ ਲਈਏ ਵੀ ਜੇ ਤੁਹਾਡੀ ਸਰਕਾਰ ਬਣਦੀ ਹੈ ਤੇ ਕੁਝ ਹੋ ਜਾਊਗਾ? ਦੇਖੋ ਸਰ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ, ਜੋ ਕੁਝ ਵੀ ਤੁਸੀਂ ਸਭ ਕੁਝ ਕਿਹਾ। ਮੈਂ ਕਹਿਣਾ ਨਹੀਂ ਸੀ ਚਾਹੁੰਦਾ ਮੂੰਹੋਂ, ਬਟ ਸੱਚੀ ਉਹਨਾਂ ਦਾ ਅਖਬਾਰਾਂ ਵਿੱਚ ਆ ਚੁੱਕਿਆ ਵਾ, ਪ੍ਰੂਵ ਹੋ ਚੁੱਕਿਆ ਵਾ। ਪਿਛਲੇ 20 ਸਾਲਾਂ ਤੋਂ ਲੋਕਾਂ ਨੂੰ ਪਤਾ ਹੈ ਇਸ ਗੱਲ ਦਾ। ਇਸ ਗੱਲ ਤੋਂ ਕੋਈ ਵੀ ਉਹ ਨਹੀਂ ਆ, ਸ਼ੱਕ ਨਹੀਂ ਆ ਜਾਂ ਫਿਰ ਦੋ ਰਾਏ ਨਹੀਂ ਆ ਕਿ ਸਾਡੇ ਲੀਡਰ ਦੀ ਇਨਵੋਲਵਮੈਂਟ ਰਹੀ ਆ, ਪਾਸਟ ਲੀਡਰ ਦੀ ਡਾਇਰੈਕਟ ਇਨਵੋਲਵਮੈਂਟ ਰਹੀ ਆ। ਨਾਲੇ ਤੇ ਤੁਸੀਂ ਗੱਲ ਕੀਤੀ ਇਹਨਾਂ ਨੂੰ ਰੋਕਣ ਦੀ, ਜੇ ਅਸੀਂ ਇਹਨਾਂ ਦੇ ਨਾਲ ਸਾਡੇ ਹੱਥ ਰਲੇ ਹੋਣਗੇ, ਜੇ ਸਾਡਾ ਵੀ ਇਹੀ ਬਿਜ਼ਨਸ ਹੋਊਗਾ, ਜੇ ਅਸੀਂ ਇਹਨਾਂ ਦੇ ਨਾਲ ਹੱਥ ਮਿਲਾ ਕੇ ਅਸੀਂ ਪੈਸਾ ਖਾ ਰਹੇ ਹੋਵਾਂਗੇ, ਫਿਰ ਅਸੀਂ ਇਹਨਾਂ ਨੂੰ ਬਿਲਕੁਲ ਨਹੀਂ ਫੜਾਂਗੇ ਜੀ। ਇਹੀ ਗੱਲ ਇਹਨਾਂ ਪਿਛਲੀਆਂ ਪਾਰਟੀਆਂ ਨੇ ਕੀਤਾ ਕਿ ਪਿਛਲੇ ਸਾਡੇ ਸਾਬਕਾ ਮੁੱਖ ਮੰਤਰੀ ਸਾਹਿਬ ਦੀ ਗੱਲ ਕੀਤੀ,
ਤੇ ਸਭ ਪਾਰਟੀਆਂ ਆਪਸ ਦੇ ਵਿੱਚ ਰਲੀਆਂ ਆ। ਇੱਕ ਸਾਲ ਇੱਕ ਇਹਨਾਂ ਨੇ ਡੀਲ ਕੀਤੀਆਂ ਹੁੰਦੀਆਂ ਕਿ ਚਲੋ 5 ਸਾਲ ਮੈਨੂੰ ਦੇ ਦਿਓ ਜੀ, ਤੁਹਾਡੇ 5 ਸਾਲ ਅਗਲੇ ਤੁਸੀਂ ਰੱਖ ਲਿਓ, ਅਗਲੇ 5 ਸਾਲ ਇੰਜ ਕਰ ਲਏ। ਸਭ ਇਹਨਾਂ ਦੀ ਰਲੀ ਮਿਲੀ ਭੁਗਤ ਆ। ਚਾਹੁੰਦੇ ਆ ਕਿ ਅਸੀਂ ਹੀ ਦੋ ਵਿੱਚ ਰਹੀਏ। ਇਹੀ ਮੁੱਦਾ ਹੈ। ਸਾਡੀ ਜਿਹੜੀ ਪਾਰਟੀ ਸੰਯੁਕਤ ਸਮਾਜ ਮੋਰਚਾ ਜਾਂ ਫਿਰ ਮੈਂ ਖੁਦ, ਮੈਂ ਬੀਂਗ ਅ ਡਾਕਟਰ ਸਮਝਦਾ ਆ, ਭਾਵੇਂ ਕਿ ਮੇਰੇ ਓਪੋਨੈਂਟ ਵੀ ਇੱਕ ਡਾਕਟਰ ਆ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਕਿਉਂ ਡਾਕਟਰ ਬਣੇ, ਮੈਨੂੰ ਇਹ ਨਹੀਂ ਸਮਝ ਲੱਗਦੀ ਅੱਜ ਤੱਕ। ਚਲੋ ਮੇਰੇ ਸੀਨੀਅਰ ਨੇ, ਮੇਰੇ ਫੀਲਡ ਵਿੱਚ ਸੀਨੀਅਰ ਨੇ, ਮੈਂ ਫਿਰ ਵੀ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਹਾਂ, ਕਿਉਂਕਿ ਸਾਡੇ ਫੀਲਡ ਦੇ ਵਿੱਚ ਜਿਹੜਾ ਸਾਡੇ ਤੋਂ 1 ਸਾਲ ਵੀ ਸੀਨੀਅਰ ਆ ਉਹ ਸਾਡੇ ਲਈ ਸਰ ਆ ਜਾਂ ਫਿਰ ਮੈਮ ਆ। ਸੋ ਬਟ ਤੇ ਇਹੀ ਆ ਜੀ, ਹਮੇਸ਼ਾ ਬੰਦਾ ਉਹੀ ਬੰਦਾ ਨਹੀਂ ਇਹਨਾਂ ਨੂੰ ਰੋਕੂਗਾ ਜਿਹੜੇ ਬੰਦੇ ਨੂੰ ਇਸ ਚੀਜ਼ ਤੋਂ ਫਾਇਦਾ ਹੁੰਦਾ ਹੋਊਗਾ। ਬਿਲਕੁਲ। ਉਹਨਾਂ ਲੋਕਾਂ ਦੇ ਵੀ ਕਿਤੇ ਨਾ ਕਿਤੇ ਬਿਜ਼ਨਸ ਦੇ ਵਿੱਚ ਉਹਨਾਂ ਦੇ ਕੀ ਕਹਿੰਦੇ, ਕਹਿ ਸਕਦੇ ਆ ਕਿ ਹਿੱਸੇ ਆ, ਜਾਂ ਤੇ ਇਹ ਹੋ ਸਕਦਾ ਵਾ ਉਹ ਲੋਕ ਪੈਸਾ ਬਣਦਾ ਵਾ ਇਸ ਚੀਜ਼ ਤੋਂ, ਜਾਂ ਫਿਰ ਉਹਨਾਂ ਲੋਕਾਂ ਨੂੰ, ਜਾਂ ਫਿਰ ਜਿਹੜੇ ਪਿੱਛੇ ਬੈਕ ਐਂਡ ਤੇ ਜਿਹੜੇ ਬਿਜ਼ਨਸਮੈਨ ਆ, ਜਿਹੜੇ ਇਹਨਾਂ ਦੇ ਸਪਾਂਸਰਸ ਆ, ਬਿਲਕੁਲ, ਜਿਹੜੇ ਲੋਕ ਚਿੱਟੇ ਦਾ ਪੈਸਾ ਕਮਾ ਕੇ, ਨਸ਼ੇ ਤੋਂ ਪੈਸਾ ਕਮਾ ਕੇ ਇਹਨਾਂ ਪਾਰਟੀਆਂ ਨੂੰ ਫੰਡ ਕਰਦੇ ਆ, ਉਹ ਸੇਮ ਆ। ਬਿਲਕੁਲ ਜੀ। ਇਹ ਆਪਣੇ ਕੁਝ ਬਿਲਕੁਲ ਇਹ ਜਿਹੜੇ ਕਹਿ ਵੀ ਦਿੰਦੇ ਆ ਬਾਹਰੋਂ ਵੀ ਅਸੀਂ ਤੇ ਨਸ਼ਾ ਰੋਕ ਦਾਂਗੇ, ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ। ਅੱਜ ਦੀ ਵੀ ਖਬਰ ਆ ਕਿ ਭਗਵੰਤ ਮਾਨ ਦਾ ਮੇਰਾ ਖਿਆਲ ਭੂਆ ਦਾ ਮੁੰਡਾ ਆ ਕਿ ਕੌਣ ਆ, ਉਹਦੀ ਗੱਡੀ ਕਿਤੇ ਫੜੀ ਗਈ ਆ, ਉਹਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ। ਹੁਣ ਜਿਹੜੇ ਅੱਗੇ ਹੋ ਕੇ ਕਹਿ ਰਹੇ ਅਸੀਂ ਨਸ਼ਾ ਮੁਕਤ ਪੰਜਾਬ ਕਰ ਦਿਆਂਗੇ, ਉਹ ਤਾਂ ਉਹਨਾਂ ਦੇ ਤਾਂ ਭਰਾਵਾਂ ਕੋਲੋਂ ਫੜੀ ਜਾ ਰਹੀ ਆ, ਸ਼ਰਾਬ ਵੰਡ ਰਹੇ ਆ ਸ਼ਰੇਆਮ। ਤੁਹਾਡੇ ਕੋਲ ਆਖਰੀ 'ਚ ਮੇਰਾ ਇਹੀ ਸਵਾਲ ਆ ਵੀ ਨਾ ਕੋਈ ਬਜਟ ਆ, ਨਾ ਪੈਸਾ ਆ, ਜੇਬ 'ਚੋਂ ਕਿੰਨਾ ਕੁ ਖਰਚ ਸਕਦੇ ਆ? ਕਿਉਂਕਿ ਕਹਿੰਦੇ ਆ ਵੀ ਇਲੈਕਸ਼ਨ ਜਿੱਤਣ ਵਾਸਤੇ ਕਮ ਸੇ ਕਮ ਮਿਨੀਮਮ 1 ਕਰੋੜ ਤੋਂ ਲੈ ਕੇ 5 ਕਰੋੜ ਤੱਕ ਚਾਹੀਦਾ ਹੁੰਦਾ ਆ, ਤੇ ਫਿਰ ਉਹ ਜਿਹੜਾ 1 ਤੋਂ 5 ਕਰੋੜ ਲਾਉਂਦਾ ਉਹਨੇ ਵਾਪਸ ਤਾਂ ਕਮਾਉਣਾ ਹੀ ਹੁੰਦਾ ਆ। ਫਿਰ 5 ਸਾਲ ਦੇ ਵਿੱਚ ਤੁਸੀਂ ਕਿੰਨਾ ਕੁ ਪੈਸਾ ਇਲੈਕਸ਼ਨ ਤੇ ਲਾ ਰਹੇ ਹੋ? ਆਖਰੀ ਸਵਾਲ ਆ। ਤੇ ਨਾਲੇ ਆਪਣੇ ਵੱਲੋਂ ਕੋਈ ਵੀ ਮੈਸੇਜ ਸੰਗਤ ਨੂੰ ਦੇਣਾ ਚਾਹੋ, ਉਸ ਤੋਂ ਬਾਅਦ ਫਿਰ ਆਪਾਂ ਤੁਹਾਡੇ ਤੋਂ ਇਜਾਜ਼ਤ ਲੈ ਲੈਂਦੇ ਹਾਂ। ਬਿਲਕੁਲ ਜੀ, ਬਿਲਕੁਲ। ਮੈਂ ਤੁਹਾਡੇ ਸਵਾਲ ਦਾ ਜਵਾਬ ਚਾਹੁੰਦਾ 2-3 ਚੀਜ਼ਾਂ ਵਿੱਚ। ਇੱਕ ਤੇ ਤੁਸੀਂ ਭਗਵੰਤ ਮਾਨ ਸਾਹਿਬ ਦੀ ਗੱਲ ਕੀਤੀ, ਤੇ ਮੈਂ ਥੋੜਾ ਆਪ ਨੂੰ ਵਲੇਟਣਾ ਚਾਹੂੰਗਾ ਇਸ ਗੱਲ ਵਿੱਚ ਕਿ ਪਹਿਲੀ ਗੱਲ ਤੇ 2 ਪਾਰਟੀਆਂ ਦੀ ਆਪਾਂ ਗੱਲ ਕੀਤੀ ਸੀ ਨਸ਼ੇ ਵੇਲੇ। ਇਸ ਚੀਜ਼ ਵੇਲੇ ਤਾਂ ਜਿਹੜੀ ਸਾਡੀ ਸੈਂਟਰ ਸਰਕਾਰ ਆ, ਆਪ ਮੈਂ ਐਜ਼ ਐਨ ਇੰਟਲੈਕਚੁਅਲ ਮੇਰੀ ਆਬਜ਼ਰਵੇਸ਼ਨ ਕੀ ਰਹੀ ਆ ਕਿ ਆਪ ਇੱਕ RSS ਸਬ ਯੂਨਿਟ ਹੈ। ਇਹ ਮੇਰੀ ਆਬਜ਼ਰਵੇਸ਼ਨ ਆ। ਮੈਂ ਕੋਈ ਠੋਸ ਨਹੀਂ ਕਹਿ ਸਕਦਾ, ਪਰ ਮੈਂ ਇੱਕ ਪੜ੍ਹਿਆ ਲਿਖਿਆ ਬੰਦਾ ਹੋਣ ਕਰਕੇ ਰਿਸਰਚ ਆਪਣੀ ਜੋ ਮੈਂ ਰਿਸਰਚ ਕੀਤੀ ਉਸ ਹਿਸਾਬ ਨਾਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਇੱਕ RSS ਸਬ ਯੂਨਿਟ ਆ। ਭਗਵੰਤ ਮਾਨ ਸਾਹਿਬ ਜਿਹੋ ਜਿਹੇ ਵੀ ਇਨਸਾਨ ਹੋਣ, ਆਈ ਡੋਂਟ ਨੋ, ਪਰ ਉਹਨਾਂ ਨੂੰ ਸ਼ਾਇਦ ਉਹਨਾਂ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਇਹਨਾਂ ਨੇ ਕਦੋਂ ਉਹਨਾਂ ਨੂੰ ਇੱਕ ਖਾਕੀ ਨਿੱਕਰ ਪਵਾ ਦਿੱਤੀ ਗਈ। ਵੈਰੀ ਵੈਲ ਸੈਡ। ਭਗਵੰਤ ਮਾਨ ਸਾਹਿਬ ਆ ਜਿਹੜੇ, ਉਹ ਸ਼ਾਇਦ ਚਾਹੁੰਦੇ ਸੀ ਕਿ ਮੈਂ ਆਪਣੇ ਹਲਕੇ ਲਈ ਭਲਾ ਕਰਾਂ ਜਾਂ ਫਿਰ ਜਿੱਦਾਂ ਵੀ, ਪਰ ਉਹ ਵੀ ਇਸ ਸਿਸਟਮ ਦੇ ਵਿੱਚ ਘਿਰ ਗਏ। ਉਹਨਾਂ ਨੂੰ CM ਜ਼ਰੂਰ ਬਣਾ ਦਿੱਤਾ ਗਿਆ, ਪਰ ਸਿਰਫ ਤੇ ਸਿਰਫ ਇੱਕ CM ਚਿਹਰਾ ਬਣਾਇਆ ਗਿਆ ਵਾ। ਉਹ ਸਾਰੀ ਪਾਰਟੀ ਹੀ ਕੰਟਰੋਲ ਕਰੂਗੀ ਸਾਰਾ ਕੁਝ ਦਿੱਲੀ ਤੋਂ। ਇਹਨਾਂ ਦਾ ਤਰੀਕਾ ਆ, ਇੱਕ ਕੀ ਕਹਿੰਦੇ ਹੁੰਦੇ ਆ ਕਿ ਹੁਣ ਮੈਨੂੰ ਕਹਾਵਤ ਨਹੀਂ ਯਾਦ ਆਈ, ਪਰ ਆਪਾਂ ਕਹਿ ਸਕਦੇ ਹਾਂ ਕਿ ਚਲੋ ਖਰਗੋਸ਼ ਦੀ ਪੁਸ਼ਾਕ ਦੇ ਵਿੱਚ ਇੱਕ ਭੇੜੀਆ ਆ। ਮੈਂ ਆਪੇ ਹੀ ਬਣਾਤੀ ਹੁਣ, ਪਰ ਥੋੜਾ ਆਈਡੀਆ ਦੇਣ ਨੂੰ ਕਿ ਇਹ ਹਿਸਾਬ ਆ ਜੀ ਉਹਨਾਂ ਦਾ। ਉਹ ਆਮ ਆਦਮੀ ਪਾਰਟੀ ਆ ਜਿਹੜੀ, ਉਹ 4-4, 5-5 ਕਰੋੜ ਰੁਪਏ ਲੈ ਰਹੀ ਆ ਟਿਕਟਾਂ ਦਾ ਇਸ ਟਾਈਮ। ਉਹਨਾਂ ਨੇ ਕੇਸ ਕਰ ਦੇਣਾ ਜੀ ਤੁਹਾਡੇ ਤੇ, ਕਰ ਰਹੀ ਆ ਬਹੁਤ ਜ਼ਿਆਦਾ। ਉਹਨਾਂ ਨੇ ਕਹਿੰਦੇ ਸੀ ਕੇਸ ਠੋਕ ਦੇਣਾ ਜਿਹੜਾ ਇਦਾਂ ਕਹਿੰਦਾ ਆ। ਕੋਈ ਗੱਲ ਨਹੀਂ, ਠੋਕ ਦੇਣ, ਕੋਈ ਗੱਲ ਨਹੀਂ, ਆਪਾਂ ਨੂੰ ਕੋਈ ਚੱਕਰ ਨਹੀਂ ਹੈ। ਤੇ ਕੇਸਾਂ ਕੂਸਾਂ ਦਾ ਡਰ ਹੁੰਦਾ ਤੇ ਆਪਾਂ ਇਸ ਚੀਜ਼ ਦੇ ਵਿੱਚ ਪੈਣਾ ਹੀ ਨਹੀਂ ਸੀ ਸਰ। ਇਹ ਤੇ ਪਹਿਲਾਂ ਹੀ ਮੈਨੂੰ ਬਹੁਤ ਲੋਕਾਂ ਨੇ ਡਰਾਤਾ ਸੀ ਕਿ ਤੇਰੇ ਤੇ ਪਰਚੇ ਕਰਾ ਦੇਣੇ, ਇਹ ਕਰਾ ਦੇਣਾ, ਉਹ ਕਰਾ ਦੇਣਾ। ਤੇ ਮੈਨੂੰ ਪਤਾ ਆ ਜੇ ਮੈਂ ਸਾਫ਼ ਸੁਥਰਾ ਇਨਸਾਨ ਆ, ਮੈਨੂੰ ਕੋਈ ਨਹੀਂ ਦੇਖੀ ਜਾਊਗੀ ਜਿਸ ਤਰ੍ਹਾਂ ਵੀ ਆਪਾਂ ਤੇ ਸੱਚੇ ਆਪਾਂ ਰਾਹ ਤੇ ਤੁਰੇ ਆ, ਤੇ ਫਿਰ ਇਸ ਤਰ੍ਹਾਂ ਤੇ ਇਹ ਚੀਜ਼ਾਂ ਤੇ ਫਿਰ ਹੁੰਦੀਆਂ ਰਹਿੰਦੀਆਂ ਵਾ। ਬਾਕੀ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਹ ਜਿਹੜੀ ਤੁਸੀਂ ਕਰੋੜਾਂ ਰੁਪਏ ਦੀ ਗੱਲ ਕੀਤੀ, ਜਿਹੜਾ ਲੋਕਾਂ ਦਾ ਪੈਸਾ ਸੀ, NRI ਲੋਕਾਂ ਦਾ, ਜਾਂ ਫਿਰ ਜਿਨ੍ਹਾਂ ਨੇ ਵੀ ਫੰਡ ਦਿੱਤੇ ਇਸ ਪਾਰਟੀ ਨੂੰ, ਨਵੀਂ ਪਾਰਟੀ ਨੂੰ,
ਇਹਦੇ ਬਦਲਾਵ ਲੈ ਕੇ ਆਊਗੀ। ਉਹ ਫੰਡਸ ਇਹਨਾਂ ਨੇ 100%, ਜੇ 100% ਨਹੀਂ ਤੇ 99.9% ਸਾਰੇ ਦੇ ਸਾਰੇ ਐਡਵਰਟਾਈਜ਼ਿੰਗ ਤੇ ਵਰਤਦੇ। ਤੁਸੀਂ ਪੰਜਾਬ ਵਿੱਚ ਗਰਾਊਂਡ ਰਿਐਲਿਟੀ ਸ਼ਾਇਦ ਨਾ ਦੇਖ ਪਾ ਰਹੇ ਹੋ, ਪਰ ਹਰ ਇੱਕ ਪਿੰਡ ਦੀਆਂ ਮੋਟਰਾਂ ਦੇ ਉੱਤੇ, ਹਰ ਇੱਕ ਪਿੰਡ ਦੇ ਦੁਕਾਨਾਂ ਦੇ ਬਾਹਰ, ਹਰ ਇੱਕ ਪਿੰਡ ਦੀ ਕੰਧ ਦੇ ਉੱਤੇ, ਹਰ ਇੱਕ ਸ਼ਹਿਰ ਦੀ ਕੰਧ ਦੇ ਉੱਤੇ ਇਹਨਾਂ ਨੇ ਐਡਵਰਟਾਈਜ਼ ਕੀਤਾ। ਇਹਨਾਂ ਨੇ ਝਾੜੂ ਬਣਾਇਆ ਵਾ, ਇਹਨਾਂ ਨੇ ਕੇਜਰੀਵਾਲ ਦੀ ਫੋਟੋ ਬਣਾਈ ਆ, ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਮੌਕਾ ਕੇਜਰੀਵਾਲ ਨੂੰ। ਇਹਨਾਂ ਕੋਲ ਕੋਈ ਫੇਸ ਨਹੀਂ ਆ, ਸਿਰਫ ਇੱਕ ਕੇਜਰੀਵਾਲ ਆ। ਕੇਜਰੀਵਾਲ ਸਰ ਆ, ਸੌਰੀ ਮੈਂ ਇਸ ਤਰ੍ਹਾਂ ਨਹੀਂ, ਛੋਟਾ ਮੈਂ ਬਹੁਤ, ਤੇ ਜਾਂ ਫਿਰ ਭਗਵੰਤ ਮਾਨ ਜੀ ਨੇ ਦਾ ਚਿਹਰਾ ਵਰਤਦੇ ਨੇ ਪੰਜਾਬ ਦੇ ਵਿੱਚ, ਕੇਜਰੀਵਾਲ ਜੀ ਦਾ ਚਿਹਰਾ ਵਰਤਦੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ। ਸਿਰਫ ਉਸ ਇੱਕ ਚੀਜ਼ ਨੂੰ ਲੈ ਕੇ ਐਡਵਰਟਾਈਜ਼ ਕਰਦੇ ਜਿੰਨਾ ਵੀ ਕਰ ਸਕਣ, ਕਿਉਂਕਿ ਇਹਨਾਂ ਨੂੰ ਪਤਾ ਆ ਲੋਕ ਦੋ ਪਾਰਟੀਆਂ ਤੋਂ ਬਹੁਤ ਜ਼ਿਆਦਾ ਦੁਖੀ ਆ ਤੇ ਤੀਜੀ ਪਾਰਟੀ ਦੀ ਅਜੇ ਇਹਨਾਂ ਨੂੰ ਸਮਝ ਨਹੀਂ ਆ। ਸੋ ਉਹ ਐਡਵਰਟਾਈਜ਼ ਕਰ ਰਹੇ ਆ ਜੋ ਲੋਕਾਂ ਨੂੰ ਦਿਖਾ ਸਕਦੇ ਆ। ਜੇ ਉਹਨਾਂ ਦੀਆਂ ਮਾੜੀਆਂ ਚੀਜ਼ਾਂ ਅਜੇ ਇੰਨੀਆਂ ਐਡਵਰਟਾਈਜ਼ ਨਹੀਂ ਹੋਈਆਂ ਤੇ ਉਹ ਚਾਹੁੰਦੇ ਆ ਕਿ ਉਸ ਤੋਂ ਪਹਿਲਾਂ ਅਸੀਂ ਇਹਨਾਂ ਤੱਕ ਆਪਣੇ ਚਿਹਰੇ ਦਿਖਾ ਦਈਏ, ਤਾਂ ਜੋ ਲੋਕਾਂ ਨੂੰ ਕੋਈ ਤੀਜੀ ਪਾਰਟੀ ਯਾਦ ਆਵੇ ਤੇ ਉਹਨਾਂ ਨੂੰ ਪਤਾ ਲੱਗੇ ਕਿ ਹਾਂ ਮੈਂ ਇਸ ਤਰ੍ਹਾਂ ਦੇਖੀ ਸੀ ਤੇ ਉਹ ਬਟਨ ਦੱਬ ਦੋ ਜੀ, ਝਾੜੂ ਝਾੜੂ ਝਾੜੂ। ਇਹਨਾਂ ਨੇ ਇਸ ਵਾਰ, ਪਿਛਲੀ ਵਾਰ ਵੀ ਪਰ ਇਸ ਵਾਰ ਵੀ ਜਿੰਨੇ ਵੀ ਕੈਂਡੀਡੇਟਸ ਆ ਉਹਨਾਂ ਕੋਲ ਪੈਸੇ ਲੈ ਕੇ ਇਹਨਾਂ ਨੇ ਟਿਕਟਾਂ ਲਈਆਂ, ਉਹ ਟਿਕਟਾਂ ਦਿੱਤੀਆਂ। ਉਹਨਾਂ ਲੋਕਾਂ ਨੇ ਜਿਨ੍ਹਾਂ ਨੇ 4-5 ਕਰੋੜ ਰੁਪਈਆ ਦਿੱਤਾ ਆ, ਉਹਨਾਂ ਨੇ 10-15 ਕਰੋੜ ਰੁਪਈਆ ਕਮਾਉਣ ਦੀ ਸੋਚ ਰੱਖ ਕੇ ਉਹ ਦਿੱਤਾ ਹੈ। ਬਿਲਕੁਲ, ਕੋਈ ਸ਼ੱਕ ਨਹੀਂ। ਜਿਹੜੀ ਸੰਯੁਕਤ ਸਮਾਜ ਮੋਰਚਾ ਆ, ਇੱਕ ਗਰੀਬਾਂ ਦੀ ਪਾਰਟੀ ਆ। ਮੈਂ ਇਹਦੇ ਵਿੱਚ ਮੈਨੂੰ ਇਹਦੇ ਵਿੱਚ ਕੋਈ ਸ਼ਰਮ ਨਹੀਂ ਆ, ਕੋਈ ਕੁਛ ਨਹੀਂ ਆ, ਇਹ ਕਹਿੰਦਾ ਆ ਇਹ ਗਰੀਬਾਂ ਦੀ ਪਾਰਟੀ ਆ, ਇਹ ਆਮ ਲੋਕਾਂ ਦੀ ਪਾਰਟੀ ਆ। ਇਹ ਸੱਚੀ ਉਹ ਚੀਜ਼ ਆ ਜੋ ਆਮ ਆਦਮੀ ਪਾਰਟੀ ਲੋਕਾਂ ਦੇ ਮਨ ਵਿੱਚ ਭਰਮ ਬਣਾਉਂਦੀ ਆ। ਇਹ ਸੱਚੀ ਉਹ ਚੀਜ਼ ਆ ਜਿਹੜੀ ਕਿ ਭਾਵੇਂ ਕਿ ਇਹਨਾਂ ਦੀ ਪਾਰਟੀ ਵੀ ਇੱਕ ਅੰਦੋਲਨ ਦੇ ਰੂਪ ਵਿੱਚ ਉੱਭਰੀ ਸੀ, ਪਰ ਇਹਨਾਂ ਦੀ ਪਾਰਟੀ ਨੇ ਸਾਫ਼ ਜ਼ਾਹਿਰ ਕਰ ਦਿੱਤਾ ਸਾਰਿਆਂ ਦੇ ਸਾਹਮਣੇ, ਇਹਨਾਂ ਦੇ ਚਿੱਠੇ ਖੁੱਲ ਗਏ, ਅਖਬਾਰਾਂ ਵਿੱਚ ਆ ਗਿਆ ਕਿ ਜਿਵੇਂ ਨੰਗੇ ਹੋ ਗਈ ਇਹਨਾਂ ਦੀ ਆਈਡੀਓਲੋਜੀ ਕੀ ਇਹ ਕੀ ਨੇ। ਬਾਕੀ ਆਪਣੀ ਪਾਰਟੀ ਜਿਹੜੀ ਇਹ ਲੋਕਾਂ ਦੀ ਆ, ਲੋਕ ਖੁਦ ਖਰਚਾ ਕਰਨਗੇ। ਸਿਰਫ ਤੇ ਸਿਰਫ ਖਰਚਾ ਹੁੰਦਾ ਵਾ ਸਰ ਇੱਕ ਐਡਵਰਟਾਈਜ਼ਿੰਗ, ਜਿਹੜੀ ਪੋਸਟਰ ਲਾਉਣੇ ਆ ਇਲੈਕਸ਼ਨਾਂ ਵੇਲੇ, ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਚੋਣ ਨਿਸ਼ਾਨ ਕੀ ਆ ਜਾਂ ਫਿਰ ਸਾਡੇ ਮੁੱਦੇ ਕੀ ਆ। ਐਡਵਰਟਾਈਜ਼ਿੰਗ ਸਾਡੀ ਮੀਡੀਆ ਦੇ ਰਾਹੀਂ ਹੋ ਰਹੀ ਆ, ਸੋਸ਼ਲ ਮੀਡੀਆ ਜੋ ਕਿ ਕਾਫੀ ਹੱਦ ਤੱਕ ਫ੍ਰੀ ਆ, ਤੇ ਜਾਂ ਫਿਰ ਨਿਊਜ਼ ਚੈਨਲਸ ਜਾਂ ਫਿਰ ਤੁਹਾਡੇ ਵਰਗੇ ਸਾਡੇ ਸੱਜਣ ਨੇ ਜਿਹੜੇ ਚੰਗੀ ਸੋਚ ਰੱਖਦੇ ਆ, ਜਿਹੜੇ ਸੱਚੀ ਪੰਜਾਬ ਨੂੰ ਬਦਲਣਾ ਚਾਹੁੰਦੇ ਆ ਤੁਹਾਡੇ ਥਰੂ, ਤੇ ਜਾਂ ਫਿਰ ਲੋਕ ਜਿਹੜੇ ਪਿੰਡਾਂ ਵਿੱਚ ਜਿਹੜੇ ਸਾਡੇ ਨਾਲ ਜੁੜੇ ਆ, ਉਹ ਖੁਦ ਸਾਡੇ ਪੋਸਟਰ ਲਗਵਾ ਰਹੇ ਆ ਜਾਂ ਫਿਰ ਬੋਰਡ ਲਗਵਾ ਰਹੇ ਆ। ਜਿਹੜੇ NRI ਵੀਰ ਸਾਡੇ ਨਾਲ ਜੁੜੇ ਆ, ਉਹ ਸਾਨੂੰ ਕਹਿੰਦੇ ਆ ਕਿ ਅਸੀਂ ਤੁਹਾਡੀ ਫਾਈਨੈਂਸ਼ੀਅਲੀ ਹੈਲਪ ਕਰਨਾ ਚਾਹੁੰਦੇ ਆ, ਪਰ ਅਸੀਂ ਇਸ ਚੀਜ਼ ਤੋਂ ਬਹੁਤ ਦੂਰ ਆ। ਮੈਨੂੰ ਲੱਗਦਾ ਅਸੀਂ ਮੋਰਚੇ ਵਿੱਚ ਵੀ ਅਸੀਂ ਤਾਂ ਕਾਮਯਾਬ ਹੋਈ, ਸਾਡੀ ਸੰਸਥਾ ਜਾਂ ਫਿਰ ਸਾਡੀ ਲੋਕ, ਕਿਉਂਕਿ ਅਸੀਂ ਟਰਾਂਸਪੇਰੈਂਸੀ ਰੱਖੀ। ਮੋਰਚੇ ਵਿੱਚ ਵੀ ਅਸੀਂ, ਜਿਹੜੀ ਸਾਡੀ 5 ਰਿਵਰਸ ਹਾਰਟ ਐਸੋਸੀਏਸ਼ਨ ਸੀ, ਜਿਹੜੀ ਡਾਕਟਰ ਸੁਲੇਮਾਨ ਜੀ ਪ੍ਰੈਜ਼ੀਡੈਂਟ ਨੇ, ਜਿਹਦੇ ਸਾਡੀ ਇੱਕ ਆਈਡੀਓਲੋਜੀ ਸੀ ਕਿ ਅਸੀਂ ਕਿਸੇ ਤੋਂ 1 ਰੁਪਈਆ ਵੀ ਨਹੀਂ ਲੈਣਾ। ਜੇ ਸਾਨੂੰ ਕਿਸੇ ਚੀਜ਼ ਦੀ ਲੋੜ ਆ, ਜੇ ਅਸੀਂ ਨਹੀਂ ਵੀ ਪ੍ਰੋਵਾਈਡ ਕਰਵਾ ਪਾ ਰਹੇ ਇੰਨੇ ਵੱਡੇ ਸਕੇਲ ਤੇ ਅਸੀਂ ਉਹਨਾਂ ਨੂੰ ਕਹਿ ਦਈਦਾ ਵਾ ਅਸੀਂ ਤੁਹਾਨੂੰ ਆਪਣੇ ਵੈਂਡਰਸ ਦੇ ਨਾਲ ਕੰਟੈਕਟ ਕਰਾ ਦਾਂਗੇ, ਜਾਂ ਫਿਰ ਤੁਸੀਂ ਆਪਣੇ ਵੈਂਡਰ ਤੋਂ ਕੋਈ ਵੀ ਸਮਾਨ ਲੈ ਕੇ, ਕੋਈ ਤਰਪਾਲਾਂ ਜਾਂ ਕੁਛ ਵੀ ਚੀਜ਼ ਜਿਹੜੀ ਇੱਥੇ ਵੱਡੀ ਮਾਤਰਾ ਦੇ ਵਿੱਚ ਜਿਹਦੀ ਯੂਜ਼ ਹੁੰਦੀ ਆ, ਉਹ ਤੁਸੀਂ ਸਾਨੂੰ ਭੇਜੋ, ਅਸੀਂ ਵੰਡ ਦਾਂਗੇ। ਕਿਉਂਕਿ ਨਾ ਤੇ ਸਾਡੇ ਕੋਲ ਟਾਈਮ ਹੈ ਤੁਹਾਡੇ ਅਕਾਊਂਟਸ ਮੈਨੇਜ ਕਰਨ ਦਾ, ਨਾ ਹੀ ਸਾਡੇ ਕੋਲ ਉੱਥੇ ਟਾਈਮ ਸੀ ਜਾ ਕੇ ਖੁਦ ਖਰੀਦਦਾਰੀ ਕਰਨ ਦਾ ਤੇ ਬੈਸਣ ਦਾ ਕਿ ਸਾਨੂੰ ਘੱਟ ਤੋਂ ਘੱਟ ਪੈਸੇ ਲਾਓ ਜੀ, ਇਹ ਕਰੋ ਜੀ, ਉਹ ਕਰੋ ਜੀ, ਬਾਰਗੇਨਿੰਗ ਕਰਨ ਦਾ। ਸੋ ਇੱਥੇ ਵੀ ਸਾਡਾ ਇਹੀ ਟੀਚਾ ਆ। ਅਸੀਂ ਲੋਕਾਂ ਨੂੰ ਕਿਹਾ ਆ ਕਿ ਜੇ ਤੁਸੀਂ ਪੈਸੇ ਦੇਣਾ ਚਾਹੁੰਦੇ ਹੋ ਪੰਜਾਬ ਨੂੰ ਵਿਕਾਸ ਲਈ, ਤੇ ਤੁਸੀਂ ਆਪਣੇ ਪਿੰਡਾਂ ਵਿੱਚ ਆਪਣੇ ਚਾਚੇ ਤਾਇਆਂ ਨੂੰ, ਆਪਣੇ ਪਰਿਵਾਰ ਵਾਲਿਆਂ ਨੂੰ, ਜਿਹੜੇ NRI ਵੀਰ ਸਾਡੇ ਕੋਈ ਪੈਸਾ ਭੇਜਣਾ ਚਾਹੁੰਦੇ, ਉਹਨਾਂ ਨੂੰ ਭੇਜੋ, ਜਿਨ੍ਹਾਂ ਤੇ ਤੁਹਾਨੂੰ ਭਰੋਸਾ ਆ, ਜਿਨ੍ਹਾਂ ਤੇ ਕੱਲ ਨੂੰ ਤੁਹਾਨੂੰ ਇਹ ਨਹੀਂ ਰਹੇਗਾ ਕਿ ਹਾਂ ਉਹਨਾਂ ਨੇ ਸ਼ਾਇਦ ਪੈਸੇ ਖਾ ਲਏ ਜਾਂ ਫਿਰ ਕਿੱਥੇ। ਤੁਸੀਂ ਉਹਨਾਂ ਨੂੰ ਪੈਸੇ ਭੇਜੋ, ਉਹ ਖੁਦ ਆਪਣੇ ਘਰਾਂ ਦੇ ਬਾਹਰ ਪੋਸਟਰ ਲਗਵਾਉਣ, ਖੁਦ ਆਪਣੇ ਪਿੰਡਾਂ ਦੇ ਵਿੱਚ ਪੋਸਟਰਸ ਜਾਂ ਫਿਰ ਥੋੜੀ ਐਡਵਰਟਾਈਜ਼ਮੈਂਟ ਕਰਨ। ਸਾਡਾ ਇਸ ਤਰ੍ਹਾਂ ਹੀ ਚੱਲੀ ਜਾਂਦਾ। ਤੇਲ ਤੂਲ ਦੀ ਗੱਲ ਆ, ਥੋੜਾ ਇੱਧਰ ਉੱਧਰ ਫਿਰਨਾ ਪੈਂਦਾ ਆ, ਡੀਜ਼ਲ ਪੈਟਰੋਲ, ਉਹ ਕੋਈ ਗੱਲ ਨਹੀਂ, ਉਹ ਅਸੀਂ ਕਰ ਲਾਂਗੇ ਜੀ, ਉਹਦਾ ਸਾਨੂੰ ਕੋਈ ਮਸਲਾ ਨਹੀਂ। ਇੰਨੇ ਕੁ ਅਸੀਂ ਇੱਧਰੋਂ ਉੱਧਰੋਂ ਫੜ ਕੇ ਯਾਰਾਂ ਦੋਸਤਾਂ ਤੋਂ, ਤੇ ਕੋਈ ਗੱਲ ਨਹੀਂ, ਪੰਜਾਬ ਲਈ ਅਸੀਂ ਇੰਨਾ ਕੁ ਜੇ ਇੰਨਾ ਜ਼ਿਆਦਾ ਖਰਚਾ ਕਰ ਲਿਆ ਉੱਥੇ ਦਿੱਲੀ ਰਹਿ ਕੇ, ਤੇ ਇਹ ਵੀ ਆਪਾਂ ਕਰ ਲਾਂਗੇ। ਜੇ ਜੋਬਾਂ ਛੱਡ ਕੇ ਬੈਠੇ ਆ ਲੱਖ ਰੁਪਏ ਦੀਆਂ, ਤੇ ਕੋਈ ਗੱਲ ਨਹੀਂ, ਇੰਨਾ ਵੀ ਅਸੀਂ ਚੱਲ ਲਾਂਗੇ, ਕੋਈ ਇੰਨਾ ਮਸਲਾ ਨਹੀਂ। ਵੈਰੀ ਵੈਲ ਸੈਡ ਡਾਕਟਰ ਸੁਖਮਨ। ਤੇ ਆਪਣਾ ਸਾਡਾ ਐਕਸਪੀਰੀਅੰਸ ਹੈ ਕਿ ਜਦੋਂ ਅਸੀਂ ਇੱਥੇ ਫੰਡ ਇਕੱਠਾ ਕਰਕੇ
ਤੇ ਡਾਕਟਰ ਸਵੈਮਾਨ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਇਹੀ ਕਿਹਾ ਸੀ ਕਿ ਵੈਂਡਰ ਦੇ ਨਾਲ ਤੁਹਾਡੀ ਗੱਲ ਕਰਾ ਦਿੰਦੇ ਆ, ਜਿਹੜੇ 140 ਘਰ ਬਣਾਏ ਸੀ ਤੇ ਉਹ ਇਦਾਂ ਹੀ ਹੋਏ ਸੀ, ਵੈਂਡਰ ਨੂੰ ਡਾਇਰੈਕਟਲੀ ਪੇ ਕੀਤਾ ਗਿਆ ਸੀ। ਬਿਲਕੁਲ ਤੁਹਾਡੀ ਗੱਲ ਸਹੀ ਆ। ਔਰ ਜਿਹੜਾ ਆਮ ਲੋਕ ਹੈ ਨਾ, ਉਹਨਾਂ ਨੂੰ ਇਹ ਗੱਲ ਸਮਝਣੀ ਪੈਣੀ ਆ ਕਿ ਸਿਰਫ ਗੱਲਾਂ ਦੇ ਨਾਲ ਨਹੀਂ। ਕੇਜਰੀਵਾਲ ਨੂੰ ਜਦੋਂ ਮੀਡੀਆ ਵਾਲੇ ਪੁੱਛਦੇ ਆ ਤੁਸੀਂ ਆਹ ਕਿਵੇਂ ਕਰੋਗੇ, ਕਹਿੰਦੇ ਹਮਾਰੇ ਪਾਸ ਤੋਂ ਕੋਈ ਪੈਸਾ ਹੀ ਨਹੀਂ ਹੈ, ਹਮਾਰੀ ਤੋਂ ਗਰੀਬ ਪਾਰਟੀ ਹੈ। ਪਰ ਉਹ ਜਿਹੜਾ ਸਪਸ਼ਟ ਸਾਹਮਣੇ ਦਿਖ ਰਿਹਾ ਆ ਵੀ ਜਿਹੜੇ ਕੰਧਾਂ ਤੇ ਇੰਨੇ ਸਾਈਨ ਲੱਗੇ ਆ, ਇੰਨੀ ਐਡਵਰਟਾਈਜ਼ਮੈਂਟ ਟੀਵੀ ਤੇ ਹੋ ਰਹੀ ਆ, ਉਹ ਕਿੱਥੋਂ ਹੋ ਰਹੀ ਆ? ਉਹ ਤਾਂ ਪੈਸਾ ਲੱਗ ਰਿਹਾ ਨਾ। ਪਰ ਫਿਰ ਅਸੀਂ ਕਿਉਂ ਕਬੂਤਰ ਵਾਂਗੂ ਅੱਖਾਂ ਮੀਟ ਲੈਂਦੇ ਆ ਸਾਹਮਣੇ ਦੇਖ ਕੇ? ਫਿਰ ਉਹਨਾਂ ਨੂੰ ਡਿਫੈਂਡ ਕਰਨ ਵਾਲੇ ਆ ਜਾਂਦੇ ਆ ਜੀ ਵਾਕਈ ਉਹਨਾਂ ਕੋਲ ਤਾਂ ਕੋਈ ਪੈਸਾ ਨਹੀਂ ਹੈ, ਹਮਾਰੇ ਪਾਸ ਤੋਂ ਕੁਝ ਨਹੀਂ ਹੈ ਜੀ, ਹਮਾਰੀ ਪਾਰਟੀ ਤੋਂ ਗਰੀਬ ਪਾਰਟੀ ਹੈ। ਉਹ ਇਦਾਂ ਕਹਿ ਕੇ ਛੁਟਕਾਰਾ ਪਾ ਲੈਂਦੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਇਹ ਪਲੇਟਫਾਰਮ ਤੁਹਾਡੇ ਵਾਸਤੇ ਹਮੇਸ਼ਾ ਖੁੱਲ੍ਹਾ ਆ। ਜਦੋਂ ਤੁਸੀਂ ਕੋਈ ਮੈਸੇਜ ਦੇਣਾ ਚਾਹੋ, ਜੇ ਗੱਲ ਕਰਨੀ ਚਾਹੋ, ਸਾਡਾ ਪ੍ਰੋਗਰਾਮ ਸਿਰਫ ਸੈਟਰਡੇ ਸੰਡੇ ਹੁੰਦਾ ਆ। ਪਰ ਜੇ ਤੁਸੀਂ ਚਾਹੋਗੇ ਅਸੀਂ ਵੀਕਡੇ ਦੇ ਵਿੱਚ ਵੀ ਕਰਕੇ 4 TV ਚੈਨਲਾਂ 'ਤੇ ਆਪਣਾ ਲਾਈਵ ਚੱਲਦਾ ਆ। YouTube 'ਤੇ ਸਾਡਾ ਫਿਰ ਅੱਜ ਨਹੀਂ ਚੱਲਿਆ ਕਿਸੇ ਪ੍ਰੋਬਲਮ ਕਰਕੇ, ਉਹ ਮੈਂ ਰਿਕਾਰਡ ਕਰਕੇ ਪਾ ਦੂੰਗਾ ਬਾਅਦ ਵਿੱਚ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ। ਤੇ ਇਹੀ ਤਰੀਕਾ ਆ ਹੁਣ ਪ੍ਰਚਾਰ ਦਾ, ਕਿਉਂਕਿ ਹੋਰ ਕੋਈ ਸਾਡੇ ਕੋਲ ਸਾਧਨ ਨਹੀਂ ਆ। ਤੇ ਸਾਰੇ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਪ੍ਰੋਗਰਾਮ ਨੂੰ, ਘਰ ਘਰ ਤੱਕ ਪਹੁੰਚਾਓ, ਤਾਂ ਕਿ ਲੋਕਾਂ ਨੂੰ ਸਾਡੇ ਕੈਂਡੀਡੇਟ ਦੀ ਸੋਚ ਦਾ ਪਤਾ ਲੱਗ ਸਕੇ ਵੀ ਇਹਨਾਂ ਦੀ ਅਸਲੀ ਸੋਚ ਕੀ ਆ। ਸਗੂਫੇ ਤਾਂ ਸਾਰੇ ਛੱਡ ਕੇ ਚਲੇ ਜਾਂਦੇ ਆ, ਇਹ ਕਰ ਦਿਆਂਗੇ ਉਹ ਕਰ ਦਿਆਂਗੇ। ਤੁਹਾਨੂੰ ਪਤਾ ਆ ਵੀ ਪਿਛਲੇ 75 ਸਾਲਾਂ 'ਚ ਤਾਂ ਕੁਝ ਨਹੀਂ ਕੀਤਾ, ਤੇ ਹੁਣ ਕਿੱਦਾਂ ਕਰ ਦੂਗੇ? ਸੋ ਸਿਰਫ ਤੁਹਾਨੂੰ ਲੋਲੀਪੌਪ ਦਿੰਦੇ ਆ, ਲਾਲੀਪਾਪਾਂ ਤੋਂ ਬਚੋ। ਰੀਅਲਿਸਟਿਕ ਗੱਲ ਜਿਹੜੀ ਆ ਉਹ ਅੱਜ ਅਸੀਂ ਸੁਣੀ ਆ ਵੀ ਕਿਵੇਂ ਬਦਲਿਆ ਜਾਊਗਾ, ਕਿਵੇਂ ਛੁਟਕਾਰਾ ਹੋਊਗਾ। ਕੋਈ ਵੱਡੇ ਇਹਨਾਂ ਨੇ ਇਹ ਨਹੀਂ ਕਿਹਾ ਮੈਂ 1000 ਦੇ ਦੂੰਗਾ, 2000 ਦੇ ਦੂੰਗਾ, ਅਸੀਂ 5000 ਦੇ ਦਿਆਂਗੇ। ਪਰ ਬਾਕੀ ਪਾਰਟੀਆਂ ਇਹ ਕਰ ਰਹੀਆਂ, ਇਹਨਾਂ ਤੋਂ ਬਚੀਏ। ਬਹੁਤ ਬਹੁਤ ਧੰਨਵਾਦ ਤੁਹਾਡਾ। ਫਿਰ ਕਿਤੇ ਆਪਾਂ ਮੁਲਾਕਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬਹੁਤ ਧੰਨਵਾਦ ਸਰ ਤੁਹਾਡਾ ਜੀ, ਤੁਹਾਡਾ ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜਗਮੋਹਨ ਸਿੰਘ ਜੀ। ਬਿਲਕੁਲ ਜੀ, ਬਹੁਤ ਵਧੀਆ ਤਰੀਕੇ ਦੇ ਨਾਲ ਸੁਖਮਨਦੀਪ ਸਿੰਘ ਢਿੱਲੋਂ ਨੇ ਦੱਸਿਆ। ਇੱਕ ਗੱਲ ਆਉਂਦੀ ਆ, ਜਦੋਂ ਅਸੀਂ ਕਾਂਗਰਸ ਪਾਰਟੀ ਦੀ ਗੱਲ ਕਰਾਂਗੇ ਇਸ ਪਲੇਟਫਾਰਮ ਤੋਂ, ਪਹਿਲਾ ਸਵਾਲ ਆਉਂਦਾ ਆ 1984। ਜਦੋਂ ਅਸੀਂ ਅਕਾਲੀਆਂ ਦੀ ਸਰਕਾਰ ਦੀ ਗੱਲ ਕਰਾਂਗੇ ਇਸ ਪਲੇਟਫਾਰਮ ਤੋਂ, ਸਵਾਲ ਆਉਂਦਾ ਆ ਬਲੈਕ ਥੰਡਰ, ਅਨੰਦਪੁਰ ਸਾਹਿਬ ਚੱਲੀ ਗੋਲੀ, ਸਵਾਲ ਆਉਂਦਾ ਬੇਅਦਮੀਆਂ। ਜੇ ਅਸੀਂ ਬੀਜੇਪੀ ਦੀ ਗੱਲ ਕਰਾਂਗੇ ਤਾਂ ਬੀਜੇਪੀ ਨੇ ਜਿਹੜੇ 700 ਤੋਂ ਉੱਪਰ ਸਾਡੇ ਜਿਹੜੇ ਭਰਾ ਆ, ਕਿਸਾਨ ਭਰਾ ਸਾਡੀ, ਉਹਨਾਂ ਦੀਆਂ ਸ਼ਹੀਦੀਆਂ ਸਾਡੀ ਝੋਲੀ ਪਈਆਂ। ਜੇ ਅਸੀਂ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ, ਜਿਹਦੀ ਕਿ ਹਰ ਇੱਕ ਬੰਦਾ ਕਹਿੰਦਾ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੀ ਹਵਾ ਚੱਲ ਰਹੀ ਆ, ਕਿੱਥੇ ਗਏ ਉਹ ਕਾਨੂੰਨ? ਕਿੱਥੇ ਗਏ ਪੁਰਾਣੇ ਫਾਊਂਡਰ ਮੈਂਬਰ ਆਮ ਆਦਮੀ ਦੇ ਨਾਲ? ਕਿਉਂ ਨਹੀਂ ਤੁਰੇ ਉਹ? ਕਿਉਂ ਹੌਲੀ ਹੌਲੀ ਕਰਕੇ ਆਮ ਆਦਮੀ ਤੋਂ ਧਰਮਵੀਰ ਸਿੰਘ ਗਾਂਧੀ, ਡਾਕਟਰ ਧਰਮਵੀਰ ਗਾਂਧੀ, ਸਰਦਾਰ ਫੂਲਕਾ, ਬਹੁਤ ਸਾਰੇ ਇਹੋ ਜਿਹੇ ਵਿਅਕਤੀ ਆ। ਈਵਨ ਇੱਕ ਉਹ ਕੁਮਾਰ ਕਰਕੇ ਜਿਹੜਾ ਕਵਿਤਾ ਪੜ੍ਹਦਾ, ਕੁਮਾਰ ਵਿਸ਼ਵਾਸ, ਬਹੁਤ ਸਾਰੇ ਜਿਹੜੇ ਲੋਕ ਆ ਉਹ ਇਸ ਤੋਂ ਅਲੱਗ ਹੋ ਗਿਆ। ਗੁਰਪ੍ਰੀਤ ਘੁੱਗੀ, ਇਹ ਸਾਰੇ ਲੋਕ ਆਮ ਆਦਮੀ ਪਾਰਟੀ ਛੱਡ ਕੇ ਚਲੇ ਗਏ। ਕਿਉਂ? ਇਹਦਾ ਸਵਾਲ ਜਿਹੜਾ ਆ, ਇਹ ਹਰ ਇੱਕ ਇਨਸਾਨ ਨੂੰ ਵੋਟ ਪਾਉਣ ਤੋਂ ਪਹਿਲਾਂ ਆਪਣੇ ਆਪ ਨੂੰ ਕਰਨਾ ਚਾਹੀਦਾ ਆ। ਜਦੋਂ ਅਸੀਂ ਪੰਜਾਬ ਦੇ ਭਲੇ ਦੀ ਗੱਲ ਕਰਾਂਗੇ, ਪੰਜਾਬ ਦੀ ਗੱਲ ਕਰਾਂਗੇ, ਪੰਜਾਬੀਆਂ ਦੀ ਗੱਲ ਕਰਾਂਗੇ, ਹਰ ਇੱਕ ਨੂੰ ਸੋਚਣਾ ਚਾਹੀਦਾ। ਪਹਿਲੀ ਗੱਲ ਤਾਂ ਜਿਹੜੇ ਸਿੱਖ ਆ, ਜਿਹੜੇ ਸਾਡੇ ਹਿੰਦੂ ਭਰਾ ਆ, ਜਿਹੜੇ ਮਜ਼ਦੂਰ ਆ, ਜਿੰਨੇ ਵੀ ਅਸੀਂ ਐਕਨੋਮਿਕਲੀ, ਮੇਰਾ ਖਿਆਲ ਹੈ ਵੀ ਜੇ ਸਾਲ ਦਾ ਅਸੀਂ 1 2 ਲੱਖ ਰੁਪਈਆ ਕਮਾਉਂਦੇ ਆ ਜਾਂ 5 ਲੱਖ ਵੀ ਕਮਾਉਂਦੇ ਆ, ਅਸੀਂ ਬਹੁਤ ਗਰੀਬ, ਇਹ ਗਰੀਬ ਗਿਣਿਆ ਜਾਂਦਾ। ਮਿਡਲ ਕਲਾਸ ਤੱਕ ਲੋਕਾਂ ਨੂੰ ਗਰੀਬ ਗਿਣਿਆ ਜਾਂਦਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ। ਸੋ ਇਹਨਾਂ ਲੋਕਾਂ ਨੇ ਹੀ ਚੇਂਜ ਲਿਆਉਣੀ ਹੁੰਦੀ ਆ, ਜਿਹੜੇ ਮਿਡਲ ਕਲਾਸ ਵਾਲੇ ਆ ਜਾਂ ਥੱਲੇ ਆ। ਪਰ ਜਦੋਂ ਇਹਨਾਂ ਲੋਕਾਂ ਦਾ ਇੱਕ ਜਿਹੜਾ ਲੀਡਰ ਹੁੰਦਾ ਆ, ਉਹ ਜਿਹੜਾ ਹੁੰਦਾ, ਉਹਦੀ ਗੰਢ ਧੁੱਪ ਜਿਹੜੀ ਹੁੰਦੀ ਆ, ਉਹ ਮੇਨ ਪਾਰਟੀ ਨਾਲ ਹੁੰਦੀ ਆ। ਜਿੱਦਾਂ ਹੁਣ ਸਾਡੇ ਜਲੰਧਰ ਵਿੱਚ ਇੱਕ ਪਵਨ ਕੁਮਾਰ ਟੀਨੂ, ਉਹਦੀ ਗੰਢ ਧੁੱਪ ਕਿਹਦੇ ਨਾਲ? ਸਿੱਧੀ ਬਾਦਲ ਨਾਲ। ਸੋ ਉਹ ਆਪਣੇ ਸਮਾਜ ਦੇ ਨਾਂ ਤੇ, ਆਪਣੀ ਜਾਤ ਦੇ ਨਾਂ ਤੇ, ਆਪਣੇ ਧਰਮ ਦੇ ਨਾਂ ਤੇ ਗੁੰਮਰਾਹ ਕਰਕੇ ਲੋਕਾਂ ਨੂੰ ਵੋਟਾਂ ਇਕੱਠੀਆਂ ਕਰਕੇ ਮੋਟਾ ਮਾਲ ਆਪ ਕਮਾਉਂਦੇ ਆ, ਮੋਟੇ ਪੈਸੇ ਕਮਾਉਂਦੇ ਆ। ਇੱਦਾਂ ਹੀ ਪਿੰਡਾਂ ਦੇ ਸਰਪੰਚ, ਜੇ ਕੋਈ ਕਾਂਗਰਸ ਨਾਲ ਜੁੜਿਆ ਆ, ਜੇ ਕੋਈ ਅਕਾਲੀਆਂ ਨਾਲ ਜੁੜਿਆ ਆ, ਜੇ ਕੋਈ
ਬੀਜੇਪੀ ਨਾਲ ਜੁੜਿਆ, ਜੇ ਕੋਈ ਆਪ ਨਾਲ ਜੁੜਿਆ, ਕਿਸੇ ਵੀ ਪਾਰਟੀ ਨਾਲ ਜਿਹੜਾ ਪਿੰਡ ਦਾ ਸਰਪੰਚ ਜੁੜਿਆ ਆ, ਜਿਹੜੀ ਪਾਰਟੀ ਉਹਨੂੰ ਪਿਛਲੇ 10 ਜਾਂ 20 ਸਾਲਾਂ 'ਚ ਰੱਜ ਕੇ ਫਾਇਦਾ ਕਰਾ ਰਹੀ ਆ, ਉਹ ਹਮੇਸ਼ਾ ਆਪਣੇ ਪਿੰਡ ਦੇ ਲੋਕਾਂ ਨੂੰ ਕਹੂਗਾ ਵੀ ਆਪਾਂ ਵੋਟ ਜਿਹੜੀ ਆ ਇਸ ਪਾਰਟੀ ਨੂੰ ਪਾਉਣੀ ਆ ਤੇ ਇਸ ਕੈਂਡੀਡੇਟ ਨੂੰ ਪਾਉਣੀ ਆ। ਸੋ ਸਾਡਾ ਇੱਥੋਂ ਇੱਕੋ ਹੀ ਮਕਸਦ ਹੈ, ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨਾ। ਤੁਸੀਂ ਚਾਹੇ ਸੰਯੁਕਤ ਸਮਾਜ ਮੋਰਚੇ ਨੂੰ ਵੋਟ ਪਾਓ, ਚਾਹੇ ਤੁਸੀਂ ਕਿਸੇ ਹੋਰ ਪਾਰਟੀ ਨੂੰ ਪਾਓ, ਪਰ ਪਾਓ ਕੈਂਡੀਡੇਟ ਦੇਖ ਕੇ, ਜਿਹੜਾ ਵਧੀਆ ਕੈਂਡੀਡੇਟ ਆ ਉਹਨੂੰ ਵੋਟ ਪਾਓ, ਜਿਹੜਾ ਪੜ੍ਹਿਆ ਲਿਖਿਆ, ਜਿਹੜਾ ਕੋਈ ਤੁਹਾਡਾ ਭਲਾ ਕਰ ਸਕਦਾ। ਜਿੱਦਾਂ ਕਿ ਅੱਜ ਆਪਾਂ ਤਰਨਤਾਰਨ ਹਲਕੇ ਦੀ ਗੱਲ ਕਰਦੇ ਸੀ, ਇਸ ਤੋਂ ਪਹਿਲਾਂ ਅਸੀਂ ਕਿਸੇ ਵੀਰ ਨੂੰ ਤਰਨਤਾਰਨ ਸਾਹਿਬ ਵਾਲੇ ਨੂੰ ਕਾਲ ਲਾ ਲਿਆ ਪੁੱਛਣ ਲਈ। ਉਹ ਕਹਿੰਦਾ ਹਰਮੀਤ ਸੰਧੂ ਨੇ ਵੀ ਰੱਜ ਕੇ ਚਿੱਟਾ ਵੇਚਿਆ, ਉੱਤੇ ਪੂਰੇ ਇਲਜ਼ਾਮ ਲੱਗੇ ਆ ਚਿੱਟਾ ਵੇਚਣ ਦੇ, ਤੇ ਜਿਹੜਾ ਹੁਣ ਅਗਨੀਹੋਤਰੀ ਸੀ ਇਹਦੇ ਤੇ ਵੀ ਸੇਮ ਹੀ ਇਲਜ਼ਾਮ ਲੱਗੇ ਆ। ਸੋ ਇਹ ਗੱਲਾਂ ਹੁਣ ਸੋਚਣ ਵਾਲੀਆਂ ਆ ਵੀ ਹੁਣ ਤੀਜਾ ਜਿਹੜਾ ਆਮ ਆਦਮੀ ਵਾਲੇ ਖੜਾ ਕਰਦੇ ਆ, ਉਹ ਪਤਾ ਨਹੀਂ ਕਿਹੜਾ ਬੰਦਾ ਖੜਾ ਕਰਦੇ ਆ। ਸੋ ਸਾਨੂੰ ਜਾਗਰਤ ਹੋਣ ਦੀ ਲੋੜ ਹੈ। ਲੋਕਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਭੈਣ ਭਰਾਵਾਂ ਨੂੰ ਜਾਗਰਤ ਕਰੋ ਆਪਣੇ ਵੋਟ ਦੇ ਹੱਕ ਲਈ, ਆਪਣੇ ਭਵਿੱਖ ਲਈ, ਆਪਣੇ ਫਿਊਚਰ ਲਈ, ਆਪਣੇ ਲੋਕਾਂ ਵਾਸਤੇ, ਆਪਣੇ ਬੱਚਿਆਂ ਵਾਸਤੇ। ਹੁਣ ਜੇ ਚਿੱਟੇ ਵੇਚਣ ਦੀ, ਸਰਦਾਰ ਵਰਿੰਦਰ ਸਿੰਘ ਜੀ ਗੋਲਡੀ ਜੀ, ਚਿੱਟੇ ਦੀ ਗੱਲ ਹੁੰਦੀ ਵੇਚਣ ਦੀ, ਚਿੱਟਾ MLA ਤੋਂ ਲੈ ਕੇ, ਸਿਪਾਹੀ ਤੋਂ ਲੈ ਕੇ MLA ਤੱਕ ਵਿਕਦਾ ਆ, ਫਿਰ MP, ਫਿਰ ਗਾਂ ਸਰਕਾਰ, ਕਿਉਂਕਿ ਉਹਦਾ ਹਫਤਾ ਜਿਹੜਾ ਵਸੂਲੀ ਆ ਉਹ ਸਿਪਾਹੀ SHO ਕਰ ਕਰਕੇ ਉਹ DC ਤੱਕ ਜਾਂਦਾ, ਉਹਦਾ ਹਿੱਸਾ DCਆਂ ਤੋਂ ਬਾਅਦ ਉਹਦਾ ਹਿੱਸਾ MLA ਤੱਕ ਜਾਂਦਾ ਆ। ਐਵੇਂ ਨਹੀਂ ਤੇਰੀ ਹਰਵਿੰਦਰ ਗਿੱਲ ਇੱਕ ਵਾਰ ਕਿਤੇ ਨਾ ਇੱਕ ਥਾਣੇਦਾਰ ਨੂੰ ਗਾਲਾਂ ਕੱਢ ਰਿਹਾ ਸੀਗਾ, ਤੇ ਇਹਨਾਂ ਦੀਆਂ ਰਿਕਾਰਡਿੰਗਾਂ ਵਾਇਰਲ ਹੋਈਆਂ ਕਿੰਨੀਆਂ। ਸੋ ਇਹ ਚੀਜ਼ਾਂ ਸਾਨੂੰ ਸੋਚਣ ਦੀ ਲੋੜ ਆ। ਨਹੀਂ ਤਾਂ ਜੇ ਤੁਹਾਡੇ ਹਲਕੇ ਦਾ MLA ਚਾਹੇ ਤਾਂ ਤੁਹਾਡੇ ਪੱਤਾ ਨਹੀਂ ਹਿਲ ਸਕਦਾ, ਕਿਉਂਕਿ ਜਿਹੜਾ ਵੀ SHO ਕੋਈ ਨਸ਼ਾ ਬਤਾ ਰਿਹਾ ਜਾਂ ਕੋਈ ਪੁਲਿਸ ਅਫਸਰ ਬਕਾ ਰਿਹਾ, MLA ਦੇ ਅਧਿਕਾਰ ਖੇਤਰ ਚ ਆਉਂਦਾ ਵੀ ਉਹਨੂੰ ਸਸਪੈਂਡ ਕਰਾ ਦੇਵੇ, ਉੱਥੋਂ ਸਸਪੈਂਡ ਕਰ ਸਕਦਾ ਆ। ਸੋ ਹਾਂਜੀ, ਤੁਸੀਂ ਜੋ ਅੱਗੇ ਕੁਝ ਕਰਨਾ। ਥੋੜੀ ਜੀ ਆਪਾਂ ਸ਼ਬਦੀ ਵਿਚਾਰ ਤੋਂ ਪਹਿਲਾਂ ਪੋਲਿਟਿਕਸ ਬਾਰੇ ਗੱਲ ਕਰ ਲਈਏ। ਦੇਖੋ, ਇੱਕ ਨਾ ਜਿਹੜੀ ਰਵਾਇਤੀ ਪੰਜਾਬ ਦੀ ਪੋਲਿਟਿਕਸ ਆ, ਉਹਦੇ 'ਚ ਸਾਨੂੰ ਇੱਕ ਗੱਲ ਸਮਝਣੀ ਪੈਣੀ ਆ ਵੀ ਦੇਸ਼ ਆਜ਼ਾਦ ਹੋਣ ਤੋਂ ਲੈ ਕੇ 62 ਤੱਕ ਛੱਡ ਦਿਓ, ਜਦੋਂ ਪੰਜਾਬ ਸੂਬਾ ਵੱਡੇ ਤੋਂ ਛੋਟਾ ਹੋਇਆ, ਜੇ ਉਸ ਤੋਂ ਬਾਅਦ ਆਪਾਂ 70 ਤੋਂ 72 ਤੋਂ ਬਾਅਦ ਦੀ ਗੱਲ ਕਰੀਏ, 72 ਤੋਂ ਬਾਅਦ ਦੀ ਗੱਲ, ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਹੁਣੀ ਐਕਟਿਵ ਹੋਏ ਆ, ਤੇ ਉਹ ਇੱਦਾਂ ਲੱਗਦਾ ਹੁਣ ਤੱਕ 2017 ਤੱਕ ਵੀ ਇਹ ਸਲਾਹ ਦੇ ਨਾਲ ਕੰਮ ਚੱਲ ਰਿਹਾ ਸੀ ਵੀ ਇੱਕ ਵਾਰੀ ਤੁਸੀਂ, ਇੱਕ ਵਾਰੀ ਅਸੀਂ, ਇੱਕ ਵਾਰੀ ਤੁਸੀਂ, ਇੱਕ ਵਾਰੀ ਅਸੀਂ, ਇੱਕ ਵਾਰੀ ਤੁਸੀਂ, ਇੱਕ ਵਾਰੀ ਅਸੀਂ। ਦੋ ਪਾਰਟੀਆਂ ਦੀ ਗੇਮ ਚੱਲਦੀ ਸੀਗੀ। 1972 ਦੇ ਵਿੱਚ ਕਾਂਗਰਸ ਸੀ, ਫਿਰ ਅਕਾਲੀ ਦਲ ਆ ਗਿਆ, 77 'ਚ ਫਿਰ 80 ਦੇ ਵਿੱਚ ਕਾਂਗਰਸ ਆ ਗਈ, ਫਿਰ 85 ਦੇ ਵਿੱਚ ਅਕਾਲੀ ਦਲ ਆ ਗਿਆ, ਫਿਰ 92 'ਚ ਕਾਂਗਰਸ ਆ ਗਈ। ਉਹ ਦੋ ਪਾਰਟੀਆਂ 'ਚ ਡਿਸਾਈਡ ਕਰਨਾ ਬੜਾ ਸੌਖਾ ਹੁੰਦਾ ਸੀ ਆਮ ਬੰਦਿਆਂ ਵਾਸਤੇ, ਵੀ ਇੱਕ ਗੈਸ ਕਰਨਾ ਬੜਾ ਸੌਖਾ ਹੁੰਦਾ ਸੀ। ਮੈਂ ਸੋਸ਼ਲ ਮੀਡੀਆ ਦੀ ਗੱਲ ਕਰੂੰਗਾ, ਜਿਹੜੇ ਤੁੱਕੇ ਮਾਰ ਰਹੇ ਨਾ ਕੌਣ ਜਿੱਤੂਗਾ, ਦੋ ਪਾਰਟੀਆਂ 'ਚ ਬੜਾ ਈਜ਼ੀ ਆ ਵੀ ਇੱਕ ਨੂੰ 55% ਵੋਟਾਂ ਮਿਲ ਗਈਆਂ, ਦੂਜੇ ਨੂੰ 30% ਮਿਲ ਗਈਆਂ, 15% ਦੂਜੇ ਲੈ ਗਏ ਆਲੇ ਦੁਆਲੇ ਵਾਲੇ। ਫਿਰ ਜਦੋਂ ਤੋਂ ਇਹਨਾਂ ਨੇ BJP ਨੇ ਤੇ ਅਕਾਲੀਆਂ ਦੀ ਗੰਢ ਧੁੱਪ ਹੋਈ ਆ, ਮੇਰਾ ਖਿਆਲ 97 'ਚ ਪਹਿਲੀ ਵਾਰੀ ਹੋਈ ਸੀਗੀ ਗੰਢ ਧੁੱਪ ਇਹਨਾਂ ਦੀ, ਤੇ ਉਹ 97 'ਚ ਬੜੀ ਮੈਜੋਰਟੀ ਨਾਲ ਜਿੱਤ ਗਏ ਸੀਗੇ। 75 ਸੀਟਾਂ ਅਕਾਲੀਆਂ ਨੂੰ ਆ ਗਈਆਂ ਸੀ, 18 BJP ਨੂੰ ਆ ਗਈਆਂ ਸੀ, ਕਾਂਗਰਸ ਦੀ ਝੋਲੀ ਸਿਰਫ 14 ਪਈਆਂ ਸੀ। ਉਸ ਤੋਂ ਜਿਹੜੀ ਅਗਲੀ ਇਲੈਕਸ਼ਨ ਹੁੰਦੀ ਹੈ 2002 'ਚ, ਉੱਥੇ 62 ਸੀਟਾਂ ਕਾਂਗਰਸ ਲੈ ਗਈ ਸੀ, ਖਿਆਲ ਰੱਖੋ। ਜਦ ਕਿ ਪਹਿਲਾਂ ਹੁੰਜਾ ਫਿਰ ਜਿੱਤ ਸੀਗੀ, ਸਿਰਫ 41 ਮਿਲੀਆਂ ਸੀ ਅਕਾਲੀਆਂ ਨੂੰ ਤੇ 3 ਮਿਲੀਆਂ ਸੀਗੀਆਂ BJP ਨੂੰ ਉਸ ਟਾਈਮ ਦੇ ਉੱਤੇ। 2007 ਤੋਂ ਬਾਅਦ 2012 ਮਨਪ੍ਰੀਤ ਬਾਦਲ ਨੇ ਸ਼ੋਸ਼ਾ ਛੱਡਤਾ, ਇੱਕ ਨਵੀਂ PPP ਬਣਾਤੀ, ਭਗਵੰਤ ਮਾਨ ਹੁਣੀ ਸਾਰੇ ਉੱਥੇ ਚਲੇ ਗਏ। ਇੱਕ ਸਾਨੂੰ ਲੱਗਿਆ ਵੀ ਤੀਜਾ ਫਰੰਟ ਆ, ਪੰਜਾਬੀਆਂ ਨੂੰ ਲੱਗਿਆ। ਉਹ ਤੀਜਾ ਫਰੰਟ ਕਿਹੋ ਜਿਹਾ ਸੀਗਾ, ਉਹ 92 ਤੇ 92 ਅਕਾਲੀਆਂ ਨੂੰ ਕੱਖ ਨਹੀਂ ਸੀ ਮਿਲਿਆ, ਕਿਉਂਕਿ ਉਹਨਾਂ ਨੇ ਬਾਈਕਾਟ ਕੀਤਾ ਹੋਇਆ ਸੀ, ਤੁਹਾਨੂੰ ਯਾਦ ਹੋਣਾ, ਸਾਰਿਆਂ ਨੇ ਬਾਈਕਾਟ ਕਰਤਾ ਸੀ। ਕਾਂਗਰਸ ਮੈਜੋਰਟੀ ਨਾਲ ਜਿੱਤ ਗਈ ਸੀਗੀ, ਉਹ ਕਿਸੇ ਗਿਣਤੀ 'ਚ ਨਹੀਂ ਹੁੰਦੀ ਉਹ ਇਲੈਕਸ਼ਨ। ਸੋ PPP 'ਚ ਮਨਪ੍ਰੀਤ ਗਿਆ, ਬਾਅਦ 'ਚ ਕਿਵੇਂ ਟਪੂਸੀ ਮਾਰ ਕੇ ਕਾਂਗਰਸ 'ਚ ਆਇਆ, ਉਹ ਸਾਰਿਆਂ ਨੂੰ ਪਤਾ ਆ, ਉਹ ਵੀ ਚਲਾ ਗਿਆ ਕੰਮ। ਉਸ ਤੋਂ ਬਾਅਦ ਥੋੜ੍ਹੇ ਜਿਹੇ ਸਮੀਕਰਨ ਬਦਲੇ 2017 ਦੇ ਵਿੱਚ, ਜਦੋਂ ਆਮ ਆਦਮੀ ਪਾਰਟੀ ਖੜਦੀ ਆ। 5 ਸਾਲ ਪਹਿਲਾਂ ਯਾਦ ਕਰ ਲਓ, ਲੋਕੀ ਕਹਿੰਦੇ 100 ਸੀਟਾਂ ਆਮ ਆਦਮੀ ਪਾਰਟੀ ਵਾਲੇ ਡੰਕੇ ਦੀ ਚੋਟ ਨਾਲ ਸਾਡੀਆਂ 100 ਤੋਂ ਉੱਪਰ। ਕੇਜਰੀਵਾਲ ਦੇ ਕਈ ਬਿਆਨ ਆ, ਤੁਸੀਂ YouTube ਤੇ ਕੱਢ ਲਿਓ, 100 ਤੋਂ ਬਾਅਦ ਮਿਲੀਆਂ ਕਿੰਨੀਆਂ 20। ਪਰ ਉਹਨੇ ਸਾਰੇ ਸਮੀਕਰਨ ਬਦਲ ਦਿੱਤੇ, ਜਿੰਨੇ ਉੱਥੇ ਗਰਾਊਂਡ ਲੈਵਲ ਦੇ ਸਮੀਕਰਨ ਸੀਗੇ। 15 ਸੀਟਾਂ ਆਈਆਂ ਬਾਦਲਾਂ ਨੂੰ, 3 ਆਈਆਂ BJP ਨੂੰ,
ਤੇ 77 ਸੀਟਾਂ ਜਿੱਤ ਕੇ ਕਾਂਗਰਸ ਆਪਣੀ ਸਰਕਾਰ ਬਣਾ ਜਾਂਦੀ, ਕਿਉਂਕਿ ਲੋਕੀ ਦੁਖੀ ਸੀਗੇ ਉਹਨਾਂ ਤੋਂ। ਅਕਾਲੀਆਂ ਦੇ 10 ਸਾਲ, ਉਹ ਪਹਿਲੀ ਵਾਰੀ ਸੀ ਕਿ 2 ਵਾਰੀ ਲਗਾਤਾਰ ਅਕਾਲੀ ਆਏ ਸੀ 1969 ਤੋਂ ਬਾਅਦ, ਨਹੀਂ ਤੇ ਹਰ ਵਾਰੀ 5 ਸਾਲ ਬਾਅਦ ਬਦਲਦੇ ਰਹੇ, ਉਹ ਚੇਂਜ ਕਰਦੇ ਰਹੇ ਆਪਸ 'ਚ। ਸੋ ਐਤਕੀ ਜਿਹੜੇ ਸਮੀਕਰਨ ਆ ਨਾ, ਇਹ ਸਮਝਣ ਵਾਲੀ ਗੱਲ ਆ। ਐਤਕੀ 2 ਕੋਨਾ ਮੁਕਾਬਲਾ ਨਹੀਂ, 3 ਕੋਨਾ ਮੁਕਾਬਲਾ ਨਹੀਂ, 4 ਕੋਨਾ ਮੁਕਾਬਲਾ ਨਹੀਂ, 5 ਕੋਨਾ ਮੁਕਾਬਲਾ ਆ। ਸੋ ਜਦੋਂ 5 ਕੋਨਾ ਮੁਕਾਬਲਾ ਨਾ, ਭਾਵੇਂ ਆਪਣੇ ਆਪ ਨੂੰ ਕਿੱਡਾ ਵੱਡਾ ਕੋਈ ਘਾਕ ਦੱਸਦਾ ਹੋਵੇ, ਮੈਂ ਵਿਦਵਾਨ ਆ, ਮੈਂ ਦੱਸ ਦੂੰਗਾ, ਕੋਈ ਨਹੀਂ ਦੱਸ ਸਕਦਾ। ਜਿਹੜੀਆਂ ਵੀ ਵੋਟਾਂ 25% ਭੁਗਤ ਗਈਆਂ ਜਿਹੜੀ ਪਾਰਟੀ ਨੂੰ, ਹੋ ਸਕਦਾ ਕਈ ਥਾਵਾਂ ਦੇ ਉੱਤੇ 20 ਤੋਂ 25% ਵਾਲਾ ਜੇਤੂ ਕਰਾਰ ਹੋ ਜਾਵੇ, ਔਰ ਕੁਛ 100 ਵੋਟਾਂ ਦਾ ਫਰਕ ਹੋਵੇ। ਇਹ ਬਹੁਤ ਹੋਣਾ ਐਤਕੀ। ਅੱਗੇ ਹੁੰਦਾ ਸੀ 10,000 ਵੋਟਾਂ ਦਾ ਫਰਕ, 20,000 ਵੋਟਾਂ ਦਾ ਫਰਕ, ਜੋ 2 ਪਾਰਟੀਆਂ ਹੁੰਦੀਆਂ ਸੀ 30,000 ਵੋਟਾਂ ਦਾ ਫਰਕ। ਐਤਕੀ ਫਰਕ 5,000 ਤੱਕ ਰਹਿ ਜਾਣਾ। 500 ਤੋਂ ਲੈ ਕੇ 5,000 ਵਾਲੇ ਫਰਕ ਵਾਲੇ ਬਹੁਤ ਕੈਂਡੀਡੇਟ ਤੁਹਾਨੂੰ ਮਿਲਣੇ ਆ, ਤੇ ਕੁਝ ਵੀ ਹੋ ਸਕਦਾ ਹੈ। ਜਿੱਥੇ 5 ਕੋਨੇ ਮੁਕਾਬਲੇ ਆ ਜਿਨ੍ਹਾਂ ਥਾਂ ਦੇ ਉੱਤੇ, ਉਹ ਵੋਟਾਂ ਵੰਡੀਆਂ ਹੀ ਜਾਣੀਆਂ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਆ। ਸੋ ਜਿਹੜੇ ਕਹਿ ਰਹੇ ਨਾ ਹਵਾ ਬਣੀ ਹੋਈ, ਹਵਾ ਬਣੀ ਨਹੀਂ ਹੋਈ, ਹਵਾ ਬਣਾਈ ਜਾ ਰਹੀ ਆ। ਸਾਈਨ ਬੋਰਡ ਲਾ ਕੇ, ਐਡਵਰਟਾਈਜ਼ਮੈਂਟ ਕਰਕੇ, ਹੋਰ ਬਹੁਤ ਸਾਰੇ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਪੂਰਾ IT ਸੈੱਲ ਹੈ ਇੱਕ ਆਮ ਆਦਮੀ ਪਾਰਟੀ ਦਾ, ਜਿਹਦਾ ਕੰਮ ਹੀ ਇਹ ਆ ਵੀ ਇਹਨਾਂ ਨੇ ਜਿੱਤਣਾ। BJP ਉਹ ਅਕਾਲੀਆਂ ਦਾ ਆਪਣਾ IT ਸੈੱਲ ਹੈ, ਉਹ ਕਹਿੰਦੇ ਜੀ ਸਾਨੂੰ 70 ਸੀਟਾਂ ਮਿਲਣੀਆਂ, ਸਾਰੇ ਆਪਣੀ ਆਪਣੀ ਸਗੂਫੇ ਛੱਡ ਰਹੇ ਆ। ਐਤਕੀ ਮੋਸਟਲੀ ਚਾਂਸਸ ਮਿਲਗੋਬੇ ਦੇ ਆ, ਪਰ ਜੇ ਲਹਿਰ ਬਣ ਜਾਂਦੀ ਆ ਪੰਜਾਬ ਦੇ ਵਿੱਚ, ਪਿੰਡਾਂ ਵਿੱਚ ਸਿਰਫ 12,700 ਪਿੰਡ ਆ, ਮੈਂ ਕੈਲਕੂਲੇਸ਼ਨ ਲਾ ਰਿਹਾ ਸੀ, ਜੇ 300 ਵੋਟ, 300 ਸਿਰਫ ਇੱਕ ਪਿੰਡ 'ਚੋਂ 300 ਵੋਟ ਹੁੰਦੀ ਆ, ਤੇ ਸੰਯੁਕਤ ਮੋਰਚਾ ਮਾਰਚਾ ਬਹੁਤ ਵੱਡੀ ਮੈਜੋਰਟੀ ਨਾਲ ਜਿੱਤੂਗਾ। ਹਰ ਪਿੰਡ 'ਚੋਂ ਜੇ 300 ਵੋਟ ਪੈਂਦੀ ਆ, ਕੀ ਅਸੀਂ ਇੰਨਾ ਵੀ ਨਹੀਂ ਕਰ ਸਕਦੇ? ਕੀ ਅਸੀਂ ਬਦਲਾਅ ਵਾਸਤੇ ਇੰਨਾ ਵੀ ਨਹੀਂ ਕਰ ਸਕਦੇ ਕਿ ਆਪਣੇ ਆਪਣੇ ਪਿੰਡ ਦੇ ਵਿੱਚੋਂ 300 ਵੋਟ ਇਹਨਾਂ ਵਾਸਤੇ ਖੜੀ ਕਰ ਸਕੀਏ? ਤੁਸੀਂ 300 ਵੋਟ ਦਾ ਇੰਤਜ਼ਾਮ ਕਰੋ, ਸਰਕਾਰ ਆਈ ਲਓ, ਔਰ ਬਦਲਾਅ ਆਊਗਾ, ਇਹ ਗਰੰਟੀ ਆ। ਕਿਉਂ ਆਊਗਾ? ਹੋ ਸਕਦਾ ਉਹਨਾਂ ਕੋਲ ਵੀ ਕੁਝ ਗਲਤੀਆਂ ਹੋਈਆਂ ਹੁਣ, 1-2 ਕੈਂਡੀਡੇਟ ਕਿਤੇ, ਕਿਉਂਕਿ ਜਦੋਂ 117 ਕੈਂਡੀਡੇਟ ਹੁੰਦੇ ਆ, ਹੋ ਸਕਦਾ ਕਿਉਂਕਿ ਵਿੱਚ ਖਬਰਾਂ ਆਈਆਂ ਵੀ ਉਹਨਾਂ ਦਾ ਆਹ ਕੈਂਡੀਡੇਟ ਮਾੜਾ, ਪਰ ਬਾਕੀਆਂ ਪਾਰਟੀਆਂ ਨਾਲ ਕੰਪੇਅਰ ਕਰੋ। ਜੇ 117 'ਚੋਂ 2 ਜਾਂ 4 ਕੈਂਡੀਡੇਟ ਮਾੜੇ ਆ, ਤੇ ਜਿਹੜੇ ਬਾਕੀ 112-13 ਉਹਨਾਂ ਦੀ ਸਪੋਰਟ ਕਰੋ, ਚੰਗੇ ਲੋਕਾਂ ਦੀ ਸਪੋਰਟ ਕਰੋ। ਜੇ ਤੁਹਾਡੇ ਏਰੀਏ 'ਚ ਕਿਸੇ ਹੋਰ ਪਾਰਟੀ ਦਾ ਚੰਗਾ ਇਨਸਾਨ ਆ, ਜਿਹੜਾ ਕਿਸੇ ਨਸ਼ੇ ਤਸਕਰ 'ਚ ਨਹੀਂ ਫਸਿਆ ਜਾਂ ਕਿਸੇ ਹੋਰ ਗੱਲ 'ਚ ਨਹੀਂ ਫਸਿਆ, ਤੁਹਾਡੇ ਇਲਾਕੇ ਵਾਸਤੇ ਕੁਝ ਕੀਤਾ, ਤਾਂ ਉਹਨੂੰ ਵੋਟ ਪਾਓ, ਕੋਈ ਪ੍ਰੋਬਲਮ ਨਹੀਂ ਆ। ਜੇ ਤੁਹਾਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਸੱਚਾ ਸੁੱਚਾ ਬੰਦਾ ਆ, ਆਪਣੀ ਸੀਟ ਤੋਂ ਖੜਦਾ, ਉਹਨੂੰ ਜਿਤਾਓ ਉੱਥੋਂ। ਜੇ ਚੰਗੇ ਬੰਦੇ, ਇਮਾਨਦਾਰ ਬੰਦੇ ਆਉਣਗੇ, ਕਿਸੇ ਵੀ ਪਾਰਟੀ ਦੇ ਹੋਣਗੇ, ਉਹ ਕੱਲ ਨੂੰ ਵਿਕਣਗੇ ਨਹੀਂ। ਤੇ ਭਾਵੇਂ ਸੰਯੁਕਤ ਮੋਰਚਾ ਮਾਰਚੇ ਦਾ ਜਿਹੜਾ ਕੋਈ ਟਪੂਸੀ ਮਾਰ ਕੇ ਆਇਆ ਹੋਇਆ ਆ, ਤੁਹਾਨੂੰ ਲੱਗਦਾ ਬੰਦਾ ਗਲਤ ਹੈ, ਉਹਨੂੰ ਬਿਲਕੁਲ ਨਾ ਵੋਟ ਪਾਓ, ਭਾਵੇਂ ਸੰਯੁਕਤ ਮੋਰਚੇ ਦਾ ਹੋਵੇ, ਬਿਲਕੁਲ ਵੋਟ ਨਾ ਪਾਓ। ਉਹਦੇ ਮੁਕਾਬਲੇ ਜਿਹੜਾ ਸ਼ਰੀਫ ਬੰਦਾ ਖੜਾ, ਉਹਨੂੰ ਵੋਟ ਪਾਓ, ਕਿਉਂਕਿ ਜੇ ਉਹ ਅੱਗੇ ਆਇਆ ਤਾਂ ਫਿਰ ਜਾਊਗਾ ਟਪੂਸੀ ਮਾਰ ਕੇ ਵਾਪਸ। ਸੋ ਸਿਰਫ ਸਾਡਾ ਟਾਰਗੇਟ ਇਹ ਹੈ ਇਸ ਚੈਨਲ ਦੇ ਉੱਤੇ, ਅਸੀਂ ਸਿਰਫ ਤਾਂ ਸੰਯੁਕਤ ਮੋਰਚੇ ਨੂੰ ਸਪੋਰਟ ਕਰ ਰਹੇ ਹਾਂ ਕਿਉਂਕਿ ਇਹਨਾਂ ਦੇ ਮੈਜੋਰਟੀ ਕੈਂਡੀਡੇਟ ਇਮਾਨਦਾਰ ਆ। ਜੇ ਮੈਜੋਰਟੀ ਕੈਂਡੀਡੇਟ ਕਿਸੇ ਹੋਰ ਪਾਰਟੀ ਦੇ ਇਮਾਨਦਾਰ ਹੁੰਦੇ ਤਾਂ ਅਸੀਂ ਉਹਨਾਂ ਨੂੰ ਸਪੋਰਟ ਕਰਦੇ, ਪਰ ਅਸੀਂ ਫਿਰ ਵੀ ਕਹਿੰਦੇ ਆ, ਜੇ ਤੁਹਾਡੇ ਏਰੀਏ ਵਿੱਚ ਕੋਈ ਇੱਦਾਂ ਦਾ ਬੰਦਾ ਖੜਾ ਆ ਜਿਹੜਾ ਤੁਹਾਨੂੰ ਲੱਗਦਾ ਵੀ ਇਹ ਠੱਗ ਆ, ਇਹ ਬਦਮਾਸ਼ ਆ, ਇਹ ਹੇਰਾਫੇਰੀ ਕਰਕੇ ਵੋਟਾਂ ਲੈ ਕੇ ਖੜਾ ਆ, ਉੱਥੋਂ ਅਸੀਂ ਟਿਕਟ ਲਈ ਆ, ਤੇ ਉਹਨੂੰ ਬਿਲਕੁਲ ਵੋਟ ਨਾ ਪਾਓ, ਭਾਵੇਂ ਉਹ ਸੰਯੁਕਤ ਸਮਾਜ ਮੋਰਚੇ ਦਾ ਹੀ ਕੈਂਡੀਡੇਟ ਕਿਉਂ ਨਾ ਹੋਵੇ। ਹੁਣ ਮੈਂ ਆਪਣੇ ਏਰੀਏ ਦੀ ਗੱਲ ਕਰਦਾ, ਮੈਨੂੰ ਪਤਾ ਕਿ ਉੱਥੇ ਅੱਜ ਹੀ ਅਨਾਊਂਸ ਹੋਇਆ ਮੇਰਾ ਖਿਆਲ ਜਸਵਿੰਦਰ ਸਿੰਘ ਸੰਘਾ, ਤੇ ਮੈਂ ਪਰਸਨਲੀ ਜਾਣਦਾ ਕਿ ਉਹ ਬੰਦਾ ਕਿੰਨਾ ਇਮਾਨਦਾਰ ਆ, ਉਸ ਏਰੀਏ ਦੇ ਵਿੱਚ ਕਿੰਨਾ ਕੰਮ ਕਰਨਾ ਚਾਹੁੰਦਾ ਆ, ਕਿੰਨਾ ਉਹਨੂੰ ਚਾਅ ਆ ਕਿ ਮੈਂ ਕੁਛ ਕਰਾਂ। ਹਾਲਾਂਕਿ ਉਹਦੇ ਮੁਕਾਬਲੇ 'ਚ 2 ਓਲੰਪੀਅਨ ਖੜੇ ਆ, ਪ੍ਰਗਟ ਸਿੰਘ ਤੇ ਸੋਢੀ, 2 ਹਾਕੀ ਦੇ ਤਗੜੇ ਓਲੰਪੀਅਨ ਖੜੇ ਆ ਉਹਦੇ ਮੁਕਾਬਲੇ, ਤੇ ਹਾਲੇ ਆਮ ਆਦਮੀ ਦਾ ਮੈਨੂੰ ਪਤਾ ਨਹੀਂ ਉੱਥੇ ਕੌਣ ਖੜਾ ਆ, ਪਰ ਜੇ ਉਹ ਜਿੱਤਦਾ ਆ ਸਾਨੂੰ ਗਰੰਟੀ ਆ ਵੀ ਉਸ ਇਲਾਕੇ ਦੇ ਵਿੱਚ ਸੁਧਾਰ ਹੋਊਗਾ। ਆਮ ਆਦਮੀ ਤੋਂ ਸੁਰਿੰਦਰ ਸਿੰਘ ਸੋਢੀ ਖੜੇ ਆ। ਅੱਛਾ, ਹਾਂਜੀ, ਕਾਂਗਰਸ ਤੋਂ ਸਰਦਾਰ ਬੀਜੇਪੀ ਨੇ ਨਹੀਂ ਕੀਤਾ, ਬੀਜੇਪੀ ਨੇ ਨਹੀਂ ਕੀਤਾ ਹਾਲੇ ਅਨਾਊਂਸ। ਨਹੀਂ, ਆਪਣੇ ਅਕਾਲੀਆਂ ਤੋਂ ਜਗਮੀਤ ਸਿੰਘ ਬਰਾੜ, ਹਾਂਜੀ, ਹਾਂ, ਬੀਜੇਪੀ ਨੇ ਹਾਲੇ ਕੀਤਾ ਨਹੀਂ ਅਨਾਊਂਸ ਮੇਰਾ ਖਿਆਲ। ਮਨਪ੍ਰੀਤ ਹੋਣਾ ਦਾ ਮੇਰਾ ਖਿਆਲ ਭੂਆ ਦਾ ਮੁੰਡਾ ਆਇਆ ਜੀ, ਜਗਮੀਤ ਸਿੰਘ ਬਰਾੜ ਜਿਹੜਾ, ਹਾਂਜੀ ਹਾਂਜੀ ਹਾਂਜੀ, ਹਾਂ, ਉਹ ਖੜਾ ਆ। ਤੇ ਇਹ ਤੇ ਸਰਦਾਰ ਪ੍ਰਗਟ ਸਿੰਘ ਹੋਣੀ, ਜਗਮੀਤ ਸਿੰਘ ਬਰਾੜ, ਸਰਦਾਰ ਸਿੰਘ ਸੋਢੀ, ਤੇ ਆਪਣੇ ਹੁਣ ਭਾਜੀ ਜਿਹੜੇ ਆ ਜਸਵਿੰਦਰ ਸਿੰਘ ਸੰਘਾ, ਹਾਂਜੀ, ਇਹ ਖੜੇ ਹੋਏ ਆ। ਸੋ ਆਪਣੇ ਆਪ ਲੋਕ ਡਿਸਾਈਡ ਕਰ ਸਕਦੇ ਆ ਉੱਥੇ। ਬਿਲਕੁਲ। ਸੋ ਭਾਈ ਤੁਸੀਂ ਇਹ ਦੇਖੋ ਭਈ ਜਿਹੜੇ ਸਗੂਫੇ ਸੋਸ਼ਲ ਮੀਡੀਆ ਛੱਡੇ ਜਾ ਰਹੇ ਨਾ, ਇਹ ਕੁਝ ਵੀ ਸਹੀ ਨਹੀਂ ਹੋਣਾ।
ਇਹ ਸਾਰੇ ਰੁਲ ਜਾਣੇ ਆ ਜਿੰਨੇ ਆਪਣੇ ਆਪਣੇ ਆਈਡੀਏ ਵੱਡੇ ਵੱਡੇ ਬੰਦੇ ਦੇ ਰਹੇ ਆ, ਕਿਉਂਕਿ ਬਹੁਤ ਔਖਾ ਆ ਡਿਸਾਈਡ ਕਰਨਾ 5 ਪਾਰਟੀਆਂ ਦੇ ਮੁਕਾਬਲੇ 'ਚੋਂ ਕਿ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਮਿਲਣੀਆਂ। ਜਿਹੜੀ 1-2% ਉੱਪਰ ਲੈ ਗਈ ਉਹ ਉੱਥੇ ਕੈਂਡੀਡੇਟ ਕਈ ਇੱਦਾਂ ਦੇ ਜਿੱਤਣੇ ਆ ਜਿਨ੍ਹਾਂ ਤੁਸੀਂ ਨਾ ਹੀ ਨਹੀਂ ਸੁਣਿਆ ਹੋਣਾ, ਜਿਨ੍ਹਾਂ ਤੁਹਾਨੂੰ ਪਤਾ ਵੀ ਨਹੀਂ ਹੋਣਾ, ਇੱਦਾਂ ਦੇ ਕੈਂਡੀਡੇਟ ਜਿੱਤਣੇ ਆ। ਬਾਕੀ ਜਿਹੜਾ ਮੈਂ ਦੇਖ ਰਿਹਾ ਗਰਾਊਂਡ ਲੈਵਲ 'ਤੇ ਪਹਿਲੀ ਵਾਰੀ ਇੱਦਾਂ ਹੋਇਆ ਆ ਕਿ ਜਿੱਦਾਂ ਇੱਥੇ ਬਾਕੀ ਕੰਟਰੀਆਂ ਦੇ ਵਿੱਚ ਪ੍ਰਚਾਰ ਹੁੰਦਾ ਨਾ ਘਰ ਘਰ ਜਾ ਕੇ, ਉੱਦਾਂ ਲੋਕੀ ਕੈਂਡੀਡੇਟ ਜਾ ਰਹੇ ਆ। ਖਾਸ ਕਰਕੇ 2 ਮੁੰਡਿਆਂ ਦਾ ਮੈਂ ਇੱਥੇ ਖਾਸ ਕਰਕੇ ਜ਼ਿਕਰ ਕਰੂੰਗਾ। ਇੱਕ ਤਾਂ ਆਪਾਂ ਪਿਛਲੀ ਵਾਰੀ ਪ੍ਰੋਗਰਾਮ 'ਚ ਲੈ ਕੇ ਆਏ ਸੀ ਰਵਨੀਤ ਬਰਾੜ, ਉਹ ਕੱਲ ਘਰ ਘਰ ਜਾ ਕੇ ਲੋਕਾਂ ਨੂੰ ਮਿਲ ਰਿਹਾ। ਇੱਕ ਗੁਰਪ੍ਰੀਤ ਕੋਟਲੀ ਮੁੰਡਾ, ਉਹਨੇ ਇੱਕ ਨਵੀਂ ਪਿਰਤ ਪਾਈ ਆ। ਦੇਖੋ ਘਰੋਂ ਨਿਕਲ ਗਿਆ ਉਹ ਸਵੇਰੇ ਇੱਕ ਦਿਨ, ਉਹ ਹਰ ਇੱਕ ਪਿੰਡ 'ਚ ਜਾਣ ਲੱਗ ਪਿਆ। ਜਿੱਥੇ ਰਾਤ ਪੈਂਦੀ ਆ ਉਸ ਪਿੰਡ 'ਚ ਰੁਕ ਜਾਂਦਾ, ਕੱਲ੍ਹ ਨੂੰ ਅਗਲੇ ਪਿੰਡ ਜਾਵਾਂਗੇ। ਉੱਥੇ ਰਾਤ ਨੂੰ ਉਹਨਾਂ ਦੇ ਘਰੇ ਰੋਟੀ ਖਾਂਦਾ ਆ, ਜਿਹਦੇ ਘਰੇ ਰੁਕਦਾ ਆ ਉੱਥੇ ਇਕੱਠੇ ਹੁੰਦੇ ਆ, ਜੇ ਕੋਈ ਸਵਾਲ ਆ ਪੁੱਛਦੇ ਆ। ਬਹੁਤ ਵਧੀਆ ਤਰੀਕਾ, ਇੱਕ ਬੜਾ ਵਧੀਆ ਮੈਸੇਜ। ਪੈਸੇ ਦੀ ਕੀ ਲੋੜ ਆ, ਉਹ ਟਰੈਕਟਰਾਂ ਤੇ ਚੱਲ ਜਾਂਦਾ ਆ, ਉਹ ਗੱਡੀ ਤੇ ਵੀ ਨਹੀਂ ਜਾਂਦਾ, ਟਰੈਕਟਰ ਤੇ ਬੈਠ ਕੇ ਇੱਕ ਪਿੰਡ ਵਾਲਾ ਦੂਜੇ ਪਿੰਡ 'ਚ ਛੱਡ ਆਉਂਦਾ, ਨਾਲ ਮੁੰਡੇ ਆ ਜਾਂਦੇ ਆ। ਇੱਦਾਂ ਹੀ ਲੱਖਾਂ ਸਧਾਣਾ ਕਰ ਰਿਹਾ ਆ। ਉਹ ਘਰ ਨਹੀਂ ਬੈਠਾ ਪਿਛਲੇ ਜਦੋਂ ਤੋਂ ਹਾਲੇ ਅਨਾਊਂਸ ਨਹੀਂ ਸੀ ਹੋਇਆ, ਅਨਾਊਂਸ ਅੱਜ ਹੋਇਆ ਸੰਯੁਕਤ ਸਮਾਜ ਮੋਰਚੇ ਵੱਲੋਂ। ਹੋ ਸਕਦਾ ਤੁਹਾਡੇ ਕਈ ਚੀਜ਼ਾਂ ਵਿੱਚ ਡਿਫਰੈਂਸਿਸ ਹੋਣ ਲੱਖੇ ਸਧਾਣੇ ਨਾਲ, ਕਈ ਲੋਕਾਂ ਦੇ ਹੋਣ, ਪਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉਹ ਬੰਦੇ ਨੇ ਇਮਾਨਦਾਰੀ ਨਾਲ ਪੰਜਾਬ ਦੀ ਪੰਜਾਬੀਅਤ ਦੀ ਗੱਲ ਕੀਤੀ ਆ। ਇਹਦੇ ਵਿੱਚ ਕੋਈ ਪ੍ਰੋਬਲਮ, ਸਾਨੂੰ ਵੀ ਕੁਝ ਗੱਲਾਂ 'ਤੇ ਉਹਦੇ ਨਾਲ ਪ੍ਰੋਬਲਮ ਸੀਗੀ ਕਿਸਾਨੀ ਅੰਦੋਲਨ ਦੇ ਦੌਰਾਨ। ਪਰ ਜਦੋਂ ਆਪਾਂ ਓਵਰਆਲ ਕਿਸੇ ਬੰਦੇ ਨੂੰ ਦੇਖਦੇ ਆ ਤੇ ਜਦੋਂ ਆਪਾਂ ਉਹਨੂੰ ਕੈਲਕੂਲੇਟ ਲਾਦੇ ਪਏ ਉਹਦੇ 'ਚ ਚੰਗਿਆਈਆਂ ਕਿੰਨੀਆਂ ਤੇ ਬੁਰਾਈਆਂ ਕਿੰਨੀਆਂ, ਜੇ ਚੰਗਿਆਈਆਂ ਉਹਦੀਆਂ ਹਾਵੀ ਹੁੰਦੀਆਂ ਤਾਂ ਸਾਨੂੰ ਬੁਰਾਈਆਂ ਨੂੰ ਭੁੱਲਣਾ ਚਾਹੀਦਾ, ਸਿੱਖਣਾ ਪੈਣਾ ਆ। ਚੰਗਿਆਈਆਂ ਨੂੰ ਅੱਗੇ ਲੈ ਕੇ ਆਓ, ਅਗਲਾ ਆਪਣੀ ਬੁਰਾਈਆਂ ਛੱਡ ਦੂਗਾ। ਜੇ ਅਸੀਂ ਬੁਰਾਈਆਂ ਨੂੰ ਹੀ ਅੱਗੇ ਲਈ ਆਵਾਂਗੇ ਤਾਂ ਫਿਰ ਬੁਰਾਈ ਹਮੇਸ਼ਾ ਹਾਵੀ ਹੋ ਜਾਂਦੀ ਆ। ਆਪਾਂ ਸ਼ਬਦ ਦੀ ਵਿਚਾਰ ਕਰ ਲਈਏ, ਉਹ ਰਹਿ ਜਾਵੇ ਤੇ ਕਈ ਪਹਿਲਾਂ ਮੈਂ ਮਾੜੀ ਜੀ ਗੱਲ ਕਰਨੀ ਚਾਹੂੰਗਾ ਜਿਹੜੀ ਤੁਸੀਂ ਗੱਲ ਕੀਤੀ ਆ। ਜਾਂ ਆਪਾਂ ਇੱਥੇ ਕਰਦੇ ਅੱਜ ਸ਼ਬਦ ਰਹਿੰਦੇ ਨੇ, ਕੱਲ ਨੂੰ ਕਰਾਂਗੇ ਕਿਉਂਕਿ ਟਾਈਮ ਬਹੁਤ ਥੋੜਾ ਰਹਿ ਗਿਆ, 10 ਮਿੰਟ ਰਹਿ ਗਏ ਆ, ਸ਼ਬਦ ਬਹੁਤ ਲੰਬਾ ਆ। ਆਪਾਂ ਪੋਲਿਟਿਕਸ ਤੇ ਗੱਲ ਕਰਦੇ ਹਾਂ। ਹਾਂਜੀ। ਦੂਜੀ ਗੱਲ ਭਾਜੀ ਇਹ ਆ ਵੀ ਜਿੱਦਾਂ ਆਪਾਂ ਨੂੰ ਲੱਗ ਰਿਹਾ ਆ ਵੀ ਹਰ ਬੰਦਾ ਜਿਹੜਾ ਆ ਸਿਆਣਾ ਆ, ਤੁਸੀਂ ਵੋਟਾਂ ਦੀ ਗਿਣਤੀ ਵੀ ਦੱਸ ਦਿੱਤੀ। ਤਰੀਕਾ ਪੈਸੇ ਦੀ ਲੋੜ ਨਹੀਂ ਹੁੰਦੀ ਕਦੀ ਵੀ ਇਲੈਕਸ਼ਨ ਵਾਸਤੇ, ਜੇ ਤੁਸੀਂ ਸਹੀ ਮਹੀਨੇ 'ਚ, ਕਿਉਂਕਿ ਸਮਾਜ ਸੇਵਾ ਵਾਸਤੇ ਕਿਸੇ ਨੂੰ ਤੁਸੀਂ ਪਿੰਡੋਂ ਚੱਕ ਕੇ ਹਸਪਤਾਲ ਜਾਣਾ, ਤੁਹਾਨੂੰ ਤੇਲ ਤਾਂ ਤੁਸੀਂ ਅਫੋਰਡ ਕਰ ਹੀ ਲੈਂਦੇ ਆ। ਬਾਕੀ ਜਦੋਂ ਆਪਣਾ ਪੰਜਾਬੀਆਂ ਦਾ ਰਿਵਾਜ ਹੈ, ਜੇ ਆਪਣੇ ਪਿੰਡ ਕੋਈ ਨਾਲ ਦਾ ਪਿੰਡ ਦਾ ਕੋਈ ਆ ਜਾਏ, ਆਪਾਂ ਉਹਨੂੰ ਆਪ ਰੋਟੀ ਪਾਣੀ ਖਿਲਾਉਂਦੇ ਆ, ਬੰਦੇ ਵੀ ਇਕੱਠੇ ਕਰ ਲੈਂਦੇ ਆ, ਗੱਲਬਾਤ ਵੀ ਕਰਾ ਦਿੰਦੇ ਆ, ਸਾਰਾ ਕੁਝ ਹੋ ਜਾਂਦਾ। ਹੁਣ ਜਿਹੜੀ ਗੱਲ ਕੀਤੀ ਸੀ ਤੁਸੀਂ ਫੇਸਬੁੱਕ ਦੀ, ਫੇਸਬੁੱਕ ਤੇ ਤੁਸੀਂ ਇੱਕ ਪੋਸਟ ਪਾਈ ਸੀਗੀ ਕੱਲ ਪਰਸੋਂ, ਮੇਰਾ ਖਿਆਲ ਵੀ ਸਰਕਾਰ ਕਿਹਦੀ ਬਣਨੀ ਆ। ਫੇਸਬੁੱਕ ਦੇ ਬਾਹਰਲੇ ਦੇਸ਼ਾਂ ਦੇ ਹਿਸਾਬ ਨਾਲ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਰਕਾਰ ਬਣ ਰਹੀ ਆ। ਬਿਲਕੁਲ ਜੀ, ਠੀਕ ਹੈ। ਤੇ ਜੇ ਕੱਲ ਨੂੰ ਤੁਸੀਂ ਇਹੀ ਕੰਮ ਤੁਸੀਂ ਖਾਲਿਸਤਾਨ ਦੇ ਉੱਪਰ, ਇੱਕ ਵੀਰ ਆ ਗਿਆ ਆਪਣਾ, ਉਹ ਵੀ ਖਾਲਿਸਤਾਨ ਵਾਲਾ ਭਰਾ ਵੀ ਆ ਗਿਆ, ਜੇ ਇੱਦਾਂ ਹੀ ਤੁਸੀਂ ਰੈਫਰੈਂਡਮ ਫੇਸਬੁੱਕ ਤੇ ਰੱਖ ਦੋ ਤੇ ਫੇਸਬੁੱਕ ਤੇ ਵੀ ਖਾਲਿਸਤਾਨ ਜਿਹੜਾ ਆ ਉਹ ਬਣ ਜਾਣਾ ਆ। ਠੀਕ ਹੈ, ਇਹ ਦੋਨੇ ਚੀਜ਼ਾਂ ਜਿਹੜੀਆਂ ਫੇਸਬੁੱਕ ਤੇ ਪੋਸੀਬਲ ਆ, ਪਰ ਜ਼ਮੀਨੀ ਪੱਧਰ ਤੇ ਹਕੀਕਤ ਕੁਝ ਹੋ ਰਿਹਾ। ਜ਼ਮੀਨੀ ਪੱਧਰ ਤੇ ਬਿਲਕੁਲ ਹੀ ਲੋਕ ਜਿਹੜੀ ਆ ਡਿਫਰੈਂਟ ਸੋਚਦੇ ਆ। ਹਰ ਬੰਦਾ ਪੰਜਾਬ ਵਿੱਚ ਆਪਣੀਆਂ ਪਰਸਨਲ ਗਰਜਾਂ ਨਾਲ ਜੁੜਿਆ ਆ। ਜੇ ਆਪਣੀਆਂ ਪਰਸਨਲ ਗਰਜਾਂ ਨਾਲ ਜੁੜਿਆ ਹੁੰਦਾ, ਜਿਹੜੇ ਹਾਲਾਤ ਤੇ ਪੰਜਾਬ ਹੁਣ ਬੈਠਾ ਆ ਉਹ ਹਾਲਾਤ ਨਾ ਆਉਂਦੇ। ਹੁਣ ਨਸ਼ੇ ਪੰਜਾਬ ਦੇ ਵਿੱਚ ਵਾੜਨ ਦਾ ਸਭ ਤੋਂ ਤਰੀਕਾ ਹੀ ਇਹ ਸੀ ਬਈ ਜੇ ਕਮਜ਼ੋਰ ਕਰਨਾ ਆ ਤੇ ਇਹਨਾਂ ਦੀਆਂ ਨਸਲਾਂ ਨੂੰ ਕਮਜ਼ੋਰ ਕੀਤਾ ਜਾਵੇ। ਪਹਿਲਾਂ ਨਸਲਾਂ ਤੇ ਹਮਲਾ ਕੀਤਾ, ਦੂਜਾ ਹਮਲਾ ਜਿਹੜਾ ਸੈਂਟਰ ਦਾ ਸੀਗਾ ਉਹ ਫਸਲਾਂ ਦੇ ਸੀ ਆਪਣੇ। ਸੋ ਨਸਲਾਂ ਦੇ ਖਤਮ ਕਰਨ ਲਈ ਖੁੱਲਾ ਚਿੱਟਾ, ਉਹ ਭੋਲੇ ਵਰਗੇ DSP ਨੇ ਫੜਿਆ ਜਾਂਦਾ ਆ, ਉਹ ਪਿੱਟਦਾ ਆ ਕਿੱਥੋਂ ਮੈਂ ਲਿਆਂਦਾ, ਕਿੱਥੇ ਮੈਂ ਗਿਆ ਆ। ਭੋਲੇ ਦੇ ਡਰੱਗ ਕੇਸ ਦੀ ਕੀ ਅੱਗੇ ਗੱਲਬਾਤ ਬਣੀ? ਕਦੀ ਸਾਡੇ ਚੈਨਲਾਂ ਨੇ ਉਹਦੇ ਉੱਪਰ ਕਦੀ ਡਿਸਕਸ ਕੀਤਾ? ਹੁਣ ਮੁੜ ਕੇ ਨਹੀਂ, ਉਹ ਇੱਕ ਠੰਡੇ ਵਾਸਤੇ 'ਚ ਪੈ ਗਿਆ। ਅੰਡਾਨੀਆਂ ਦੇ ਪੋਰਟ ਦੇ ਉੱਪਰ ਉੱਥੇ ਕਰੋੜਾਂ ਦੀ ਡਰੱਗ ਗੁਜਰਾਤ 'ਚ ਫੜੀ ਜਾਂਦੀ ਆ, ਕੋਈ ਚੈਨਲ ਵੀ ਉਹਦੇ ਉੱਪਰ ਬੋਲਿਆ, ਕੋਈ ਡਿਸਕਸ ਹੋਇਆ? ਇੰਨੇ ਕਰੋੜਾਂ ਦੀ ਡਰੱਗ, ਅਰਬਾਂ ਦੀ, ਜਿਹੜੀ ਉਹ ਕਿੱਥੇ ਜਾਣੀ ਸੀ? ਉਹ ਪੰਜਾਬ ਵਰਗੀਆਂ ਸਟੇਟਾਂ 'ਚ ਹੀ ਹੋਣੀ ਆ, ਪੰਜਾਬ 'ਚ ਹੀ ਹੋਣੀ ਆ। ਸੋ ਇਹ ਸਾਨੂੰ ਸਾਰਿਆਂ ਨੂੰ ਇਸ ਕਰਕੇ ਸਿਆਣੇ ਹੋਣਾ ਪੈਣਾ ਆ। ਤੁਸੀਂ ਲੱਖੇ ਦੀ ਗੱਲ ਕੀਤੀ ਸੀ, ਬਿਲਕੁਲ ਸਾਡੇ ਕਿਸਾਨੀ ਤੇ ਜਦੋਂ ਉਹਨਾਂ ਨੇ ਕਿਹਾ ਉਦੋਂ ਮਤਭੇਦ ਸੀਗੇ, ਉਹਦੇ ਨਾਲ ਆਪਾਂ ਨਹੀਂ ਸਹਿਮਤ ਸੀ ਕਈ ਗੱਲਾਂ ਨਾਲ। ਪਰ ਜੇ ਐਜ਼ ਏ ਆਪਾਂ ਉਦੋਂ ਵੀ ਇਹ ਗੱਲ ਕਹਿੰਦੇ ਸੀ ਵੀ ਜੇ ਤੂੰ ਪੋਲਿਟਿਕਸ ਲੜਨੀ ਆ, ਉਹ ਪੋਲਿਟਿਕਸ ਆਪਾਂ ਪਿੰਡ ਜਾ ਕੇ ਵਾਪਸ ਲੜ ਸਕਦੇ ਹਾਂ। ਪੋਲਿਟਿਕਸ ਦੀ ਆਪਾਂ ਗੱਲ ਕਰ ਸਕਦੇ ਹਾਂ। ਜੇ ਤੂੰ ਸਿਆਸਤ ਲੜਨੀ ਤੂੰ ਲੜ ਸਕਦਾ ਆ,
ਔਰ ਸਾਨੂੰ ਚੰਗੇ ਲੋਕ ਸਿਆਸਤ ਦੇ ਵਿੱਚ ਚਾਹੀਦੇ ਆ। ਇਮਾਨਦਾਰ ਤੇ ਨੇਕ ਲੋਕ ਹੀ ਸਿਆਸਤ ਨੂੰ ਚੇਂਜ ਕਰ ਸਕਦੇ ਆ, ਔਰ ਚੇਂਜ ਕਰਨ ਵਾਸਤੇ ਸਾਨੂੰ ਕੁਛ ਨਾ ਕੁਛ ਇਸ ਤਰੀਕੇ ਦਾ ਕਰਨਾ ਹੀ ਪੈਣਾ ਆ। ਬਿਲਕੁਲ ਡਾਕਟਰ ਸਵੈਮਨ ਨੇ ਕਿਹਾ ਵੀ ਮੈਂ ਨਹੀਂ ਤੇ ਕੌਣ, ਹੁਣ ਨਹੀਂ ਤੇ ਕਦੋਂ। ਜੇ ਮੈਂ ਨਹੀਂ ਚੇਂਜ ਹੋਣਾ ਤੇ ਫਿਰ ਕਿੰਨੇ ਚੇਂਜ ਹੋਣਾ? ਪਹਿਲਾਂ ਤਾਂ ਮੈਨੂੰ ਚੇਂਜ ਹੋਣਾ ਪੈਣਾ ਨਾ। ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵੀ ਆਪਾਂ ਪੜ੍ਹਦੇ ਹਾਂ, ਆਪਾਂ ਹਮੇਸ਼ਾ ਇਸ ਚੈਨਲ ਤੋਂ ਬਾਣੀ ਦੀ ਗੱਲ ਕਰਦੇ ਹਾਂ, ਬਾਣੀ ਵੀ ਤਾਂ ਇਹ ਕਹਿੰਦੀ ਵੀ ਤੂੰ ਆਪਣੇ ਆਪ ਨੂੰ ਖੋਜ, ਰੋਜ਼ ਖੋਜ ਕੇ ਆਪ ਚੇਂਜ ਹੋ। ਆਪਣੀਆਂ ਜਿਹੜੀਆਂ ਨਿੱਜੀ ਗਰਜਾਂ ਆ, ਜਿਹੜੇ ਤੇਰੇ ਲਾਲਚ ਆ, ਉਹਨਾਂ ਨੂੰ ਤਿਆਗ। ਉਹ ਤਿਆਗ ਕੇ ਚੰਗਾ ਇਨਸਾਨ ਬਣ। ਜਦੋਂ ਤੂੰ ਚੰਗਾ ਇਨਸਾਨ ਬਣੇਗਾ, ਤੂੰ ਸਮਾਜ ਵਾਸਤੇ ਆਟੋਮੈਟਿਕ ਹੀ ਚੰਗੇ ਕੰਮ ਕਰੇਗਾ। ਜਿਹੜਾ ਚੰਗਾ ਇਨਸਾਨ ਹੁੰਦਾ ਉਹ ਸਮਾਜ ਲਈ ਕਦੀ ਵੀ ਮਾੜਾ ਨਹੀਂ ਸੋਚਦਾ। ਉਹ ਆਪਣੇ ਰਿਸ਼ਤੇਦਾਰ ਨਾਲ ਵੀ ਭਿੜ ਜਾਂਦਾ, ਆਪਣੇ ਭਰਾ ਭੈਣ ਨਾਲ ਵੀ ਭਿੜ ਜਾਂਦਾ ਵੀ ਨਹੀਂ, ਇੱਥੇ ਆ ਜਿਹੜੀ ਗੱਲ ਆ ਤੁਹਾਡੀ ਗਲਤ ਆ, ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਹੁਣ ਸਾਡਾ ਕੇਵਲ ਕਬੱਡੀ ਦੇ ਉੱਪਰ ਡਿਸਕਸ਼ਨ ਹੁੰਦਾ ਆ ਵੀ ਸਾਡੇ ਯਾਰ ਮਿੱਤਰ ਕਬੱਡੀ ਦੇ ਸਪੋਰਟਰ ਆ। ਅਸੀਂ ਹਮੇਸ਼ਾ ਇਹ ਗੱਲ ਕਹੀਦੀ ਆ ਵੀ ਕਬੱਡੀ ਹੋਵੇ, ਪਰ ਹੋਵੇ ਡਰੱਗ ਫਰੀ। ਜੇ ਟੀਕੇ ਲਾ ਲਾ ਕੇ ਹੀ ਲੋਕਾਂ ਦੇ ਪੁੱਤ ਮਰਦੇ ਆ ਤੇ ਕਿਸੇ ਦਾ ਕੁਝ ਨਹੀਂ ਜਾਂਦਾ, ਜੇ ਆਪਾਂ ਇਹ ਸੋਚਣਾ ਨਹੀਂ ਵੀ ਆਹ ਟੀਕੇ ਲਾ ਕੇ ਖੇਲ ਰਹੇ ਆ, ਇਹਦੇ 'ਚ ਕਿੰਨੇ ਹਰ ਸਾਲ ਕਿੰਨੀਆਂ ਡੈਥਸ ਹੁੰਦੀਆਂ। ਆਪਾਂ ਕੋਸ਼ਿਸ਼ ਕਰਾਂਗੇ ਕਬੱਡੀ ਦੇ ਵੀ 1-2 ਭਰਾਵਾਂ ਨੂੰ ਲੈ ਕੇ ਆਈਏ ਇਸ ਵਿਸ਼ਿਆਂ ਤੇ, ਉਹਦੇ ਬਾਰੇ ਵੀ ਡਿਸਕਸ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਆ। ਕਿਉਂਕਿ ਜਦੋਂ ਇੱਕ ਪਿੰਡ ਦਾ ਮਾੜਾ ਪਲੇਅਰ ਹੁੰਦਾ ਆ, ਜਦੋਂ ਮੋਹਰੇ ਇੱਕ ਟੀਕਾ ਲਾ ਕੇ ਖੇਡ ਰਿਹਾ ਹੁੰਦਾ, ਇੱਕ ਨੇ ਨੈਚੁਰਲ ਬੋਡੀ ਬਣਾਈ ਹੁੰਦੀ ਆ, ਉੱਥੇ ਉਹਦਾ ਬੱਸ ਨਹੀਂ ਚੱਲਦਾ, ਉਹਨੂੰ ਦੇਖ ਕੇ ਉਹਨੂੰ ਵੀ ਗਾਂ ਟੀਕਾ ਲਾਉਣਾ ਪੈਂਦਾ। ਇਹੀ ਸਿਸਟਮ ਜਿਹੜਾ ਆ ਪੰਜਾਬ ਦੇ ਵਿੱਚ ਐਮਐਲਏ ਕਲਟ ਬਣ ਗਿਆ। ਇਹ ਇੱਕ ਕਲਟ ਬਣ ਚੁੱਕਾ ਆ ਵੀ ਹਾਂ ਫਲਾਨਾ ਐਮਐਲਏ ਦੁੱਧ ਵੇਚਦਾ ਸੀਗਾ, ਹੁਣ ਉਹਦੇ ਕੋਲ ਅਰਬਾਂ ਦੀ ਜ਼ਮੀਨ ਆ। ਫਲਾਣਾ ਬੰਦਾ ਕਸ਼ਹਿਰੇ ਵੇਚਦਾ। ਸਾਡਾ ਤਾਂ ਜਥੇਦਾਰ ਜਿਹੜਾ ਸੀਗਾ ਉਹ ਮੁਕਤਸਰ ਸਾਹਿਬ ਗੁਰਦੁਆਰੇ ਮੂਹਰੇ ਕਸ਼ਹਿਰਿਆਂ ਦੀ ਰੇਹੜੀ ਹੁੰਦੀ ਸੀ, ਤੇ ਉਸ ਤੋਂ ਬਾਅਦ ਜਥੇਦਾਰ ਬਣ ਕੇ 7 ਸਟਾਰ ਜਿਹੜਾ ਆ ਉਹ ਹੋਟਲ ਬਣਾ ਲਿਆ ਆਪਣਾ। ਸੋ ਇੱਦਾਂ ਹੀ ਬਾਦਲਾਂ ਦਾ ਲਾ ਲਈਏ। ਇੱਕ ਉਹ ਟਾਟਾ ਦੀ ਗੱਡੀ ਦੇਖਦੇ, ਜਦੋਂ ਸੁਖਬੀਰ ਪਹਿਲੀ ਵਾਰ ਪ੍ਰਚਾਰ ਕਰਨ ਗਿਆ, ਟਾਟਾ ਦੀ ਗੱਡੀ ਆ ਉਹਦੇ ਵਿੱਚ ਹੈ, ਤੇ ਹੁਣ ਦੇਖ ਲਓ ਕਿੰਨੀਆਂ ਬੱਸਾਂ ਤੇ ਕਿੱਡਾ ਕਾਰੋਬਾਰ ਆ। ਸੋ ਇਹ ਸਾਨੂੰ ਇਹ 'ਚ ਸਾਡੀਆਂ ਨਲਾਇਕੀਆਂ ਆ। ਅਸੀਂ ਆਪਣੀਆਂ ਨਲਾਇਕੀਆਂ ਦੂਜੇ ਸਰ ਨਹੀਂ ਮੜ ਸਕਦੇ। ਇਹ ਸਾਨੂੰ ਆਪ ਸੁਹਿਰਦ ਤੇ ਹੁਣ ਮੈਂ ਕੱਲ ਪਰਸੋਂ ਇੱਕ ਹੋਰ ਵੀਡੀਓ ਦੇਖ ਰਿਹਾ ਸੀ, 4-5 ਬਾਬੇ ਡਿਸਕਸ ਕਰ ਰਹੇ ਸੀ। ਜਿਹੜੀ ਤੁਹਾਡੀ ਗੱਲ ਹੈ ਨਾ ਉਹ ਬਿਲਕੁਲ ਦਰੁਸਤ ਆ। ਇਹ 5 ਜਿਹੜਾ ਕੋਣਾ ਮੁਕਾਬਲਾ ਹੈ ਨਾ, ਉੱਥੇ ਉਹ 10 ਬੰਦੇ ਬੈਠੇ ਸੀ, 10 ਬੰਦੇ ਹੀ ਡਿਸਾਈਡ ਕਰ ਰਹੇ ਸੀ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਹੈ। ਜੇ 10 ਬੰਦੇ, ਇੱਕ ਕਹਿੰਦਾ ਸੀ ਆਪ ਆ, ਇੱਕ ਕਹਿੰਦਾ ਵੀ ਫਲਾਣੇ ਨੂੰ ਪਾ ਦਿਆਂਗੇ, ਹਨਾ, ਇੱਕ ਕਹਿੰਦਾ ਵੀ ਸਿੱਧੂ ਮੂਸੇ ਵਾਲੇ ਨੂੰ ਪਾ ਦਿਆਂਗੇ, ਉਹ ਤੇ, ਪਰ ਦੂਜੇ ਉਹਦੇ ਨਾਲ ਹੀ ਬੰਦੇ ਬੈਠੇ ਕਹਿੰਦੇ ਸੀ ਨਹੀਂ ਜੀ ਆਪਾਂ ਉਹਦੇ ਨਾਲ ਜਾਵਾਂਗੇ। ਸੋ ਇਹ ਡਿਸਾਈਡ ਕਰਨਾ ਤੇ ਵੋਟਰ ਦਾ ਮਾਈਂਡ ਪੜ੍ਹਨਾ ਬਹੁਤ ਔਖਾ ਆ। ਇਹ ਵੀ ਹੋ ਸਕਦਾ ਅਗਲਾ ਨਿਊਜ਼ ਚੈਨਲ ਤੇ ਕਿਤੇ ਆ ਕੇ ਅਗਲਾ ਕਹੂਗਾ ਵੀ ਮੈਂ ਫਲਾਣੇ ਐਮਐਲਏ ਦੇ ਏਰੀਏ 'ਚ ਆ, ਮੈਂ ਕਿਉਂ ਲਾਈਵ ਹੋ ਕੇ ਕਹਿਣਾ ਵੀ ਮੈਂ ਇਹਨੂੰ ਵੋਟ ਨਹੀਂ ਪਾਉਣੀ। ਕੱਲ ਨੂੰ ਹੋ ਸਕਦਾ ਮੇਰੇ ਤੇ ਪਰਚਾ ਹੋਵੇ ਜਾਂ ਕੁਛ। ਇਹ ਪਰਚੇ ਹੁੰਦੇ ਆ ਪਿੰਡਾਂ ਦੇ ਵਿੱਚ, ਐਮਐਲਏ ਹੀ ਪਰਚੇ ਕਰਾਉਂਦੇ ਆ, ਐਮਐਲਏ ਹੀ ਤੁਹਾਡੇ ਪਰਚੇ ਰੱਦ ਕਰਾਉਂਦੇ ਆ। ਕੋਈ ਬੰਦੇ ਤੁਹਾਡੇ ਦੇ ਪਰਚੇ ਕਰਾਉਂਦੇ, ਐਮਐਲਏ ਜਾਂ ਐਮਐਲਏਆਂ ਦੇ ਬੰਦੇ ਜਾਂ ਕੁਝ ਸਰਪੰਚ ਜਿਹੜੇ ਹੁੰਦੇ ਆ, ਜਿਹੜੇ ਐਮਐਲਏ ਨਾਲ ਮਿਲੇ ਹੁੰਦੇ ਆ, ਉਹਨਾਂ ਨੇ ਤੁਹਾਡੇ ਤੇ ਪਰਚੇ ਕਰਾਉਣੇ, ਉਹਨਾਂ ਨੇ ਤੁਹਾਨੂੰ ਛੁਡਾਉਣਾ ਆ, ਤੇ ਉਹਨਾਂ ਨੇ ਕਹਿਣਾ ਤੈਨੂੰ ਫਲਾਣੇ ਦਾ ਛੁਡਾਇਆ ਸੀ, ਹੁਣ ਸਾਨੂੰ ਵੋਟ ਪਾ। ਸੋ ਇਹ ਆਪਣਾ ਜਿਹੜਾ ਅਧਿਕਾਰ ਆ। ਮੈਂ ਤਾਂ ਇਹ ਕਹਿੰਦਾ ਵੀ ਆਪ ਗੁਰਬਾਣੀ ਪੜ੍ਹੋ, ਪੜ੍ਹਾਓ ਬੱਚਿਆਂ ਨੂੰ ਵੀ। ਕੋਸ਼ਿਸ਼ ਕਰੋ ਗੁਰੂ ਨਾਨਕ ਦਾ ਸਿਧਾਂਤ, ਜੇ ਤੁਸੀਂ ਗੁਰਬਾਣੀ ਵੀ ਨਹੀਂ ਪੜ੍ਹ ਸਕਦੇ, ਘੱਟ ਤੋਂ ਘੱਟ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਜਿਹੜਾ ਸਿਧਾਂਤ ਆ ਉਹ ਆਪਣੇ ਬੱਚਿਆਂ ਨੂੰ ਸਮਝਾਓ, ਆਪਣੇ ਰਿਸ਼ਤੇਦਾਰੀ 'ਚ ਸਮਝਾਓ। ਜਦੋਂ ਆਪਾਂ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਤੇ ਤੁਰ ਪਏ, ਆਹ ਜਿਹੜੀਆਂ ਪ੍ਰੋਬਲਮ ਆ ਰਹੀਆਂ ਇਹ ਆਉਣੀਆਂ ਹੀ ਨਹੀਂ ਆ। ਇਹਦਾ ਮੁੱਢ ਹੀ ਇਹ ਆ, ਚਾਹੇ ਇਹ ਸ਼੍ਰੋਮਣੀ ਕਮੇਟੀ ਆ, ਚਾਹੇ ਐਮਐਲਏ ਆ, ਚਾਹੇ ਸਾਡਾ ਕੋਈ ਸਿੱਖ ਭਰਾ ਆ, ਚਾਹੇ ਸਾਡਾ ਕੋਈ ਹਿੰਦੂ ਭਰਾ ਆ। ਜੇ ਕੋਈ ਹਿੰਦੂ ਭਰਾ ਵੀ ਗੀਤਾ ਨੂੰ ਵਧੀਆ ਤਰੀਕੇ ਨਾਲ ਪੜ੍ਹ ਕੇ ਉਹ ਤੋਂ ਸਿੱਖਿਆ ਲੈ ਵੀ ਇੱਥੋਂ ਖਾਲੀ ਹੱਥ ਜਾਣਾ ਆ ਤੇ ਖਾਲੀ ਹੱਥ ਆਏ ਆ, ਤੇ ਮੇਰਾ ਖਿਆਲ ਹੈ ਵੀ ਲਾਲਚ ਜਿਹੜਾ ਆ ਬੰਦੇ ਨੂੰ ਸਮਝ ਆ ਜਾਣਾ ਆ। ਕੋਈ ਵੀ ਧਰਮ ਗ੍ਰੰਥ ਜਿਹੜਾ ਆ ਉਹ ਕਿਸੇ ਨੂੰ ਗਲਤ ਸਿੱਖਿਆ ਨਹੀਂ ਦਿੰਦਾ। ਸਿੱਖਿਆ ਅਸੀਂ ਆਪਣੇ ਹਿਸਾਬ ਨਾਲ ਘੜ ਲੈਂਦੇ ਧਰਮ ਗ੍ਰੰਥ ਦੀ। ਹੁਣ ਜਦੋਂ ਸਿਰ ਗੁਰਬਾਣੀ ਕਹਿੰਦੀ ਆ ਵੀ ਨਾ ਕੋਈ ਸਵਰਗ ਆ ਨਾ ਕੋਈ ਨਰਕ ਆ, ਪਰ ਸਾਡੇ ਜਿਹੜੇ ਲੋਕ ਆ ਉਹਨਾਂ ਨੇ ਆਪਣਾ ਹੀ ਸਵਰਗ ਬਣਾ ਲਿਆ, ਆਪਣਾ ਹੀ ਨਰਕ ਬਣਾ ਲਿਆ, ਆਪਣੇ ਸਿਸਟਮ ਨਾਲ ਹੋਇਆ, ਆਪਣੇ ਸਿਸਟਮ ਨੂੰ ਚਲਾਉਣ ਲਈ ਆਪਣੇ ਹਿਸਾਬ ਨਾਲ ਕਰਨ ਨੂੰ। ਆਖਰੀ ਦੇ ਵਿੱਚ ਜਿਹੜੇ ਸਾਨੂੰ ਲਾਈਵ ਦੇਖ ਰਹੇ ਸਰਦਾਰ ਕਸ਼ਮੀਰ ਸਿੰਘ ਭਿੰਡਰ, ਬਿੰਦਰ ਕੇ ਸੰਧੂ ਭੈਣ ਜੀ, ਕੁਲਵਿੰਦਰ ਹੇਅਰ, ਪ੍ਰੀਤ ਮਹਿੰਦਰ ਸਿੰਘ, ਕਮਲਪ੍ਰੀਤ ਭੈਣ ਜੀ, ਨਿਸ਼ਾਨ ਸਿੰਘ ਢਿੱਲੋਂ, ਭੁਪਿੰਦਰ ਸਿੰਘ ਜੌਹਲ,
ਲੱਖੀ ਸਿੰਘ, ਜਿੰਨੇ ਵੀ ਭੈਣ ਭਰਾ ਸਾਨੂੰ ਲਾਈਵ ਦੇਖ ਰਹੇ ਉਹਨਾਂ ਸਾਰਿਆਂ ਦਾ, ਬਲਦੇਵ ਸਿੰਘ ਸੇਖੋਂ, ਸੋ ਸਾਰਿਆਂ ਦਾ ਧੰਨਵਾਦ। ਬਲਜੀਤ ਕੌਰ ਜੀ, ਕਰਤਾਰ ਸਿੰਘ, ਜਿੰਨੇ ਵੀ ਸਾਨੂੰ ਲਾਈਵ ਦੇਖਦੇ ਸਾਡਾ ਪ੍ਰੋਗਰਾਮ ਸ਼ੇਅਰ ਕਰਦੇ ਆ ਉਹਨਾਂ ਸਾਰਿਆਂ ਦਾ ਧੰਨਵਾਦ। ਅਸੀਂ ਇੱਕੋ ਹੀ ਕੋਸ਼ਿਸ਼ ਕਰਾਂਗੇ, ਪ੍ਰੋਗਰਾਮ ਵੱਧ ਤੋਂ ਵੱਧ ਸ਼ੇਅਰ ਕਰੋ, ਨਾਲ ਆਪ ਜਿਹੜੇ ਵੀ ਰਿਸ਼ਤੇਦਾਰੀ ਤੇ ਅਖੰਡ ਪਾਠ ਤੇ, ਕਿਸੇ ਭੋਗ ਤੇ, ਕਿਸੇ ਮਰਗ ਤੇ, ਕਿਸੇ ਪਾਰਟੀ ਜਾਂਦੇ ਆ, ਕੋਸ਼ਿਸ਼ ਕਰੋ ਜਿਹੜੇ ਤੁਹਾਡੇ ਯਾਰ ਦੋਸਤ ਹੈ, ਜੇ ਉੱਥੇ ਕੋਈ ਗਲਤ ਗੱਲ ਚੱਲਦੀ ਆ ਉਹਦਾ ਉੱਥੇ ਹੀ ਉਹਦਾ ਜਵਾਬ ਦੇ ਕੇ ਉੱਥੋਂ ਜਾਗਰੂਕ ਕਰਨ ਦੀ ਕੋਸ਼ਿਸ਼ ਕਰੋ। ਕਿਉਂਕਿ ਕਈ ਵਾਰ ਅਸੀਂ 10 ਬੰਦੇ ਬੈਠੇ ਹੁੰਦੇ ਆ, ਉਹਦੇ 'ਚ ਇੱਕ ਬੰਦਾ ਟੋਟਲੀ ਗੁਰਬਾਣੀ ਦੇ ਉਲਟ ਬੋਲ ਰਿਹਾ ਹੁੰਦਾ ਆ, ਜਾਂ ਉਹਦੀ ਵਿਆਖਿਆ ਪ੍ਰਣਾਲੀ ਟੋਟਲੀ ਗਲਤ ਹੁੰਦੀ, ਆਪਾਂ ਕਹਿੰਦੇ ਕਾਹਤੋਂ ਪੰਗਾ ਲੈਣਾ। ਪਰ ਇਹ ਜਿਹੜਾ ਨਾ ਪੰਗਾ ਲੈਣ ਵਾਲਾ ਕੰਮ ਆ, ਇਹ ਸਾਡੇ ਖੂਨ 'ਚ ਨਹੀਂ ਹੋਣਾ ਚਾਹੀਦਾ। ਕੋਈ ਬਾਬੇ ਨਾਨਕ ਨੇ ਤਾਂ ਹਰ ਉਸ ਜਗ੍ਹਾ ਜਾ ਕੇ, ਜਿਹਨੂੰ ਆਪਾਂ ਕਹਿੰਦੇ ਆ ਵੀ ਲੋਕਾਂ ਨੂੰ ਸਮਝਾਇਆ, ਜਿੱਥੇ ਲੋਕ ਗੱਲ ਕਰਨ ਤੋਂ ਵੀ ਡਰਦੇ ਸੀ। ਸੋ ਸਭ ਤੋਂ ਪਹਿਲਾਂ ਚੇਂਜ ਯੋਰਸੈਲਫ, ਤੁਸੀਂ ਕਦੋਂ ਤੇ ਕਿਉਂ ਚੇਂਜ ਹੋਣਾ ਆ, ਇਹ ਤੁਹਾਨੂੰ ਗੁਰਬਾਣੀ ਬਹੁਤ ਵਧੀਆ ਤਰੀਕੇ ਨਾਲ ਦੱਸਦੀ ਆ। ਹਾਂਜੀ ਵੀਰਵਿੰਦਰ ਸਿੰਘ ਜੀ, ਆਖਰੀ 'ਚ। ਬਿਲਕੁਲ ਜੀ, ਆਖਰੀ 'ਚ ਇਹੀ ਗੱਲ ਕਹੂੰਗਾ ਕਿ ਅੱਜ ਤੁਹਾਨੂੰ ਇੱਕ ਸਭ ਤੋਂ ਯੰਗ ਕੈਂਡੀਡੇਟ ਨਾਲ ਮਿਲਾਇਆ, ਤੇ ਕੱਲ੍ਹ ਨੂੰ ਉਸ ਤੋਂ ਬਾਅਦ ਜਿਹੜਾ ਸਭ ਤੋਂ ਯੰਗ ਕੈਂਡੀਡੇਟ ਆ, ਸਾਡੀ ਬੇਟੀ ਅਨੁਰੂਪ ਕੌਰ, ਉਹਨਾਂ ਮਿਲਾਵਾਂਗੇ। ਅਨੁਰੂਪ ਕੌਰ ਸੰਧੂ ਟੀਚਰ ਆ, MA ਇੰਗਲਿਸ਼ ਕੀਤੀ ਹੋਈ ਆ, MPhil ਕੀਤੀ ਹੋਈ ਆ, ਪੜ੍ਹੇ ਲਿਖੇ ਤੁਹਾਨੂੰ ਕੈਂਡੀਡੇਟ ਦੇ ਰਹੇ ਆ। ਇਹ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਵਿਜ਼ਨ ਆ। ਮੇਨ ਗੱਲ ਹੁੰਦੀ ਵਿਜ਼ਨ ਦੀ, ਜਦੋਂ ਸਾਨੂੰ ਪਤਾ ਲੱਗਦਾ ਸਾਡੇ ਕੈਂਡੀਡੇਟ ਦੀ ਸੋਚ ਕਿਹੋ ਜਿਹੀ ਆ, ਉਹਦੀ ਵਿਜ਼ਨ ਕਿਹੋ ਜਿਹੀ ਆ, ਤੇ ਬਦਲਾਅ ਆਉਣਾ ਹੀ ਆਉਣਾ ਆ, ਉਹਦੇ ਵਿੱਚ ਕੋਈ ਦੋ ਰਾਏ ਨਹੀਂ। ਤੁਸੀਂ ਕੋਈ ਵੀ ਕੈਂਡੀਡੇਟ ਦੇਖ ਲਓ, ਆਪਾਂ ਗੱਲ ਕੀਤੀ ਲੱਖੇ ਸਿਧਾਣੇ ਦੀ, ਆਪਾਂ ਗੱਲ ਕੀਤੀ ਗੁਰਪ੍ਰੀਤ ਕੋਟਲੀ ਦੀ, ਪੜ੍ਹੇ ਲਿਖੇ ਮੁੰਡੇ ਆ, ਉਹਨਾਂ ਦੀ ਵਿਜ਼ਨ ਦੇਖੋ ਕਿੰਨੀ ਵਧੀਆ ਆ। ਪੰਜਾਬ ਵਾਸਤੇ ਕੁਝ ਕਰਨ ਦਾ ਜਜ਼ਬਾ ਜਿਹੜਾ ਆ, ਉਹ ਭਾਵੇਂ ਛੋਟੇ ਲੈਵਲ ਤੋਂ ਸ਼ੁਰੂ ਹੋ ਕੇ, ਗੁਰਪ੍ਰੀਤ ਕੋਟਲੀ ਨੇ 1 ਸਾਲ ਤੱਕ ਸਿਰਫ ਆਪਣੇ ਫੋਨ ਤੋਂ ਸੋਸ਼ਲ ਮੀਡੀਆ ਉੱਤੇ ਤੁਹਾਨੂੰ ਕਿਸਾਨੀ ਅੰਦੋਲਨ ਸਾਰਾ ਦਿਖਾਇਆ। ਇੱਥੋਂ ਤੱਕ ਕਿ ਉਹ ਜਦੋਂ ਦਿੱਲੀ ਜਿਹੜੇ ਕਾਂਗਰਸੀ ਗਏ ਸੀ, ਉੱਥੇ ਜਾ ਕੇ ਉਹਨੇ ਇੰਟਰਵਿਊ ਤੱਕ ਲੈਂਦਾ ਰਿਹਾ ਉਹਨਾਂ ਦੀ, ਵੀ ਦੱਸੋ ਜੀ, ਬਿੱਟੂ ਹੋਵੇ ਚਾਹੇ ਕੋਈ ਹੋਵੇ, ਵੀ ਇਹਦੇ ਬਾਰੇ ਕੀ ਖਿਆਲ ਹੈ, ਤੁਸੀਂ ਉੱਦਾਂ ਹੀ ਬੈਠੇ ਹੋ, ਕੀ ਆ। ਹਰ ਥਾਂ ਦੇ ਉੱਤੇ ਤੁਹਾਨੂੰ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਰਹੇ ਆ, ਪੂਰਾ ਡੈਡੀਕੇਟਡ ਰਹੇ ਆ ਕਿਸਾਨੀ ਅੰਦੋਲਨ 'ਚ। ਉਹਦੇ ਤੋਂ ਇਹ ਪਤਾ ਲੱਗ ਜਾਂਦਾ ਕਿ ਪੰਜਾਬ ਵਾਸਤੇ ਪੀੜ ਆ ਇਹਨਾਂ ਲੋਕਾਂ ਨੂੰ। ਇੱਦਾਂ ਹੀ ਅਨੁਰੂਪ ਕੌਰ ਆ, ਬਹੁਤ ਸਾਰੇ ਆਰਟੀਕਲ ਇਹਨੇ ਇੰਗਲਿਸ਼ ਟ੍ਰਿਬਿਊਨ, ਇੰਗਲਿਸ਼ ਦੀਆਂ ਅਖਬਾਰਾਂ ਵਿੱਚ ਲਿਖੇ ਕਿਸਾਨੀ ਅੰਦੋਲਨ 'ਤੇ। ਪੂਰਾ ਕਿਸਾਨੀ ਅੰਦੋਲਨ ਨੂੰ 1 ਸਾਲ ਦਾ ਸਮਾਂ ਦਿੱਤਾ ਉਹਨੇ। ਅਤੇ ਹੁਣ ਜੇ ਪੋਲੀਟਿਕਸ ਚੇਂਜ ਕਰਨ ਆਏ ਆ, ਅਤੇ ਫਰਜ਼ ਸਾਡਾ ਬਣਦਾ ਆ ਕਿ ਇਹਨਾਂ ਨੂੰ ਅੱਗੇ ਲੈ ਕੇ ਆਈਏ, ਨਹੀਂ ਤਾਂ ਫਿਰ ਗੱਲਾਂ ਹੀ ਆ। ਫਿਰ ਜਿੱਥੇ 4 ਬੰਦੇ ਇਕੱਠੇ ਹੁੰਦੇ ਆ, ਉੱਥੇ ਗੱਲਾਂ ਕਰੀ ਜਾਓ, ਬਦਲਾਅ ਆਉਣਾ ਚਾਹੀਦਾ ਜੀ, ਖਾ ਗਏ ਸਾਨੂੰ ਲੁੱਟ ਕੇ ਜੀ 75 ਸਾਲਾਂ 'ਚ 2 ਪਾਰਟੀਆਂ, ਕਾਂਗਰਸ ਅਕਾਲੀ 75-25 ਜੀ। ਇਹਨਾਂ ਦੇ ਬੰਦੇ ਹੀ ਕਹੀ ਜਾਂਦੇ, ਮੈਂ ਨਹੀਂ ਕਹਿ ਰਿਹਾ। ਨਵਜੋਤ ਸਿੱਧੂ ਦਾ ਬਿਆਨ ਹੈ 75-25 ਚੱਲਦਾ ਆ, ਜਿਹੜਾ ਕਿ ਪ੍ਰਧਾਨ ਹੈ ਕਾਂਗਰਸ ਦਾ, ਉਹ ਖੁਦ ਕਹਿ ਰਿਹਾ ਕਿ 75-25 ਚੱਲਦਾ, ਦਾ ਮਤਲਬ ਚੱਲਦਾ ਆ। ਜੇ ਤੁਸੀਂ ਕਹਿ ਰਹੇ ਆ ਵੀ 75-25 ਚੱਲਦਾ, ਮਤਲਬ ਤੁਹਾਨੂੰ ਪਤਾ ਆ, ਤੇ ਬਾਹਰਲਾ ਬੰਦਾ ਉੱਥੇ ਕੀ ਕਰੂਗਾ। ਇਹ ਗੱਲਾਂ ਆ ਸਿਰਫ, ਅਸੀਂ ਰੇਤ ਮਾਫੀਆ ਖਤਮ ਕਰ ਦਾਂਗੇ, ਅਸੀਂ ਨਸ਼ਾ ਮਾਫੀਆ ਖਤਮ ਕਰ ਦਾਂਗੇ, ਅਸੀਂ ਫਲਾਣੀ ਚੀਜ਼ ਕਰ ਦਾਂਗੇ, ਅਸੀਂ ਬੇਅਦਬੀਆਂ ਦਾ ਤੁਹਾਨੂੰ ਦੇ ਦਾਂਗੇ ਲੈ ਕੇ, ਉਹਦਾ ਰਿਜ਼ਲਟ ਨਿਕਲ ਆਊਗਾ, ਫੜ ਲਾਂਗੇ ਬੰਦੇ। ਇਹ ਸਭ ਗੱਲਾਂ ਆ। ਇਹ ਗੱਲਾਂ ਇਹਨਾਂ ਨੂੰ ਇਲੈਕਸ਼ਨ 'ਤੇ ਆ ਕੇ ਚਿੱਤੇ ਆ ਜਾਂਦੀਆਂ, ਅੱਗੇ ਪਿੱਛੇ ਫਿਰ ਭੁੱਲ ਜਾਂਦੇ ਆ। ਮੇਰੇ ਕੋਲ ਲਿਖ ਕੇ ਤੁਸੀਂ ਗਰੰਟੀ ਲੈ ਲਓ, ਤੁਸੀਂ ਕਾਂਗਰਸ ਲੈ ਆਓ, ਤੁਸੀਂ BJP ਲੈ ਆਓ, ਤੁਸੀਂ ਆਮ ਆਦਮੀ ਪਾਰਟੀ ਲੈ ਆਓ, ਤਿੰਨਾਂ 'ਚੋਂ ਕੋਈ ਵੀ ਲੈ ਕੇ ਆ ਜਾਓ, ਇਹਨਾਂ ਵਿੱਚੋਂ ਕੋਈ ਵੀ ਮਸਲਾ ਸਾਲਵ ਨਹੀਂ ਹੋਣ ਲੱਗਾ, ਗਰੰਟੀ ਆ। ਜੇ ਤੁਹਾਨੂੰ ਕੋਈ ਸ਼ੱਕ ਆ ਤਾਂ ਤੁਸੀਂ ਕਰਕੇ ਦੇਖ ਲਿਓ, ਪਰ ਇਹਨਾਂ 'ਚੋਂ ਕੋਈ ਵੀ ਮਸਲਾ ਨਹੀਂ ਹੋਣਾ। ਹਾਂ, ਨਵਜੋਤ ਸਿੰਘ ਸਿੱਧੂ ਬਹੁਤ ਵਧੀਆ ਬੰਦਾ ਹੋਊਗਾ, ਉਹਦੀ ਸੋਚ ਬਹੁਤ ਉੱਚੀ ਸੁੱਚੀ ਹੋਊਗੀ। ਹੋ ਸਕਦਾ ਉਹਨੇ ਅੱਜ ਤੱਕ ਕਦੀ ਕੋਈ ਹੇਰਾਫੇਰੀ ਵਾਲਾ ਕੰਮ ਨਹੀਂ, ਔਰ ਕੀਤਾ ਵੀ ਨਹੀਂ ਉਹਨੇ, ਉਹਦਾ ਕਦੀ ਕਿਸੇ 'ਚ ਨਾਂ ਨਹੀਂ ਲੱਗਾ। ਪਰ ਗੱਲ ਹੈ ਉੱਪਰ ਜਿਹੜਾ ਕੁੰਡਾ ਕਾਂਗਰਸ ਦਾ, ਉਹਨੇ ਤੁਹਾਨੂੰ ਹਿੱਲਣ ਨਹੀਂ ਦੇਣਾ। ਜਿੰਨਾ ਚਿਰ ਉਹ ਕੁੰਡਾ ਰਹਿਣਾ ਉੱਤੇ, ਉਹ ਕੁਝ ਵੀ ਨਹੀਂ ਕਰ ਸਕਦਾ, ਕੋਈ ਡਿਸੀਜ਼ਨ ਨਹੀਂ ਲੈ ਸਕਦਾ। ਤੁਹਾਡੇ ਸਾਹਮਣੇ ਹੀ ਆ, ਉਹ ਤਾਂ ਕੈਂਡੀਡੇਟ ਨਹੀਂ ਚੂਜ਼ ਕਰ ਸਕਿਆ। ਜਿਹੜੇ ਕੈਂਡੀਡੇਟ ਨੂੰ ਉਹਨੇ ਬਾਹਰ ਕੀਤਾ ਹੋਇਆ ਸੀ, ਉਹ ਸਾਰਿਆਂ ਨੂੰ ਤਾਂ ਟਿਕਟ ਦੇ ਦਿੱਤੀ ਉਹਨਾਂ ਨੇ। ਹੁਣ ਜੋ ਮਰਜ਼ੀ ਕਹੀ ਜਾਵੇ, ਹੁਣ ਚੁੱਪ ਕਰ ਜਾਂਦਾ। ਜਦੋਂ ਸਵਾਲ ਪੁੱਛਦੇ ਗੁਰਜੀਤ ਰਾਣੇ ਬਾਰੇ ਕੀ ਖਿਆਲ ਹੈ, ਉਹ ਬੜਕਾ ਮਾਰੀ ਜਾਂਦਾ, ਗੁਰਜੀਤ ਰਾਣਾ ਵੀ ਜਾਓ ਮੈਨੂੰ ਕੱਢਾ ਲਓ, ਫਿਰ ਮੈਂ ਦੇਖੂੰਗਾ। ਆਪਣੇ ਮੁੰਡੇ ਨੂੰ ਉਹਨੇ ਸੁਲਤਾਨਪੁਰ ਤੋਂ ਖੜਾ ਕਰਾਤਾ ਆਜ਼ਾਦ ਉਮੀਦਵਾਰ। ਕੱਲ ਨੂੰ ਕਰਾਂਗੇ ਇੱਥੇ ਗੱਲਬਾਤ। ਕੀ ਤੁਹਾਨੂੰ ਸਾਨੂੰ ਦਿਖਦਾ ਨਹੀਂ ਹੈਗਾ ਵੀ ਕੀ ਹੋ ਰਿਹਾ? ਅੰਨੇ ਅਸੀਂ, ਪਰ ਨਹੀਂ, ਇੱਦਾਂ ਹੀ ਆਮ ਆਦਮੀ ਪਾਰਟੀ ਆ। ਜਿਹੜੇ ਕਹਿੰਦੇ ਸੀ ਅਸੀਂ ਤਾਂ ਸੱਚੇ ਸੁੱਚੇ ਆਮ ਲੋਕਾਂ ਨੂੰ ਖੜੇ ਕਰਨਾ ਆ, 50% ਦੇ ਕਰੀਬ ਉਹਨਾਂ ਨੇ ਬੰਦੇ ਜਿਹੜੇ ਆ ਪੁਰਾਣੇ ਲਿਆ ਕੇ ਦੂਜੀਆਂ ਪਾਰਟੀਆਂ 'ਚੋਂ ਖੜੇ ਕੀਤੇ ਆ, ਜਿਨ੍ਹਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ, ਕਈਆਂ ਨੂੰ ਕੱਢਿਆ ਹੋਇਆ ਪਾਰਟੀ 'ਚੋਂ। ਆ ਜਾਓ ਜੀ, ਖੁੱਲੇ ਆ ਡੋਰ। BJP ਤੁਹਾਡੇ ਸਾਹਮਣੇ ਹੀ ਕੀ ਕਰ ਰਹੀ ਹੈ। ਉਹਨਾਂ ਨੇ ਤਾਂ ਦਰਵਾਜ਼ਾ ਹੀ ਪੱਟਤਾ ਹੋਇਆ ਵੀ ਦਰਵਾਜ਼ਾ ਹੀ ਨਹੀਂ ਗਾ, ਲੰਘੀ ਆਓ, ਬਸ ਜਿਹੜਾ ਆਉਂਦਾ ਆ ਜਾਓ ਆ ਜਾਓ ਆ ਜਾਓ।
ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਢੀਂਡਸਾ ਕੈਪਟਨ ਬ੍ਰਹਮਪੁਰਾ ਤੇ ਵਾਪਸ ਚਲਾ ਗਿਆ। ਉਹ ਕੀ ਗੇਮ ਚੱਲ ਰਹੀ ਆ ਹੁਣ, ਬੈਂਸ ਹੋਣੀ ਉਹ ਵਿਚਕਾਰ ਲਟਕੇ ਫਿਰਦੇ ਆ। ਹੁਣ ਪ੍ਰੋਬਲਮ ਇਹਨਾਂ ਦੀ ਇਹ ਹੁੰਦੀ ਆ ਵੀ ਇਹ ਸਾਰਿਆਂ ਦੀ ਕੁਛ ਨਾ ਕੁਛ ਘੁੰਡੀਆਂ ਉਹਨਾਂ ਨੇ ਆਪਣੇ ਹੱਥ 'ਚ ਰੱਖੀਆਂ ਹੋਈਆਂ ਆ। ਬੈਂਸ ਕਿਉਂ ਨਹੀਂ ਡਿਸਾਈਡ ਕਰ ਪਾ ਰਿਹਾ? ਬੈਂਸ ਦੇਖ ਲਿਓ ਅੱਜ ਨਹੀਂ ਤਾਂ ਕੱਲ੍ਹ ਉਹ ਬੀਜੇਪੀ 'ਚ ਜਾਊਗਾ, ਕਿਉਂਕਿ ਉਹਨੂੰ ਕੋਈ ਚੋਇਸ ਨਹੀਂ ਛੱਡੀ ਹੋਈ। ਉਹਨਾਂ ਨੇ ਉਹਨੂੰ ਚੱਕ ਕੇ ਅੰਦਰ ਕਰ ਦੇਣਾ। ਉਹ ਕਹਿੰਦੇ ਜਿੱਦਾਂ ਖਹਿਰਾ ਬੈਠਾ ਉੱਥੇ ਤੈਨੂੰ ਪਹੁੰਚਾ ਦਿਆਂਗੇ, ਆ ਜਾ ਨਹੀਂ ਤਾਂ। ਸੋ ਦੇਖ ਲਿਓ ਤੁਹਾਡੇ ਸਾਹਮਣੇ ਬੀਜੇਪੀ ਦੀ ਟਿਕਟ ਤੋਂ ਹੀ ਲੜੂਗਾ, ਬੀਜੇਪੀ ਨਾਲ ਜਾਂ ਸਲਾਹ ਕਰਕੇ ਲੜੂਗਾ, ਭਾਵੇਂ ਆਪਣੀ ਤੋਂ ਲੜੇ। ਸੋ ਇਹਨਾਂ ਤੋਂ ਬਚੋ ਭਾਈ। ਤਰੀਕਾ ਇਹੀ ਆ ਵੀ ਸੰਯੁਕਤ ਸਮਾਜ ਮੋਰਚੇ ਦੇ ਜਿਹੜੇ ਕੈਂਡੀਡੇਟ ਤੁਹਾਨੂੰ ਚੰਗੇ ਲੱਗਦੇ ਆ ਉਹਨਾਂ ਵਾਸਤੇ ਖੁਦ ਪ੍ਰਚਾਰ ਕਰੋ। ਉਹਨਾਂ ਕੋਲ ਹੈ ਨਹੀਂ ਪੈਸਾ ਪੂਸਾ ਪ੍ਰਚਾਰ ਕਰਨ ਲਈ, ਕਿਉਂਕਿ ਅਸੀਂ ਕਾਲ ਕੀਤੀ, ਮੈਂ ਕਾਲ ਕੀਤੀ, ਉਹ ਕਹਿੰਦੇ ਸਾਨੂੰ ਨਹੀਂ ਚਾਹੀਦਾ। ਓਪਨਲੀ ਕਹਿੰਦੇ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ, ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਕਹੋ ਵੀ ਉੱਥੇ ਆਪਣੇ ਆਪ ਛਪਾ ਲਓ, ਜੇ ਉਹਨਾਂ ਨੂੰ ਭੇਜਣੇ ਆ ਉੱਥੇ ਭੇਜ ਦਿਓ ਵੀ ਪੋਸਟਰ ਛਾਪਣ ਵਾਸਤੇ ਬਸ, ਪਰ ਸਾਨੂੰ ਨਾ ਕੋਈ ਪੈਸਾ ਭੇਜੋ। ਓਪਨਲੀ ਕਿਹਾ ਆ ਉਹਨਾਂ ਨੇ। ਬਲਵੀਰ ਸਿੰਘ ਰਾਜੇਵਾਲ ਨੇ ਵੀ ਕਿਹਾ, ਡਾਕਟਰ ਸਵੈਮਾਨ ਦੀ ਪੂਰੀ ਵੀਡੀਓ ਆ ਮੇਰੇ ਪੇਜ 'ਤੇ ਪਈ ਆ, ਦੇਖ ਲਿਓ। ਉਹ ਕਹਿੰਦਾ ਇੱਕ ਵੀ ਪੈਸਾ ਸਾਨੂੰ ਨਾ ਭੇਜਿਓ। ਸੋ ਕੱਲ੍ਹ ਨੂੰ ਫਿਰ ਮਿਲਾਂਗੇ, ਅਨੂਰੂਪ ਕੌਰ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕੱਲ੍ਹ ਨੂੰ, ਅਤੇ ਇਸੇ ਮਸਲੇ ਨੂੰ ਹੀ ਅੱਗੇ ਚੱਲਦੇ ਰਹਾਂਗੇ। ਕੋਸ਼ਿਸ਼ ਕਰਾਂਗੇ ਇਸ ਹਫ਼ਤੇ ਤੋਂ ਆਪਾਂ ਪ੍ਰੋਗਰਾਮ ਸ਼ਾਇਦ ਬੁੱਧਵਾਰ ਨੂੰ ਵੀ ਕਰੀਏ, ਕਿਉਂਕਿ ਆਪਾਂ ਚਾਹੁੰਦੇ ਹਾਂ ਹੋਰ ਕੋਈ ਮੀਡੀਅਮ ਨਹੀਂ ਹੈ ਇਹਨਾਂ ਕੋਲ, ਟਾਈਮ ਬਹੁਤ ਥੋੜ੍ਹਾ ਆ। ਸਾਰੇ ਕਹਿੰਦੇ ਜਿੱਤ ਨਹੀਂ ਸਕਦੇ ਜੀ, ਟਾਈਮ ਥੋੜ੍ਹਾ ਆ। ਸੋ ਉਸ ਟਾਈਮ ਨੂੰ ਯੂਟੀਲਾਈਜ਼ ਕਰੀਏ। ਅਸੀਂ ਬੁੱਧਵਾਰ ਨੂੰ ਵੀ ਕਿਸੇ ਕੈਂਡੀਡੇਟ ਨੂੰ ਲੈ ਕੇ ਆਵਾਂਗੇ। ਉਹ ਪ੍ਰੋਗਰਾਮ ਅਮਰੀਕਾ ਦੇ ਹਿਸਾਬ ਨਾਲ ਸ਼ਾਮ ਨੂੰ ਹੋਊਗਾ, ਇੰਡੀਆ ਦੇ ਸਵੇਰ ਹੋਊਗੀ ਉਸ ਟਾਈਮ। ਸੋ ਆਪਾਂ ਕੋਸ਼ਿਸ਼ ਕਰਾਂਗੇ ਇਸ ਵੀਕ ਤੋਂ ਬੁੱਧਵਾਰ ਵੀ ਪ੍ਰੋਗਰਾਮ ਕਰਿਆ ਕਰੀਏ, ਅਤੇ ਜੇ ਲੋੜ ਪਈ ਫਰਾਈਡੇ ਵੀ ਕਰ ਲਾਂਗੇ ਆਪਾਂ ਪ੍ਰੋਗਰਾਮ ਸ਼ਾਮ ਨੂੰ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ 'ਚ ਕੋਈ ਬਦਲਾਅ ਆਵੇ। ਅੰਦਰੋਂ ਪੀੜ ਹੈ ਪੰਜਾਬ ਵਾਸਤੇ। ਸੋ ਕੱਲ੍ਹ ਤੱਕ ਲਈ ਇਜਾਜ਼ਤ ਦਿਓ, ਕੱਲ੍ਹ ਨੂੰ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।